ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਗੱਲ ਇਹ ਆ ਕਿ ਹਰ ਰੋਜ਼ ਅਸੀਂ ਤਾਂ ਆ ਜਾਂਦੇ ਹਾਂ ਜੀ, ਤੇ ਆਸ ਉਮੀਦ ਇਹ ਕਰੀਦੀ ਆ ਵੀ ਕੱਲ੍ਹ ਦਾ ਦਿਨ ਜਦੋਂ ਚੜ੍ਹੇ ਤੇ ਉਦੋਂ ਉਹ ਗੱਲਾਂ ਨਾ ਕਰਨੀਆਂ ਪੈਣ ਜਿਹੜੀਆਂ ਪਹਿਲੀਆਂ ਲੰਘ ਗਈਆਂ। ਚਲੋ ਟੈਨਸ਼ਨਾਂ ਨੇ ਜਾਂ ਗੱਲੋਂ ਪੀਓ ਗੱਲਾਂ ਮਾੜੀਆਂ ਨੇ, ਪਰ ਕਰੀਏ ਕੀ। 24 ਘੰਟੇ ਲੰਘਣ ਤੋਂ ਬਾਅਦ ਜਦੋਂ ਕਿ ਉੱਥੇ ਖੜੇ ਹੋਈਦਾ ਤੇ ਲਗਭਗ ਐਜ਼ ਇਟ ਇਜ਼ ਸਿਚੁਏਸ਼ਨ ਹੁੰਦੀ ਆ। ਕੁਝ ਥਾਵਾਂ 'ਤੇ ਸਗੋਂ ਵਰਸ ਹੁੰਦੀ ਆ। ਇਹ ਚਾਹੇ ਆਪਾਂ ਰੂਸ ਯੂਕਰੇਨ ਵਾਲੇ ਪਾਸੇ ਕਹਿ ਲਈਏ, ਚਾਹੇ ਆਪਾਂ ਸਿਆਸੀ ਪੱਖ ਤੋਂ ਕਹਿ ਲਈਏ, ਤੇ ਚਾਹੇ ਇਸ ਵਕਤ ਦੁਬਾਰਾ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਵਾਲਾ ਮੁੱਦਾ ਉੱਠ ਖੜਾ ਹੋਇਆ ਉਹਦੀ ਗੱਲ ਕਰ ਲਈਏ। ਇਸ ਤੋਂ ਇਲਾਵਾ ਹੋਰ ਵੀ ਕੁਝ ਖਬਰਾਂ ਨੇ ਜਿਹੜੀਆਂ ਕਿ ਧਿਆਨ ਮੰਗਦੀਆਂ ਨੇ ਕਿ ਉਹਨਾਂ ਵਾਲੇ ਪਾਸੇ ਧਿਆਨ ਹੋਣਾ ਚਾਹੀਦਾ। ਸੋ ਗੱਲਾਂ ਬਾਤਾਂ ਕਰਾਂਗੇ ਨਾਲ ਵੀਰ ਪਰਵੀਰ ਬਾਠ ਹੋਰੀ। ਹੋਰ ਸਾਹਿਬ ਸਿਹਤਾਂ ਚੜ੍ਹਦੀ ਕਲਾ ਜੀ, ਆਪਣਾ ਸੁਣਾਓ। ਬਸ ਮੌਜਾਂ ਬੱਲੇ ਬੱਲੇ ਜੀ। ਤੁਹਾਡੇ ਰਾਜ 'ਚ ਪਰਵਾਹ ਨਹੀਂ ਕਰੀਦੀ, ਪਤਾ ਵੀ ਨਾਲ ਬੰਦੇ ਹੈਗੇ ਆ। ਜੇ 4 ਵਜੀਆਂ 2 ਤੇ ਖਾਣਗੇ ਨਾਲ। ਨਹੀਂ ਇੱਦਾਂ ਨਹੀਂ, ਜੇ 4 ਵਜੀਆਂ ਤੁਸੀਂ ਕਹਿਣਾ ਚਾਰੇ ਹੀ ਖਾਓ ਤੇ ਮੁੜ ਕੇ ਕਹੀ ਜਾਣਾ ਭਰਾਵਾਂ ਦੇ ਵੱਜੀਆਂ ਮੇਰੇ ਵੱਜੀਆਂ। ਤੁਹਾਡਾ ਲੀਡਰਾਂ ਦਾ ਕੰਮ ਹੀ ਇਹ ਹੁੰਦਾ। ਨਹੀਂ ਮੈਂ ਸਿਹਤ ਦੇ ਹਿਸਾਬ ਨਾਲ ਏਡੀ ਗੱਲ ਨਹੀਂ, ਹੁਣ ਬੰਦਾ ਥੋੜਾ ਮਰਵਾ ਲੈਣਾ। ਉਹਦਾ ਗੱਲ ਇਹ ਆ ਨਹੀਂ ਤੁਸੀਂ ਹਸਪਤਾਲ ਵੀ ਪਿਆ ਹੋਣਾ ਬੰਦਾ, ਚੀੜਾ ਬੜਾ ਹੀ ਉਹ ਕੁੱਟਦੇ ਰਹੇ, ਉਹਨਾਂ ਨੇ ਡਾਂਗ ਬੜੀ ਫੇਰੀ, ਇਹਨੇ ਨਹੀਂ ਮੇਰਾ ਨਾਂ ਲਿਆ ਭਰਾ। ਹੁਣ ਤਾਂ ਇਦਾਂ ਦੇ ਕਹਿ ਕੇ ਕੁੜਤੇ ਦੇ ਵੱਟ ਜਾਂ ਕੱਢਦੇ ਘਰ ਨੂੰ ਚਲ ਜਾਣਾ। ਨਾਲੇ ਆਖਿਆ ਨਹੀਂ ਹੁਣ ਇਹਨੂੰ ਆਪਾਂ ਟਰਾਲੀ ਪਾ ਦੇਣੀ ਆ। ਪਹਿਲਾਂ ਦੇ ਟਿੱਪਰ ਦੀ ਗੱਲ ਸੀਗੀ, ਨਹੀਂ ਪਰ ਹੁਣ ਟਰਾਲੀ ਇਹਦੀ ਪਾ ਹੀ ਦੇਣੀ ਆ। ਬਸ ਹੁਣ ਤੂੰ ਤੇਰੇ ਸੱਟਾਂ ਬਚ ਗਈਆਂ, ਹੁਣ ਤੂੰ ਭਾਰਾ ਕੰਮ ਨਹੀਂ ਕਰ ਸਕਦਾ। ਤੂੰ ਆ ਪਰਚੀ ਕੱਟੀ ਜਾਣੀਆਂ, ਟਰਾਲੀਆਂ ਤੁਰੀ ਜਾਣੀਆਂ, ਟਰਾਲੀਆਂ ਤੁਰੀ ਜਾਣੀਆਂ। ਨਾਲੇ ਉਹਦੇ ਪੁੱਛਣਾ ਬਹੁ ਠੀਕ ਆ। ਹਾਂ ਬਹੁ ਠੀਕ। ਚਲੋ ਗੱਲ ਇਹ ਆ ਵਾਟ ਸਾਹਿਬ ਕਿ ਜਿਹੜੀ ਗੱਲ ਮੈਂ ਸੋਚਦਾ ਸੀ ਵੀ ਜਦੋਂ ਇਲੈਕਸ਼ਨਾਂ ਸੀਗੀਆਂ ਜਦ ਤੱਕ, ਉਦੋਂ ਤੱਕ ਕਿਸੇ ਲੀਡਰ ਨੂੰ ਚੇਤਾ ਨਹੀਂ ਆਇਆ ਭਾਈ ਸਾਹਿਬ ਵੀ ਆਹ ਪੰਜਾਬ ਦਾ ਮਸਲਾ ਆਪਾਂ ਇਸ ਹਿਸਾਬ ਨਾਲ ਗੱਲ ਕਰਨੇ। ਜਿਉਂ ਬਸ ਉਹ ਜਿੱਦਾਂ ਆਪਾਂ ਖਾਦ ਪਾਉਣ ਲੱਗਿਆ ਬੋਰਾ ਨਹੀਂ ਪਾ ਲਈਦਾ ਝੋਲੀ, ਤੇ ਉਹ ਦੇ ਛੱਟੇ ਦੇ ਛੱਟਾ ਬਸ ਇਸੇ ਚੀਜ਼ ਦਾ ਸੀ। 1000 ਦਾ, 1100 ਦਾ ਸਿਲੰਡਰਾਂ ਦਾ, 2000 ਦਾ, 2100 ਦਾ ਸਕੂਟੀਆਂ ਦਾ, 5000 ਦਾ, 20000 ਦਾ, ਬੱਤੀ ਫਰੀ ਦਾ, ਪਾਣੀ ਫਰੀ ਦਾ, 75,000 ਦੇ ਸ਼ਗਨ ਦਾ। ਹੁਣ ਉਹ ਚੀਜ਼ ਲੰਘੀ ਆ ਤੇ ਅਚਾਨਕ ਹੁਣ ਚੇਤਾ ਆ ਗਿਆ ਪੰਜਾਬ ਦੇ ਹੱਕਾਂ 'ਤੇ ਡਾਕਾ, ਪੰਜਾਬ ਲੁੱਟਿਆ ਗਿਆ, ਪੰਜਾਬ ਅੱਗੇ ਖੜਾਂਗੇ, ਫਲਾਨੇ ਥਾਂ 'ਤੇ ਜਾ ਕੇ ਧਰਨਾ ਦਿਆਂਗੇ। ਫਲਾਨਾ ਕਹਿੰਦਾ ਸਾਡੇ ਨਾਲ ਚਲੋ, ਸਾਡੇ ਵਾਲੀ ਸੁੰਮੋ ਜਾਣੀ, ਅਸੀਂ ਧਰਨਾ ਲਾਉਣਾ। ਉਹ ਕਹਿੰਦਾ ਲੈ ਤੁਸੀਂ ਜੇ ਕਿਤੇ ਜ਼ਿਆਦਾ ਕੀਤੀ, ਅਸੀਂ ਪਹਿਲਾਂ ਕਰੀ ਬੈਠੇ, ਬੱਸ ਮਿੰਨੀ ਆਓ ਚਲੀਏ ਸਾਡੇ ਨਾਲ। ਇਹ ਅਚਾਨਕ ਜਿਹੜਾ ਗੇਅਰ ਹੁਣ ਬਦਲ ਲਿਆ, ਇੱਕ ਤਾਂ ਹੁੰਦਾ ਵੀ ਗੇਅਰ ਚਲੋ ਪਹਿਲਾ ਦੂਜਾ ਤੀਜਾ ਚੌਥਾ ਉਹੀ ਪਾਉਂਦੇ ਆ, ਇਹਦੇ ਜਮਾਂ ਗੇਅਰ ਬਾਕਸ ਹੀ ਬਦਲ ਲਿਆ ਜਿਹੜਾ ਪੰਜਾਬ ਵਾਲੇ ਲੀਡਰਾਂ ਨੇ। ਇਹ ਸਮਝੋ ਬਾਹਰ ਨਹੀਂ। ਦੇਖੋ ਸੰਧਾਲੀਆ ਸਾਹਿਬ, ਅਜੇ ਤਾਂ ਬਚਾਅ ਹੋ ਗਿਆ। ਬਚਾਅ ਪਤਾ ਕਿੱਦਾਂ ਹੋ ਗਿਆ? ਦੇਖੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਤੇ ਹਰਿਆਣੇ ਨੂੰ ਮਾੜਾ ਜਿਹਾ ਹੂੰਝ ਕੇ ਪਾਸੇ ਕੀਤਾ। ਜਿੱਦਾਂ ਹੁੰਦਾ ਕਾਲੀ ਕਾਲੀ ਆ ਪ੍ਰਾਹੁਣੇ ਆਉਣ ਵਾਲੇ ਪੱਤੇ ਮਾੜੇ ਜਿਹਾ ਕੰਧ ਨਾ ਕਰਦੇ ਹੋ ਇੱਦਾਂ ਲਾ ਕੇ ਨਾ, ਸਾਫ ਸੂਫ ਮੋਹਰੇ 2 ਕੁਰਸੀਆਂ ਦੇ ਉੱਤੇ ਕੱਪੜਾ ਕੁਪੜਾ ਮਾਰਨਾ। ਆ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਹੋਈ ਜਾਂ ਚੰਡੀਗੜ੍ਹ ਦੀ ਗੱਲ ਹੋਈ, ਕਈ ਮੁੱਦੇ ਆਏ ਨਾ। ਫਿਰ 3 ਡੈਮ ਆ, ਉਹਨਾਂ ਦੀ ਸਿਕਿਉਰਿਟੀ ਪੰਜਾਬ ਪੁਲਿਸ ਦੇ ਹੱਥੋਂ ਲੈ ਕੇ ਕੇਂਦਰੀ ਸੁਰੱਖਿਆ ਬਲਾਂ ਨੂੰ ਦੇ ਦਿੱਤੀ। ਉਹ 90 ਕਰੋੜ ਰੁਪਈਆ ਖਰਚ ਪੰਜਾਬ ਜਾਂ ਹਰਿਆਣੇ ਜਾਂ ਹਿਮਾਚਲ ਦੇ ਸਿਰ ਪੈ ਜਾਣਾ। ਕਈ ਗੱਲਾਂ ਆ ਗਈਆਂ। ਜਿੰਨਾ ਕੁਛ ਵੀ ਆਇਆ ਇਹ ਸਿਰਫ 15 ਦਿਨ ਦੇ ਫਰਕ ਨਾਲ ਆਇਆ। ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦਿੰਦਾ, ਆ ਲੀਡਰ ਸਾਡੇ ਇਹ ਹੀ ਨੇ ਸਾਰੀਆਂ ਪਾਰਟੀਆਂ ਦੇ। ਜੇ ਆਹੀ ਕੰਮ ਕਿਤੇ 20 ਤਰੀਕ ਨੂੰ ਵੋਟਾਂ ਪੈਣ ਤੋਂ ਪਹਿਲਾਂ ਹੋਇਆ ਹੁੰਦਾ, ਫਿਰ ਪਤਾ ਕੀ ਹੋਣਾ ਸੀ? ਇੱਕ ਦੂਜੇ ਤੋਂ ਪਹਿਲਾਂ ਬਿਆਨ ਆਉਣੇ ਸੀ, ਤੇ ਬਿਆਨ ਵੀ ਇਹ ਨਹੀਂ ਸੀ ਆਉਣਾ ਅਸੀਂ ਵਿਰੋਧ ਕਰਾਂਗੇ, ਅਸੀਂ ਚੰਡੀਗੜ੍ਹ ਧਰਨਾ ਦਿਆਂਗੇ, ਅਸੀਂ ਹਰ DC ਦਫ਼ਤਰ ਨੂੰ ਘੇਰਨਾ, ਅਸੀਂ ਭੁੱਖ ਹੜਤਾਲ 'ਤੇ ਬਹਿ ਜਾਣਾ, ਅਸੀਂ 6 ਦਿਨ ਦਾ ਅਲਟੀਮੇਟਮ ਦੇ ਦਿੰਦੇ ਹਾਂ, 7ਵੇਂ ਦਿਨ ਅਸੀਂ ਦਿੱਲੀ ਹੋਵਾਂਗੇ, ਅਸੀਂ ਓਨੀ ਦੇਰ ਕੁਛ ਨਹੀਂ ਖਾਣਾ ਪੀਣਾ, ਅਸੀਂ ਓਨੀ ਦੇਰ ਕੁਛ ਨਹੀਂ ਕਰਨਾ, ਪੰਜਾਬ ਦੇ ਹੱਕਾਂ ਲਈ ਲੜਾਂਗੇ। ਆਪਣੇ ਸਾਰੇ ਪਾਰਟੀਆਂ ਦੇ ਵਰਕਰਾਂ ਨੂੰ ਕਹਿ ਦੇਣਾ ਸੀ ਕਿ ਹੁਣੇ ਹੀ ਝੋਲੇ 'ਚ ਕਮੀਜ਼ ਪਜਾਮਾ ਪਾ ਲਓ, ਆਪਾਂ ਪੰਜਾਬ ਦੇ ਲਈ ਲੜਨਾ ਹੈ, ਮੁੜ ਹੋਵੇ ਨਾ ਹੋਵੇ ਪੰਜਾਬ ਦੇ ਭਵਿੱਖ ਲਈ ਲੜਨਾ। ਸੜਕਾਂ ਦੇ ਉੱਤੇ ਧਰਨੇ ਹੋਣੇ ਸੀ। ਮੰਨ ਲਓ ਕੋਈ ਬੰਦਾ ਮੇਰੇ ਵਰਗਾ ਸਾਈਕਲ 'ਤੇ ਜਾਈ ਜਾਂਦਾ ਪੰਜਾਬ 'ਚ, ਇਕੱਠ ਹੋਇਆ ਹੋਣਾ ਸੀ ਵੱਡਾ। ਦੂਜੇ ਦਿਨ ਸਵੇਰੇ ਕਿਹੜਾ ਜੀ? ਇਹ ਜੀ ਅਕਾਲੀਆਂ ਦਾ, ਫਿਰ ਜਾਣਾ ਇਹ ਜੀ ਕਾਂਗਰਸੀਆਂ ਦਾ, ਫਿਰ ਅੱਗੇ ਥੋੜ੍ਹਾ ਜਾਣਾ ਸੀ ਇਹ ਜੀ ਆਮ ਆਦਮੀ ਪਾਰਟੀ ਦਾ, ਇਹ ਜੀ ਇਹ ਢੀਂਡਸਿਆਂ ਦਾ। ਉਹ ਕਹਿੰਦੇ ਭਾਵੇਂ ਨਾਲ ਆ ਪਰ ਉੱਦਾਂ ਪੰਜਾਬ ਦੇ ਨਾਲ ਵੀ ਆ। ਜਾਣੀ ਇੱਕ ਤੋਂ ਬਾਅਦ ਇੱਕ ਸੜਕਾਂ 'ਤੇ ਬੈਠੇ ਹੋਣੇ ਸੀ। ਤੇ ਹੁਣ ਕਿਉਂਕਿ ਵੋਟਾਂ ਪੈ ਗਈਆਂ, ਹੁਣ ਲੀਡਰ ਨਾ ਉੱਠਦੇ ਆ, ਦੇਖੋ ਜੀ ਧੱਕਾ ਹੋ ਗਿਆ ਪੰਜਾਬ ਨਾਲ, ਇਹ ਧੱਕਾ ਨਹੀਂ ਹੋਣਾ ਚਾਹੀਦਾ। ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਇਹ ਧੱਕਾ ਆ, ਤੇ ਜੇ ਤੁਸੀਂ ਧੱਕਾ ਇੱਦਾਂ ਹੀ ਜਾਰੀ ਰੱਖਿਆ, ਸਾਡੇ ਤੋਂ ਧੱਕਾ ਸਹਿ ਨਹੀਂ ਹੋਣਾ। ਅਸੀਂ ਕੇਂਦਰ ਸਰਕਾਰ ਨੂੰ ਕਹਿੰਦੇ ਆ, ਨਹੀਂ ਉਹ ਪੱਤਰਕਾਰ ਪੁੱਛਦੇ ਜੇ ਨਹੀਂ ਹਟੇ ਅਸੀਂ ਮਿਲਣ ਜਾਵਾਂਗੇ ਦਿੱਲੀ, ਤੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਮੋਹਰੇ ਲੱਗੋ। ਯਾਨੀ ਜੇ ਵੋਟਾਂ ਤੋਂ ਪਹਿਲਾਂ ਹੁੰਦਾ ਫਿਰ ਅਸੀਂ ਮੋਹਰੇ ਲੱਗਣਾ ਸੀ, ਹੁਣ ਵੋਟਾਂ ਪੈ ਗਈਆਂ, ਹੁਣ ਤੁਸੀਂ ਮੋਹਰੇ ਲੱਗੋ, ਅਸੀਂ ਪਿਛਲੀ ਕੁਰਸੀ ਤੇ ਬੈਠੇ। ਨਹੀਂ ਹੁਣ ਤੇ ਇਦਾਂ ਗੱਲ ਕਰਦੇ ਅਸੀਂ ਦਿੱਲੀ ਮਿਲਣ ਜਾਵਾਂਗੇ,
ਜੇ ਗੁਲਦਸਤਾ ਨਾ ਮਿਲਿਆ ਤੇ ਕਾਲੇ ਲਿਫਾਫੇ 'ਚ ਦਰਜਨ ਕੇਲਿਆਂ ਦੀ ਲੈ ਜਾਵਾਂਗੇ ਅਗਲੇ ਦੀਆਂ। ਅੱਛਾ, ਇਹਦੇ ਮੈਨੂੰ ਜ਼ਿਆਦਾ ਕੁਝ ਵੀ ਨਹੀਂ, ਕਿਉਂਕਿ ਵਾਰ-ਵਾਰ ਗੱਲ ਚੱਲਦੀ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ। ਹੁਣ ਗੱਲ ਇਹ ਖਬਰ ਵੱਡੀ ਬਣਾਉਣੀ ਆ, ਹੋ ਸਕਦਾ ਵੀ ਇੱਕ ਅੱਧੀ ਪਾਰਟੀ ਇਹ ਐਲਾਨ ਕਰ ਦਿੰਦੀ ਵੀ ਭਾਖੜੇ ਜਾਂ ਨੰਗਲ ਵਾਲਾ ਜਿਹੜਾ ਡੈਮ ਹੈ ਨਾ ਉਹਦੇ ਉੱਤੇ ਰੈਲੀ ਕਰਨੀ ਆ, ਤੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਮੈਂ ਤਾਂ ਨਹੀਂ ਪਰ ਸਾਡਾ ਵਰਕਰ ਕੋਈ ਵੀ ਛਾਲ ਮਾਰ ਸਕਦਾ ਸੁੱਕੀ ਨਹਿਰ ਜਿੱਦਾਂ ਐਸਵਾਈਐਲ ਪਟਣਾ ਪਏ ਪੂਰਨ ਲਾ ਪਏ। ਮਤਲਬ ਹੋ ਸਕਦਾ ਵੀ ਉਸ ਪਾਸੇ ਨੂੰ ਇਹ ਜਾਂਦੇ, ਪਰ ਹੁਣ ਤਾਂ ਗੱਲ ਇਹ ਆ ਵੀ ਅਗਲਾ ਠੰਡਾ ਮਿੱਠਾ ਜਿਹਾ ਬਿਆਨ ਦਿੰਦਾ। ਜੇ ਤੁਸੀਂ ਵੀ ਗੱਲ ਕਰ ਲਈਆਂ ਬਹੁਤ ਉਂਗਲ ਅੰਗਲ ਘਮਾਈ, ਉਹ ਇੰਨਾ ਵੀ ਨਹੀਂ ਕਰਦੇ। ਉਹ ਕਹਿੰਦੇ ਹੋਇਆ ਤੇ ਧੱਕਾ ਹੀ ਹੈ, ਪਰ ਇਹ ਧੱਕਾ ਨਾ ਕਰੇ ਸਰਕਾਰ ਤੇ ਚੰਗੀ ਗੱਲ। ਮਤਲਬ ਉਹਨਾਂ ਨੂੰ ਲੱਗਦਾ ਵੀ ਯਾਰ ਮੈਂ ਕਿਤੇ ਥੋੜਾ ਜਿਹਾ ਵੀ ਮਾੜਾ ਜਿਹਾ ਵੀ ਧੱਕਾ ਮੇਰੀ ਜ਼ਬਾਨ 'ਚੋਂ ਹੀ ਲੱਗ ਗਿਆ ਨਾ, ਇਹ ਨਾ ਹੋਵੇ ਕਿਤੇ 10 ਤੋਂ ਬਾਅਦ ਕਿਤੇ ਧੱਕੇ ਪੈਣ। ਸੰਧਾਲੀਆ ਸਾਹਿਬ, ਮੈਨੂੰ ਚੇਤਾ ਜਦੋਂ ਇੱਕ ਵਾਰੀ ਵੋਟਾਂ ਪੈਣੀਆਂ ਸੀ ਤੇ ਵੋਟਾਂ ਤੋਂ ਠੀਕ ਪਹਿਲਾਂ ਜਾਂ ਮਾਹੌਲ ਜਿਹਾ ਬਣਾਉਣ ਦੇ ਲਈ ਇੱਕ ਵਾਰੀ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਪਾਣੀਆਂ ਦੇ ਮੁੱਦੇ ਤੇ ਠਾ ਕਰਾਤੀ ਸੀ ਕਿ ਭਾਈ ਆ ਦੇਖੋ ਰਾਤੋਂ ਰਾਤ ਰੱਦ ਆ। ਫਿਰ ਤੁਹਾਨੂੰ ਯਾਦ ਹੋਣਾ ਇੱਕ ਧਿਰ ਨੇ ਤਾਂ ਰਾਤੋਂ ਰਾਤ ਰਜਿਸਟਰੀਆਂ ਕਰਾਤੀਆਂ ਸੀ ਕਿ ਅਸੀਂ ਭਾਈ ਆ ਨਹਿਰ ਵਾਲੀ ਜ਼ਮੀਨ ਹੀ ਵਾਪਸ ਕਰ ਦੇਣੀ ਆ। ਆਹੋ, ਤਹਿਸੀਲਦਾਰ ਸਾਹਿਬ ਉਥੇ ਕਿੱਕਰ ਥੱਲੇ ਬੈਠੇ ਰਜਿਸਟਰੀਆਂ ਕਰਨ। ਮੈਂ ਕਿਹਾ ਇੱਕ ਬੰਦਾ ਲਾਲਟੈਨ ਲਾ ਕੇ ਖੜਾ, ਕੀ ਹੋਇਆ? ਤਹਿਸੀਲਦਾਰ ਸਾਹਿਬ ਕਹਿੰਦਾ ਅੱਜ ਰਜਿਸਟਰੀ ਜ਼ਰੂਰ ਕਰਨੀ ਹੈ। ਤੁਸੀਂ ਇਹ ਦੇਖੋ ਕਿ ਉਦੋਂ ਤਾਂ ਨਹਿਰ ਹੀ ਪੂਰ ਦਿੱਤੀ, ਦਰਖਤ ਪਤਾ ਨਹੀਂ ਕੌਣ ਵੱਢ ਕੇ ਲੈ ਗਿਆ ਸੀ। ਜਾਣੀ ਜਿਹੜੇ ਬੰਦੇ ਇੰਨੇ ਕਾਲੇ ਹੁੰਦੇ ਸੀ, ਤੁਸੀਂ ਇਹ ਦੇਖੋ ਕਿ ਸਾਡੀ ਲੀਡਰਸ਼ਿਪ ਸਿਆਣੀ ਕਿੰਨੀ ਆ, ਸਾਰੀਆਂ ਪਾਰਟੀਆਂ। ਇਹ ਜਿਹੜੇ ਬੰਦਿਆਂ ਨੇ ਹੁਣ ਪ੍ਰੈਸ ਕਾਨਫਰੰਸ ਕਰਨ ਨੂੰ ਵੀ 5-5 ਦਿਨ ਲਾਤੇ, 5-5 ਦਿਨ, ਨਹੀਂ ਤਾਂ ਜਾ ਕੇ ਉਦੋਂ ਹੀ ਪਤਾ ਲੱਗਦਾ ਹੁੰਦਾ ਸੀ। ਆ ਦੇਖੋ ਜੀ ਕੀ ਹੋਇਆ, ਆ 3 ਗੱਡੀਆਂ ਚੰਡੀਗੜ੍ਹ ਇਦਾਂ ਜਾਂਦੀਆਂ, ਅਚਾਨਕ ਲੀਡਰ ਨਿਕਲਿਆ, ਜੇਬ ਦੇ ਵਿੱਚੋਂ ਬੈਨਰ ਕੱਢਿਆ ਰਾਜਪਾਲ ਦੀ ਕੋਠੀ ਦੇ ਮੂਹਰੇ, ਅਸੀਂ ਵਿਰੋਧ ਕਰਦੇ ਹਾਂ, ਅਸੀਂ ਵਿਰੋਧ ਕਰਦੇ ਹਾਂ। ਪੁਲਿਸ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈਂਦੀ, ਕੋਈ ਮੁੱਖ ਮੰਤਰੀ ਦੀ ਕੋਠੀ ਮੂਹਰੇ। ਜਾਣੀ ਇਦਾਂ ਗੁਰੀਲਾ ਯੁੱਧ ਲੜਦੇ ਸੀ ਨਾ ਉਦੋਂ ਜਾ ਕੇ, ਕਿ ਪਹਿਲਾਂ ਨਹੀਂ ਪਤਾ ਲੱਗਣ ਦੇਣਾ, ਨਾ ਐਲਾਨ ਕਰਨਾ। 20-25 ਜਿਹੜੇ ਚੰਗੇ ਤਕੜੇ ਲੀਡਰ ਆ, ਉਹਨਾਂ ਨੇ ਵੱਖਰੀਆਂ ਗੱਡੀਆਂ ਜਾਣਾ ਤੇ ਉੱਥੇ ਜਾ ਕੇ ਬਹਿ ਜਾਣਾ। ਉਹਨਾਂ ਨੇ 4 ਮਿੰਟ ਘੜੀਸਣੀ। ਕਈ ਤਾਂ ਕਹਿੰਦੇ ਯਾਰ ਤੁਹਾਨੂੰ ਚੇਤਾ ਵੋਟਾਂ ਤੋਂ ਪਹਿਲਾਂ ਇੱਕ ਲੀਡਰ ਉਹ ਸਾਰਿਆਂ ਨੂੰ ਲੈ ਗਿਆ, ਇੱਕ ਨੂੰ ਛੱਡ ਹੀ ਗਿਆ ਉੱਥੇ, ਪੁਲਿਸ ਵਾਲੇ ਲਿਜਾਣਾ। ਉਹ ਐਂ ਦੇਖਣੀ ਯਾਰ ਮੈਨੂੰ ਵੀ ਲੈ ਜਾਓ, ਕਿਤੇ ਫੋਟੋ ਹੀ ਆ ਜਾਓ। ਅੱਛਾ, ਫਿਰ ਇਹ ਵੀ ਕੋਸ਼ਿਸ਼ ਹੁੰਦੀ ਆ ਵੀ ਉੱਥੋਂ ਚੁੱਕ ਕੇ ਲਿਆਉਣ ਤੱਕ ਨਾ, ਜਦ ਤੱਕ ਉਹ ਜਿਹੜੀ ਬੱਸ ਹੁੰਦੀ ਆ ਪੁਲਿਸ ਦੀ, ਵੀ ਮੈਨੂੰ ਬਾਰੀ 'ਚ 5 ਮਿੰਟ ਦੇ ਦਿਓ, ਕਿਉਂਕਿ ਮੀਡੀਆ ਨੇ ਉੱਥੇ ਗੱਲ ਕਰਨੀ। ਫਿਰ ਮੈਂ ਅੱਧਾ ਕੁ ਬਾਰੀ ਦੇ ਅੰਦਰ ਹੋਵਾਂ ਤੇ ਅੱਧਾ ਕੁ ਬਾਹਰ ਹੋਵਾਂ, 3-4 ਮੈਂ ਨਾਰੇ ਜੇ ਮਾਰਾਂ। ਤੇ ਫਿਰ ਇਹ ਵੀ ਹੁੰਦਾ ਵੀ ਉਹ ਪਹਿਲੀ ਇੱਕ ਸੀਟ ਦੇ ਬਾਅਦ ਸ਼ੀਸ਼ੇ 'ਚੋਂ ਮੈਂ ਸਿਰ ਜਿਹਾ ਬਾਹਰ ਕੱਢ ਕੇ ਕਰਾਂ, ਐਂ ਹੱਥ ਜਿਹਾ ਕਰਨਾ ਵੀ ਗ੍ਰਿਫਤਾਰੀ ਦਿੱਤੀ। ਉਦੋਂ ਬਾਅਦ ਅੱਧੇ ਘੰਟੇ ਬਾਅਦ ਕਿੰਨੇ ਪੁੱਛਣਾ ਹੁੰਦਾ, ਕਿੰਨੇ ਨਹੀਂ ਪੁੱਛਣਾ। ਪਰ ਹੁਣ ਇਸ ਵਕਤ ਇਹ ਗੱਲ ਪੱਕੀ, ਆਪਾਂ ਵਾਰ-ਵਾਰ ਯਾਦ ਕਰਾ ਦਈਏ ਵੀ ਵੋਟਾਂ ਪੈ ਗਈਆਂ, ਕੋਈ ਗ੍ਰਿਫਤਾਰੀ ਨਹੀਂ ਗੀ, ਕੋਈ ਧੱਕਾ ਨਹੀਂ, ਕੋਈ ਮੁੱਕੀ ਨਹੀਂ, ਕੋਈ ਧਰਨਾ ਨਹੀਂ। ਹਲਕੀ ਜਿਹੀ ਪ੍ਰੈਸ ਕਾਨਫਰੰਸ ਹੈਗੀ ਆ, ਅਸੀਂ ਵਿਰੋਧ ਕਰਦੇ ਹਾਂ। ਮੇਰਾ ਹੋ ਸਕਦਾ ਆਪਣੀਆਂ ਗੱਲਾਂ ਤੋਂ ਬਹੁਤੇ ਲੋਕਾਂ ਨੂੰ ਲੱਗਿਆ ਹੋਇਆ ਵੀ ਯਾਰ ਕੋਈ ਵਿਰੋਧ ਵਾਲੀ ਗੱਲ ਜਾਪੀ ਤੇ ਨਹੀਂ, ਤਾਂ ਮਤਲਬ ਨਹੀਂ ਹੋਣੀ ਫਿਰ, ਹੈ ਨਾ। ਨਹੀਂ, ਤੁਸੀਂ ਦੇਖੋ ਇੰਨਾ ਉਹਨਾਂ ਨੂੰ ਮਹਿਸੂਸ ਹੀ ਇੰਨਾ ਹੋਇਆ ਨਾ ਕਿ ਪੰਜਾਬ ਨਾਲ ਧੱਕਾ ਹੋ ਗਿਆ, ਉਹਨਾਂ ਤੋਂ ਬੋਲਿਆ ਹੀ ਨਹੀਂ ਜਾ ਰਿਹਾ। ਜਾਣੀ ਉਹ ਹੁੰਦਾ ਨਾ, ਕਹਿੰਦੇ ਉਹ ਤਾਂ ਪੱਥਰ ਹੀ ਹੋ ਗਏ, ਹੈ ਨਾ, ਬੋਲਿਆ ਹੀ ਨਹੀਂ ਜਾਂਦਾ ਉਹਨਾਂ ਤੋਂ। ਜਾਣੀ ਵੈਸੇ ਵੀ ਨਾ, ਮੰਨ ਲਓ ਕਿ ਤੁਸੀਂ ਮੈਨੂੰ ਤੁਰੇ ਜਾਂਦੇ ਇੱਕ ਅੱਧੀ ਵਾਰੀ ਧੱਕਾ ਮਾਰੋ, ਦੂਜੇ ਦਿਨ ਫਿਰ ਮੈਨੂੰ ਫਿਰ ਪਤਾ ਨਹੀਂ ਯਾਰ ਧੱਕਾ ਮਾਰ ਕੇ ਹੀ ਲੰਘਣਾ। ਮੈਨੂੰ ਲੱਗਦਾ ਕਿ ਸਾਡੇ ਪੰਜਾਬ ਵਾਲੇ ਲੀਡਰ ਵੀ ਹੁਣ ਧੱਕਾ ਤਾਂ ਯਾਰ ਹੁੰਦੇ ਰਹਿੰਦੇ, ਹੁਣ ਅਸੀਂ ਕਰੀ ਜਾਈਏ ਮੁੜ ਕੇ। ਸੋ ਇਹਦੇ ਵਿੱਚ ਜਿਹੜੀ ਹੁਣ ਵੈਸੇ ਤਾਂ ਬਾਕੀਆਂ ਦੀ ਆਪਾਂ ਗੱਲ ਥੋੜ੍ਹੀ ਕਰ ਲਈ, ਬਾਕੀ ਵੀ ਕਰ ਲੈਣਗੇ। ਮੁੱਖ ਪ੍ਰੈਸ ਕਾਨਫਰੰਸ ਚੰਦੂ ਮਾਜਰਾ ਸਾਹਿਬ ਨੇ ਕੀਤੀ ਜੀ, ਅਕਾਲੀ ਦਲ ਦੀ ਤਰਫੋਂ। ਉਹਨਾਂ ਨੇ ਇਹ ਕਿਹਾ ਵੀ ਦੇਖੋ ਜੀ, ਇਹ ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਕੀਤਾ ਗਿਆ ਹੈ, ਇਹ ਧੱਕਾ ਹੋਇਆ ਹੈ। ਮੈਂ ਉੱਚੀ ਤਾਂ ਨਹੀਂ ਕਹਿ ਗਿਆ ਥੋੜ੍ਹਾ ਜਿਹਾ? ਪੰਜਾਬ ਦੇ ਨਾਲ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ, ਇਸ ਤਰ੍ਹਾਂ ਬਿਲਕੁਲ ਨਹੀਂ ਹੋਣ ਦਿਆਂਗੇ। ਤੇ ਇਹ ਜੋ ਕੁਝ ਵੀ ਕਾਰਵਾਈਆਂ ਕੀਤੀਆਂ ਜਾ ਰਹੀਆਂ, ਇਹ ਪੰਜਾਬ ਦੇ ਹੱਕਾਂ ਤੇ ਡਾਕਾ। ਹੁਣ ਨਾਲ ਉਹਨਾਂ ਨੇ ਇਹ ਵੀ ਗੱਲ ਜੋੜ ਦਿੱਤੀ, ਉਹ ਕਹਿੰਦੇ ਵੀ ਦੇਖੋ ਜਦੋਂ ਆਪਾਂ ਯੂਟੀ ਦੀ ਗੱਲ ਕਰਦੇ ਹਾਂ ਤੇ ਯੂਟੀ ਨਾ ਬਣਾਇਆ ਜਾਵੇ ਸਥਿਰ। ਸਾਨੂੰ ਪਤਾ ਲੱਗਿਆ ਕਹਿੰਦੇ ਵੀ ਕੇਂਦਰ ਹੁਣ ਆਪਣੇ ਤੌਰ ਤੇ ਕਾਡਰ ਤਿਆਰ ਕਰ ਰਿਹਾ, ਚੰਡੀਗੜ੍ਹ ਦਾ ਵੱਖਰਾ, ਜਿੱਦਾਂ ਬਾਕੀ ਯੂਟੀਜ਼ ਜਿਹੜੇ ਨੇ ਉਹਨਾਂ ਦੇ ਆ। ਚੰਡੀਗੜ੍ਹ ਪੰਜਾਬ ਦਾ ਅਨਿੱਖੜਵਾਂ ਅੰਗ ਹੈ, ਸਾਡੀ ਰਾਜਧਾਨੀ ਹੈ। ਤੇ ਉਹਨੂੰ ਇਸ ਤਰ੍ਹਾਂ ਧੱਕਾ ਦੇ ਕੇ ਉਹ 'ਚੋਂ ਪਹਿਲਾਂ ਤੁਸੀਂ ਇੰਪਲੋਈ ਕੱਢੇ, ਅਫਸਰ ਕੱਢੇ, ਹੁਣ ਹੌਲੀ ਰਾਜ ਸਭਾ ਸੀਟ ਦੀਆਂ ਮੰਗਾਂ, ਇਹ ਠੀਕ ਨਹੀਂ ਹੈਗਾ। ਸੰਧਾਲੀਆ ਸਾਹਿਬ, ਮੈਂ ਹੈਰਾਨ ਸੀ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜੀ ਜਾਖੜ ਸਾਹਿਬ ਦੇਖੋ ਸਿਆਣੇ ਬੰਦੇ ਆ, ਉਹਨਾਂ ਨੇ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਕਿਹਾ ਕਿ ਚੰਨੀ ਸਾਹਿਬ ਅੱਗੇ ਲੱਗੋ, ਸਰਪਾਰਟੀ ਬੈਠਕ ਕਰੋ, ਸਾਰਿਆਂ ਨੂੰ ਲੈ ਕੇ ਦਿੱਲੀ ਜਾਓ। ਅਸੀਂ ਉਡੀਕਿਆ, ਉਹ ਸਿਆਣੇ ਬੰਦੇ ਦੀ ਬਿਨਾਂ ਮੰਨੀ, ਮਨੀਸ਼ ਤਿਵਾੜੀ ਨੇ ਕਿਹਾ ਉਹਨਾਂ ਦੀ ਬਿਨਾਂ ਮੰਨੀ। ਤੇ ਜਦੋਂ ਅਸੀਂ ਦੇਖਿਆ ਕਿ ਭਾਈ ਇਹ ਤਾਂ ਬਹੁਤ ਲੇਟ ਕਰਦੇ ਆ, ਹੁਣ ਕਹਿੰਦੇ ਅਸੀਂ ਚਿੱਠੀ ਵੀ ਪਾਈ ਹੈ, ਅਸੀਂ ਸਮਾਂ ਮੰਗਿਆ, ਜਿਹੜੇ ਊਰਜਾ ਮੰਤਰੀ ਨੇ ਉਹਨਾਂ ਤੋਂ ਵੀ ਮੰਗਿਆ। ਉਹ ਹੁਣ ਅਜੇ ਉਹ ਗਏ ਆ ਯੂਕਰੇਨ ਵਾਲੇ ਪਾਸੇ ਲੱਗੇ ਹੋਏ ਆ, ਹਫ਼ਤੇ ਖੰਡ ਤੱਕ ਜਦੋਂ ਸਮਾਂ ਦਿੰਦੇ ਆ ਤਾਂ ਅਸੀਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਚੱਲਿਓ, ਅਸੀਂ ਅਗਵਾਈ ਕਰਾਂਗੇ, ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ। ਮਤਲਬ ਹੈਰਾਨੀ ਵਾਲੀ ਗੱਲ ਹੈ ਵੀ ਗੱਲ ਜਾਖੜ ਸਾਹਿਬ ਨੇ ਸ਼ੁਰੂ ਕੀਤੀ,
ਅਗਵਾਈ ਅਸੀਂ ਕਰਾਂਗੇ, ਅਗਵਾਈ ਅਸੀਂ ਕਰਾਂਗੇ। ਇਹਦੇ 'ਚ ਵੀ ਇੱਕ ਗੱਲ ਨਹੀਂ, ਉਹ ਨੋਟ ਚੰਨੀ ਸਾਹਿਬ ਨੇ ਅਗਵਾਈ ਕੀਤੀ ਨਹੀਂ ਨਾ, ਕਹਿੰਦੇ ਅਸੀਂ ਤਾਂ ਕਰਾਂਗੇ। ਇਹਦੇ 'ਚ ਇੱਕ ਗੱਲ ਨੋਟ ਕਰ ਦਈਏ, ਹੋ ਸਕਦਾ ਕਈ ਬੰਦੇ ਇਤਰਾਜ਼ ਕਰਨ ਵੀ ਯਾਰ ਜੇ ਉਧਰੋਂ ਜਾਖੜ ਸਾਹਿਬ ਨੇ ਕੀਤੀ, ਚੰਨੀ ਸਾਹਿਬ ਨੂੰ ਕਿਹਾ, ਚੰਨੀ ਸਾਹਿਬ ਨਹੀਂ ਤੁਰੇ, ਤੇ ਇਧਰੋਂ ਵੀ ਤੇ ਪ੍ਰਧਾਨ ਜੀ ਨੂੰ ਕਹਿਣਾ ਹੈ। ਹੁਣ ਹੋ ਸਕਦਾ ਪ੍ਰਧਾਨ ਜੀ ਨੇ ਆਪ ਹੀ ਕਹਿ ਤਾ ਵੀ ਨਹੀਂ ਚੰਦੂ ਮਹਾਰਾਜ ਸਾਹਿਬ ਤੁਸੀਂ ਵੇਖ ਲਿਓ, ਫਿਰ ਤੁਸੀਂ ਦਿੱਲੀ ਆਉਣੇ ਜਾਣੇ ਰਹਿੰਦੇ। ਆਹੋ, ਕਿਉਂਕਿ ਗੱਲ ਇਹ ਆ ਵੀ ਹੁਣ ਕਾਰਨ ਹੈ, ਦੋ ਗੱਲਾਂ ਨੇ ਨਾ, ਜੇ ਤੇ ਆ ਜਾਖੜ ਸਾਹਿਬ ਵਾਲੀ ਗੱਲ ਕਰਨੀ ਤੇ ਫਿਰ ਉਹ ਹੁਣ ਜਾਖੜ ਸਾਹਿਬ ਨੂੰ ਸਿਆਣਾ ਕਿੱਦਾਂ ਕਹਿੰਦੇ, ਕਿਉਂਕਿ ਲੋਕਾਂ ਨੂੰ ਅਜੇ ਉਹ ਬੋਰ ਵਾਲੀ ਰੈਲੀ ਤੇ ਜਾਖੜ ਸਾਹਿਬ ਦੇ ਪਿੰਡ ਵਾਲਾ ਧਰਨਾ ਚੇਤੇ ਹੀ ਆ, ਵੱਲ ਵੀਡੀਓ ਅਜੇ ਵੀ ਤੁਰੀ ਤਰੀ ਫਿਰਦੀ ਨਹੀਂ ਉੱਥੇ ਕੀ ਕੁਛ ਕਿਹਾ ਸੀ ਜਾ ਕੇ। ਦੂਜੀ ਗੱਲ ਇਹ ਵੀ ਹੈ ਵੀ ਜੇ ਕੱਲ ਨੂੰ ਉਹਨਾਂ ਦੇ ਨਾਲ ਹੀ ਜਿਨ੍ਹਾਂ ਨੇ ਪੰਜਾਬ ਨਾਲ ਧੱਕਾ ਕੀਤਾ ਹੈ, ਮੈਂ ਉੱਚੀ ਨਾ ਬੋਲਦਾ, ਰਲ ਕੇ ਧੱਕਾ ਲਾਉਣਾ ਪੈ ਗਿਆ ਤਾਂ ਫਿਰ ਔਖਾ ਹੋ ਜਾਊਗਾ। ਜੇ ਕੱਲ ਨੂੰ ਗੱਠਜੋੜ ਵਾਲੀ ਗੱਲਬਾਤ ਹੋ ਗਈ ਤੇ ਫਿਰ ਕਹਿਣ ਵਾਲੇ ਤੇ ਬਣਾਂਗੇ ਨਹੀਂ ਜੀ ਨਹੀਂ, ਉਹ ਅਸੀਂ ਤੇ ਸਾਨੂੰ ਤੇ ਪਤਾ ਹੀ ਉਦੋਂ ਲੱਗਾ ਜਦੋਂ ਚੰਦੂ ਮਾਜਰਾ ਸਾਹਿਬ ਪ੍ਰੈਸ ਕਾਨਫਰੰਸ ਕਰਕੇ, ਜੇ ਕਿਤੇ ਮੈਨੂੰ ਦੱਸ ਕੇ ਕਰਦੇ ਮੈਂ ਵਰਜ ਦੇਣਾ। ਤੁਸੀਂ ਦੇਖੋ ਹੁਣ ਚੰਦੂ ਮਾਜਰਾ ਸਾਹਿਬ ਦਾ ਵਰਜਦੇ ਆ ਕਿ ਨਹੀਂ ਵਰਜਦੇ ਉਹ ਤਾਂ ਪਤਾ ਨਹੀਂ। ਉਧਰੋਂ ਨਵਜੋਤ ਸਿੰਘ ਸਿੱਧੂ ਹੋਰੀ ਵੀ ਬੋਲੇ, ਉਹ ਕਹਿੰਦੇ ਧੱਕਾ ਹੋਇਆ ਸਹਿਣ ਨਹੀਂ ਕਰਨਾ। ਭਗਵੰਤ ਮਾਨ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ, ਪ੍ਰੈਸ ਨੋਟ ਵੀ ਜਾਰੀ ਕੀਤਾ, ਉਹ ਕਹਿੰਦੇ ਜੀ ਗੱਲ ਇੱਦਾਂ, ਇਹਨਾਂ ਦਾ ਕੰਮ ਹੀ ਇਹ ਹੈ ਜੇ ਸਾਡੀ ਸਰਕਾਰ ਆ ਗਈ ਤਾਂ ਸੁਪਰੀਮ ਕੋਰਟ ਤੋਂ ਲੈ ਕੇ ਥੱਲੇ ਤੱਕ ਲੜਾਈ ਲੜਾਂਗੇ। ਯਾਨੀ ਕਿ ਜੇ ਗਲੀਆਂ 'ਚ ਉਤਰਨਾ ਪਿਆ ਉੱਥੇ ਵੀ ਉਤਰਾਂਗੇ, ਜੇ ਸੁਪਰੀਮ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਵੀ ਜਾਵਾਂਗੇ। ਇਹ ਤਾਂ ਕਹਿੰਦੇ ਸਮੇਂ ਦੀਆਂ ਸਰਕਾਰਾਂ ਦੀ ਨਲਾਇਕੀ ਹੈ ਕਿ ਜਦੋਂ ਅਗਲਿਆਂ ਨੇ ਫੈਸਲਾ ਕਰ ਦਿੱਤਾ ਤਾਂ ਫੈਸਲੇ ਦੇ ਖਿਲਾਫ ਉਹ ਤੁਰਦੇ ਕਿਉਂ ਨਹੀਂ। ਅਸੀਂ ਤਾਂ ਕਹਿੰਦੇ ਆਪਣੇ ਤੌਰ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸੰਘੀ ਢਾਂਚਾ ਜਿਹੜਾ ਉਹ ਬਰਕਰਾਰ ਰਹੇ। ਹੁਣ ਅਕਾਲੀ ਵੀ ਕਹਿੰਦੇ, ਕਾਂਗਰਸ ਦਾ ਪ੍ਰਧਾਨ ਵੀ ਕਹਿ ਗਿਆ, ਆਮ ਆਦਮੀ ਪਾਰਟੀ ਵਾਲੇ ਵੀ ਕਹਿ ਗਏ। ਢੀਂਡਸਾ ਸਾਹਿਬ ਨੇ ਦਿੱਲੀ ਜਾਣਾ ਸੀ, ਮੁੜ ਕੇ ਉਹਨਾਂ ਨੇ ਦੱਸਿਆ ਨਹੀਂ ਵੀ ਜਾ ਆਏ ਮਿਲ ਆਏ, ਜੇ ਮਿਲੇ ਆ ਤਾਂ ਫਿਰ ਕੀ ਲੈ ਕੇ ਗਏ, ਕੀ ਲੈ ਕੇ ਆਏ, ਉਧਰਲੇ ਪਾਸਿਓਂ ਸੁਨੇਹਾ। ਹੁਣ ਉਹ ਸਾਰਾ ਹਿਸਾਬ ਕਿਤਾਬ ਨਹੀਂ ਸਮਝ ਆਉਂਦਾ। ਬਾਕੀ ਸਾਰਿਆਂ ਨੇ ਗੱਲ ਕਲੀਅਰ ਕਰਤੀ ਹੈ। ਨਹੀਂ ਚਲੋ ਲਗਭਗ ਹੋ ਹੀ ਗਈ ਆ। ਕੈਪਟਨ ਸਾਹਿਬ ਨੇ ਕੁਝ ਕਿਹਾ ਕਿ ਨਹੀਂ ਕਿਹਾ ਜੀ? ਇਹ ਤਾਂ ਤੁਹਾਨੂੰ ਪਤਾ ਹੋਣਾ। ਨਹੀਂ ਮੈਂ ਸੰਪਰਕ ਹੋਇਆ ਨਹੀਂ ਨਾ, ਤਦੇ ਆ ਤੁਹਾਡੇ ਨਾਲ ਨਹੀਂ ਹੋਇਆ, ਸਾਨੂੰ ਕਿਤੇ ਪਤਾ ਲੱਗਣਾ। ਨਹੀਂ ਮੈਂ ਤਾਂ ਕੁਦਰਤੀ ਸੋਚਦਾ ਸੀ ਵੀ ਇੱਕ ਅੱਧਾ ਬਿਆਨ ਜਿਹਾ ਉਹ ਦਿੰਦੇ ਹੁੰਦੇ ਆ, ਜਾਂ ਫਿਰ ਉਹ ਵੀ 10 ਉਡੀਕ ਦੇਣ ਵੀ ਇੱਕ ਰਾਂ ਥੋੜ੍ਹਾ ਪਤਾ ਲੱਗ ਹੀ ਜਾਵੇ ਵੀ ਜੇ ਤੇ ਉਦੋਂ ਕੋਈ ਗੱਲ ਬਣੀ ਤੇ ਠੀਕ ਹੈ, ਨਹੀਂ ਤੇ ਫਿਰ ਉਹ ਇਹ ਵੀ ਕਹਿ ਸਕਦੇ ਮੈਂ ਤੇ ਰਿਜ਼ਲਟ ਹੀ ਉਡੀਕਦਾ ਹਾਂ ਜੀ, ਵੀ ਲੋਕਾਂ ਦਾ ਧਿਆਨ ਇੱਕ ਰਾਂ ਪਾਸੇ ਹਟ ਜਾਵੇ ਤਾਂ ਜੋ ਆਪਾਂ ਲੜਾਈ ਲੜ ਸਕੀਏ ਪੰਜਾਬ ਦੇ ਹੱਕਾਂ ਦੇ ਲਈ। ਨਹੀਂ ਇੱਦਾਂ ਹੀ ਆ। ਤੇ ਜੇ ਮੈਂ ਤਾਂ ਕਈ ਵਾਰ ਸੋਚਦਾ ਨਾ ਵੀ ਜੇ ਕਿਤੇ ਪੰਜਾਬ ਵਿਚਾਰਾ ਪਾਸੇ ਬੈਠਾ ਇਹਦਾ ਲੀਡਰ ਨਾਲ ਦੇਖਦਾ ਹੋਵੇ ਨਾ, ਉਹ ਤੇਰਾ ਜੀ ਭੈਣਾ ਜਿਹਾ ਵੇਖੀ ਜਾਂਦਾ ਨਾ ਵੀ ਅੱਛਾ ਠੀਕ ਆ ਤੇਰੇ ਹਿਸਾਬ ਨਾਲ ਹੋ ਗਿਆ ਨਾ ਧੱਕਾ ਨੂੰ ਤੂੰ ਵੀ ਉਹ ਅੱਛਾ ਆ ਗਿਆ ਚੇਤਾ ਹੈ ਨਾ, ਉਹ ਵੀ ਵਿਚਾਰਾ ਹੋ ਸਕਦਾ। ਮਤਲਬ ਤੁਸੀਂ ਇਹ ਦੇਖੋ ਵੀ ਸਫੈਦਾ ਇੱਕ ਕੱਚਾ ਜਿਹਾ ਪਿਆ ਉੱਥੇ ਬਿਨਾਂ ਬ੍ਰੇਕਾਂ ਵਾਲਾ ਸਾਈਕਲ ਹੈ ਤੇ ਉਹ ਲੈ ਕੇ ਪੰਜਾਬ ਬੈਠਾ ਵਿਚਾਰਾ। ਨਹੀਂ ਮੈਂ ਕਹਿੰਦਾ ਵੀ ਕੋਈ ਤੇ ਬੋਲੋ ਮੇਰੇ ਹੱਕ 'ਚ। ਮੈਂ ਤਾਂ ਸੋਚਦਾ ਹੋਣਾ ਕਿ ਪੰਜਾਬ ਜਦੋਂ ਇੱਕ ਪਾਸੇ ਬੈਠਾ ਤੇ ਉੱਥੇ ਜਦੋਂ ਐਂ ਤਕੜੀ ਲੜਾਈ ਲੜਨ ਜਾਂਦੇ ਉਹਨੇ ਢੀਂਡਸਾ ਸਾਹਿਬ ਤੇ ਪੰਜਾਬ ਕਹਿੰਦਾ ਢੀਂਡਸਾ ਸਾਹਿਬ ਮਿਨਿਸਟਰ ਤੇ ਇੱਕ ਵਾਰੀ ਤੁਸੀਂ ਵੀ ਬਣੇ ਸੀ, ਮੇਰੇ ਕੋਲ ਖੇਡਾਂ ਦਾ ਡਿਪਾਰਟਮੈਂਟ ਸੀ। ਫਿਰ ਉਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੇ ਹੁਣੇ ਧੱਕਾ ਹੋਇਆ, ਬੀਬੀ ਜੀ ਮੰਤਰੀ ਤਾਂ ਤੁਸੀਂ ਵੀ ਰਹੇ ਸੀ। ਇੱਧਰਲੇ ਪਾਸਿਓਂ ਕਿਤੇ ਬੀਬੀ ਪ੍ਰਨੀਤ ਕੌਰ ਜੀ ਤੁਰੇ ਜਾਂਦੇ ਹੋਣੇ, ਬੀਬੀ ਜੀ ਮੇਰਾ ਖਿਆਲ ਮੰਤਰੀ ਤਾਂ ਤੁਸੀਂ ਵੀ ਰਹੇ ਸੀ। ਹੋਰ ਕਈ ਬੰਦੇ ਜਾਣੀ ਜਿਹੜੇ ਕਿ ਉੱਥੇ ਮਿਨਿਸਟਰ ਰਹੇ ਨੇ ਕੇਂਦਰ ਦੇ ਵਿੱਚ, ਆਪਾਂ ਹੁਣ ਸਾਰਿਆਂ ਦੇ ਨਾਂ ਨਹੀਂ ਲੈਣੇ। ਹੁਣ ਉਹ ਜਿੰਨੇ ਵੀ ਬੰਦੇ ਉਹ ਸਾਰੇ ਜਣ ਲੱਗਦੇ ਨੇ ਯਾਰ ਇਹ ਰਹੇ ਵੀ ਉੱਥੇ ਹੀ ਆ, ਲੜਾਈ ਵੀ ਕਹਿੰਦੇ ਲੜਦੇ ਆ, ਧੱਕਾ ਪਤਾ ਨਹੀਂ ਕੌਣ ਕਰੀ ਜਾਂਦਾ ਵੇ। ਇਹ ਇਮੈਜਨ ਆਪਾਂ ਫਿਰ ਉੱਦਾਂ ਹੀ ਕਰ ਲੈਂਦੇ ਵੀ ਪੰਜਾਬ ਤੁਸੀਂ ਦੇਖੋ ਵੀ ਪੰਜਾਬ ਦੇ ਹਿਸਾਬ ਨਾਲ ਵੀ ਸਾਈਕਲ ਤੇ ਬਿਨਾਂ ਬ੍ਰੇਕਾਂ ਵਾਲਾ ਸਾਈਕਲ ਪੰਜਾਬ ਜਾ ਰਿਹਾ, ਉਹਦੇ ਤੇ ਕੱਚੇ ਪਏ ਤੇ ਧੂੜਾਂ ਪੱਟਦੀਆਂ ਲਾਲ ਬੱਤੀ ਵਾਲੀਆਂ ਢੂੰ ਕਰਦੀਆਂ ਗੱਡੀਆਂ ਲੰਘੀਆਂ ਨੇ, ਉਹਨਾਂ 'ਚੋਂ ਕਿਸੇ ਗੱਡੀ ਦੇ ਘੱਟੇ ਘੁੱਟੇ ਨਾਲ ਉਸ ਡਿੱਗ ਪਿਆ ਪੰਜਾਬ ਵਿਚਾਰਾ। ਤੇ ਅਚਾਨਕ ਉਹਨੇ ਝੁੱਗਾ ਝਾੜ ਕੇ ਦੂਰ ਤੱਕ ਵੇਖਿਆ ਤੇ ਉਹਨੂੰ ਪਤਾ ਨਹੀਂ ਲੱਗਾ ਵੀ ਗੱਲ ਕੀ ਹੋਈ। ਫਿਰ ਕਿਸੇ ਨੇ ਦੱਸਿਆ ਵੀ ਇਹਦੇ ਬਚਾਉਣ ਚੱਲੀਆਂ ਤੈਨੂੰ, ਗੱਡੀਆਂ ਦੇ ਵਿੱਚ ਲੀਡਰ ਗਏ ਨੇ ਤੈਨੂੰ ਬਚਾਉਣ ਦੇ ਲਈ। ਫਿਰ ਵਿਚਾਰਾ ਹੌਕਾ ਜਿਹਾ ਭਰ ਕੇ ਲੀੜੇ ਲੂੜੇ ਝਾੜ ਕੇ ਵਿਚਾਰਾ ਸਾਈਕਲ ਤੇ ਚੜ੍ਹ ਗਿਆ ਫਿਰ ਪੰਜਾਬ। ਉਹ ਕਹਿੰਦਾ ਕਿਤੇ ਤੇ ਮੈਂ ਪਹੁੰਚੂੰਗਾ ਹੀ ਨਾ। ਨਹੀਂ ਮੈਨੂੰ ਹੋਰ ਲੱਗਦਾ ਪੰਜਾਬ ਸਾਈਕਲ ਤੇ ਜਾਂਦਾ ਸੀ, ਉਹਨੂੰ ਕਿਸੇ ਨੇ ਧੱਕਾ ਮਾਰਿਆ, ਪੰਜਾਬ ਡਿੱਗ ਪਿਆ, ਕਿੰਨੇ ਜਾਣੇ ਭੱਜੇ ਆਉਣ ਉਹਨੂੰ ਲੱਗਾ ਮੈਨੂੰ ਬਚਾਉਣ ਆਉਂਦੇ ਆ, ਉਹਨੇ ਅੱਖਾਂ ਮੀਟ ਲਈਆਂ ਕਿ ਹੁਣ ਤਾਂ ਬਚ ਗਿਆ। ਜਦੋਂ 2 ਸਕਿੰਟ ਬਾਅਦ ਖੋਲ ਕੇ ਦੇਖਿਆ ਉਹ ਤਾਂ ਸਾਈਕਲ ਹੀ ਚੱਕ ਕੇ ਲੈ ਗਿਆ ਬੰਦੇ। ਮੈਂ ਨਹੀਂ ਕਹਿੰਦਾ ਉਹ ਜਿਹੜਾ ਲੈ ਗਿਆ ਉਹ ਲੈ ਗਿਆ ਹੋਣਾ, ਦੂਸਰੇ ਲਾਗੋਂ ਆਖੀ ਜਾਂਦੇ ਨੇ ਸਾਨੂੰ ਪਤਾ ਹੈ ਵੀ ਇਹਨੇ ਤੇਰਾ ਸਾਈਕਲ ਲੈ ਜਾਣਾ, ਜੋ ਕਿ ਇਹਨੂੰ ਪਹਿਲਾਂ ਕਹਿਣਾ ਵਿਸ਼ਾਲ ਮੈਂ ਹੱਥ ਦਾ ਮੈਂ ਵੀ ਪਾਇਆ ਸੀ ਪਰ ਉਹ ਧੂ ਕੇ ਲੈ ਗਿਆ। ਭਾਜਪਾ ਦੀ ਗੱਲ ਕਰ ਲਈਏ ਸੰਧਾਲੀਆ ਸਾਹਿਬ। ਨਹੀਂ ਬੜੀ ਜ਼ਰੂਰੀ ਹੈ। ਦੇਖੋ ਉਹਨਾਂ ਨੇ ਕਹਿ ਦਿੱਤਾ ਸਾਰਿਆਂ ਨੂੰ, ਕਹਿੰਦੇ 2024 ਦੀ ਤਿਆਰੀ ਕਰੋ, ਇਹੋ ਜਿਹੜਾ ਸਾਈਕਲ ਤੇ ਜਾਂਦਾ ਸੀ ਪੰਜਾਬ ਇਹ ਸਾਡੇ ਨਾਲ ਹੈ। ਤੁਸੀਂ ਦੇਖੋ ਸਾਰੀ ਵਿਧਾਨ ਸਭਾ ਦੀ ਚੋਣ 'ਚ ਭਾਰਤੀ ਜਨਤਾ ਪਾਰਟੀ ਬਾਰ-ਬਾਰ ਕਹਿੰਦੀ ਰਹੀ ਕਿ ਭਾਈ ਜਿਹੜੀ ਸਰਕਾਰ ਕੇਂਦਰ 'ਚ ਹੁੰਦੀ ਹੈ ਜੇ ਉਹਦੀ ਸਰਕਾਰ ਸੂਬੇ 'ਚ ਬਣ ਜਾਵੇ ਤਾਂ ਫਿਰ ਵਾਰੇ ਨਿਆਰੇ ਹੋ ਜਾਂਦੇ ਆ। ਤੁਸੀਂ ਇੱਕ ਵਾਰੀ ਮੌਕਾ ਤਾਂ ਦੇ ਕੇ ਦੇਖੋ ਪੰਜਾਬੀਓ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਗਈ ਤਾਂ ਰੋਡ ਮੈਪ ਇੰਨਾ ਕਹਿੰਦੇ ਤਕੜਾ ਬਣਾਇਆ, ਦੱਸਣਾ ਬਾਅਦ 'ਚ ਵੀ ਆਪਾਂ ਕਿਵੇਂ ਡਿਵੈਲਪਮੈਂਟ ਕਰਨੀ ਹੈ। ਉਹ ਭਾਰਤੀ ਜਨਤਾ ਪਾਰਟੀ ਹੁਣ ਵੋਟਾਂ ਦੀ ਗਿਣਤੀ ਤੋਂ ਠੀਕ ਪਹਿਲਾਂ ਬਹਿੰਦੀ ਹੈ। ਗਜੇਂਦਰ ਸਿੰਘ ਸ਼ੇਖਾਵਤ ਬਹਿੰਦੇ, ਅਸ਼ਵਨੀ ਸ਼ਰਮਾ ਸਾਹਿਬ ਪ੍ਰਧਾਨ ਸਾਹਿਬ ਬਹਿੰਦੇ ਆ,
73 ਦੇ 73 ਉਹਨਾਂ ਦੇ ਉਮੀਦਵਾਰ, ਇੱਥੋਂ ਤੱਕ ਕਿ ਬਹੁਤ ਸਾਰੇ ਜਿਹੜੇ ਵੱਖ-ਵੱਖ ਹਲਕਿਆਂ ਦੇ ਅਬਜ਼ਰਵਰ ਲਾਏ ਸੀ, ਉਹ ਵੀ ਲੰਬੀ ਚੌੜੀ ਬੈਠਕ। ਉੱਥੇ ਅਸ਼ਵਨੀ ਸ਼ਰਮਾ ਸਾਹਿਬ ਕਹਿੰਦੇ ਜੀ ਸਰਕਾਰ ਸਾਡੀ ਹੈ। ਚਲੋ ਗੱਲ ਸਮਝ ਆਉਂਦੀ ਹੈ, ਸਾਰੇ ਕਹਿੰਦੇ, ਉਹਨਾਂ ਨੇ ਵੀ ਕਿਹਾ। ਸ਼ੇਖਾਵਤ ਸਾਹਿਬ ਕਹਿੰਦੇ ਜੀ ਦੇਖੋ 10 ਤਰੀਕ ਨੂੰ ਨਤੀਜਿਆਂ ਦੀ ਆ ਡਿਊਟੀਆਂ, ਇੱਦਾਂ ਤੁਸੀਂ ਧਿਆਨ ਰੱਖਣਾ, ਇੱਦਾਂ ਪਹਿਲਾਂ ਫਾਰਮ ਭਰਨੇ ਆ, ਇੱਦਾਂ ਉੱਥੇ ਕਾਊਂਟਿੰਗ ਹੁੰਦੀ ਆ, ਜੇ ਇਤਰਾਜ਼ ਹੋਵੇ ਤੁਸੀਂ ਆ ਕਹਿਣਾ, ਐਨ ਪੂਰੀ ਸਕੂਲਿੰਗ। ਫਿਰ ਕਹਿੰਦੇ ਜਦੋਂ 11 ਤਰੀਕ ਨੂੰ 10 ਨੂੰ ਜਾ ਕੇ ਰਾਤ ਨੂੰ ਸੌ ਜਾਣਾ ਹੀ। 11 ਤਰੀਕ ਨੂੰ ਮਾਰਚ ਮਹੀਨੇ ਐਸੇ ਹੀ ਸਾਲ ਸਵੇਰੇ ਉੱਠ ਕੇ ਤੁਸੀਂ ਤਿਆਰੀ ਸ਼ੁਰੂ ਕਰ ਦੇਣੀ ਆ। 2022 ਤੋਂ ਬਾਅਦ ਜਦੋਂ 24 ਚ ਜਾ ਕੇ ਲੋਕ ਸਭਾ ਦੀਆਂ ਚੋਣਾਂ ਆਉਣੀਆਂ, ਆਪਾਂ ਸਾਰੀਆਂ ਸੀਟਾਂ ਜਿੱਤਣੀਆਂ। ਤੇ ਉਹ ਕਹਿੰਦੇ ਤੁਸੀਂ ਇੰਨੇ ਵਧੀਆ ਬੰਦੇ ਹੋ ਕਿ ਜਦੋਂ ਥਾਂ-ਥਾਂ ਤੇ ਵਿਰੋਧ ਹੋ ਰਿਹਾ ਸੀ, ਲੱਗਦਾ ਹੀ ਨਹੀਂ ਸੀ ਕਿਸੇ ਨੂੰ ਕਿ ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗ ਜਾਣਗੇ, ਤੁਸੀਂ ਸਰਕਾਰ ਬਣਾਉਣ ਦੇ ਕੰਢੇ ਤੇ ਲੈ ਆਏ ਕੰਮ। ਪਰ ਇੱਕ ਗੱਲ ਉਹਨਾਂ ਨੇ ਹੋਰ ਕਹਿਤੀ, ਕਹਿੰਦੇ ਤੁਸੀਂ ਨਾ ਹਰ ਪਿੰਡ 'ਚ ਭਾਰਤੀ ਜਨਤਾ ਪਾਰਟੀ ਦਾ ਝੰਡਾ, ਸਿਧਾਂਤ, ਵਿਚਾਰਧਾਰਾ ਗਈ ਹੈ, ਪਰ ਤੁਸੀਂ ਇੱਕ ਕੰਮ ਕਰਿਓ, ਨਾ ਪਿੰਡਾਂ ਦੀ ਲਿਸਟ ਜ਼ਰੂਰ ਬਣਾਇਓ ਜਿਨ੍ਹਾਂ ਪਿੰਡਾਂ 'ਚ ਭਾਰਤੀ ਜਨਤਾ ਪਾਰਟੀ ਦਾ ਬੂਥ ਨਹੀਂ ਲੱਗਾ, ਉੱਥੇ ਵੱਧ ਕੰਮ ਕਰਨ ਦੀ ਲੋੜ ਹੈ। ਆਪ ਹੀ ਮੰਨ ਗਏ। ਨਹੀਂ, ਪਰ ਇੱਕ ਗੱਲ ਆ, ਇਹ ਨਾ ਹੋਵੇ ਬਾਅਦ ਦੇ ਵਿੱਚ ਜਦੋਂ ਬੰਦੇ 2 ਲਿਸਟਾਂ ਲੈ ਕੇ ਆਉਣ ਤੇ ਉਹ ਆਖਣ ਵੀ ਪ੍ਰਧਾਨ ਜੀ ਆ ਗਏ ਜੀ, ਉਹ ਕਹਿੰਦੇ ਓਕੇ ਬੈਠੋ ਜੀ, ਚਾਹ ਪਾਣੀ ਕਹਿੰਦੇ ਜੀ ਛਕ ਲਿਆ, ਲਿਸਟਾਂ ਲੈ ਕੇ ਆਏ, ਉਹ ਕਹਿੰਦੇ ਹਾਂਜੀ। ਇੱਦਾਂ ਕਰੋ ਫਿਰ ਵੱਡੀ ਲਿਸਟ ਲਿਆਓ ਪਹਿਲਾਂ, ਕਹਿੰਦੇ ਨਹੀਂ ਪ੍ਰਧਾਨ ਜੀ ਇਹ ਨਾ ਲਓ, ਕਹਿੰਦੇ ਕੀ ਇਹ ਜੀ ਫਿਰ ਦੂਜੀ ਲਿਸਟ ਆ ਜਿਹਦੇ 'ਚ ਕਹਿੰਦੇ ਬੂਥ ਨਹੀਂ ਲੱਗੇ। ਮੈਨੂੰ ਹੋਰ ਲੱਗਦਾ ਹੀ ਇੱਕ ਲਿਸਟ ਹੋਰ ਬਣਾਓ ਜਿੱਥੇ ਬੂਥ ਲੱਗੇ ਆ ਤੇ ਫੋਟੋ ਜਾਂਦੀਆਂ ਹੁੰਦੀਆਂ ਕਿ ਭਾਈ ਆ ਦੇਖੋ ਬੂਥ ਦੇ ਉੱਤੇ 20 ਬੰਦੇ ਬੈਠੇ, 15 ਬੈਠੇ, ਸੋਸ਼ਲ ਮੀਡੀਆ ਤੇ ਪਾਉਂਦੇ, ਗਿਣਤੀ ਕਰ ਲੈਣ, ਮੁੜ ਕੇ ਦੇਖਣ ਕਿ ਉੱਥੇ ਵੋਟਾਂ ਕਿੰਨੀਆਂ। ਵੈਸੇ ਗੱਲ ਹੀ ਆ। ਹਾਂ ਨਹੀਂ, ਕਿਸੇ ਵੇਲੇ ਇਹ ਦੇਖੋ ਇਹ ਗੱਲ ਤੇ ਹੋਈ ਵੀ ਆ ਕਈਆਂ ਥਾਵਾਂ ਦੇ ਉੱਪਰ, ਜੇ ਨਹੀਂ ਯਕੀਨ ਤੇ ਆਪਣੇ ਬੰਦੇ ਨੂੰ ਪੁੱਛ ਲੈਣ ਬੀਜੇਪੀ ਵਾਲੇ, ਉਹ ਕਹਿੰਦੇ ਵੀ ਪਿੰਡ 'ਚ ਬੂਥ ਜ਼ਰੂਰ ਲੱਗਣਾ ਚਾਹੀਦਾ। ਤੇ ਬੂਥ ਲਾਉਣ ਲਈ ਕੋਈ ਔਖਾ ਕੰਮ ਨਹੀਂ ਹੈਗਾ, ਕਿਉਂਕਿ ਟੈਂਟ ਵਾਲੇ ਨੂੰ ਕਹਿਣਾ ਚਾਨਣੀ ਕਨਾਤ ਅਗਲੇ ਦੀ ਆ, ਬੈਂਚ ਅਗਲੇ ਦਾ, ਕੁਰਸੀਆਂ ਅਗਲੇ ਦੀਆਂ, ਤੇ 2 ਬੰਦੇ ਵੀ ਉਹਦੇ ਹੁੰਦੇ ਆ ਨਾ। ਉਹਨਾਂ ਨੂੰ ਕਹਿਣਾ ਕਿ ਤੁਸੀਂ ਸਾਰੀ ਦਿਹਾੜੀ ਨਾਲ ਹੀ ਹੋ, ਤੁਸੀਂ ਟੈਂਟ ਲਾਉਣ ਤੋਂ ਲਾਉਣ ਤੱਕ। ਉਹੀ ਤਾਂ ਕਹਿੰਦੇ ਆ ਵੀ ਉਹ ਬੰਦੇ ਵਿਚਾਰੇ ਉੱਥੇ ਬੈਠੇ ਰਹੇ, ਕਿਉਂਕਿ ਉਹ ਕਹਿੰਦੇ ਵੀ ਯਾਰ ਹੋਰ ਤੇ ਕੋਈ ਆਇਆ ਨਹੀਂ, ਅਸੀਂ ਆਪਣੀ ਰਾਖੀ ਤੇ ਕਰ ਲਈਏ, ਪਤਾ ਲੱਗੇ ਸ਼ਾਮ ਨੂੰ ਕੁਰਸੀਆਂ ਵੀ ਲੈ ਜੇ ਕੋਈ। ਸੋਹਣੇ ਕੱਪੜੇ ਲੱਤੇ ਧੋਤੇ ਪਾ ਕੇ ਆਉਣੇ ਆ। ਇਹ ਕਈ ਸਿਆਸੀ ਪਾਰਟੀਆਂ ਕਰਦੀਆਂ, ਕਈਆਂ ਨੂੰ ਔਖ ਹੁੰਦੀ ਆ। ਬਾਕੀ ਸੰਧਾਲੀਆ ਸਭ ਕੁੱਲ ਮਿਲਾ ਕੇ 10 ਚ ਕਿਹੜਾ ਹੁਣ ਗੋਡੇ ਆ, ਪਤਾ ਲੱਗ ਜਾਣਾ ਹੈ ਕਿ ਕਹਾਣੀ ਕਿੱਧਰ ਨੂੰ ਹੈ, ਮਾਹੌਲ ਕਿੱਧਰ ਨੂੰ ਹੈ। ਬਾਕੀ ਪੰਜਾਬ ਦੇ ਨਾਲ ਧੱਕਾ ਸਾਡੇ ਲੀਡਰ ਰੋਕਣਗੇ, ਕੌਣ ਰੋਕੂਗਾ, ਸਰਕਾਰ ਕਿਹਦੀ ਬਣਦੀ ਹੈ ਪਤਾ ਲੱਗੂ। ਪਰ ਐਤਕੀ ਜਿੱਦਾਂ ਐਫੀਡੇਵਿਟ ਦਿੱਤੇ ਸੀ ਲੀਡਰਾਂ ਨੇ, ਜਿੱਦਾਂ ਉਹਨਾਂ ਦੀ ਪ੍ਰਾਪਰਟੀ ਛਾਲਾਂ ਮਾਰਦੀ ਵਧੀ ਸੀ, ਬਹੁਤ ਸਾਰੇ ਲੋਕ ਕਹਿੰਦੇ ਹੋਣੇ ਯਾਰ ਧੱਕਾ ਰੋਕਣ ਲਈ ਸਾਨੂੰ ਵੀ 5-7 ਸਾਲ ਮੌਕਾ ਦਿਓ, ਅਸੀਂ ਵੀ ਪੰਜਾਬ ਦਾ ਧੱਕਾ ਰੋਕੀਏ। ਹਾਂ, ਇਹ ਬੜਾ ਜ਼ਰੂਰੀ ਹੈ, ਕਿਉਂਕਿ ਉਹ ਕਹਿੰਦੇ ਜੀ ਵੀ ਜੇ ਤੁਸੀਂ ਆਪਣੇ ਨਾਲ ਹੁੰਦਾ ਧੱਕਾ ਰੋਕਣਾ ਚਾਹੁੰਦੇ ਹੋ ਕੀ ਕਰੋ, ਕਹਿੰਦੇ ਪਹਿਲਾਂ ਪੰਜਾਬ ਨਾਲ ਹੁੰਦਾ ਧੱਕਾ ਰੋਕੋ, ਆਪਣਾ ਵੀ ਤੁਹਾਡੇ ਵਾਲੇ ਧੱਕੇ ਮੁੱਕ ਜਾਣੇ ਆ। ਅੱਛਾ, ਇਹ ਸਾਰੇ ਕੁਛ 'ਚ ਜਿਹੜੀ ਇੱਕ ਚਰਚਾ ਇਹ ਵੀ ਆ ਕਿ ਵੀ ਆਂਦੇ ਸ਼ਾਇਦ ਸਿੱਧੂ ਸਾਹਿਬ ਨਹੀਂ ਰਹਿਣਗੇ ਨਾਲ ਕਾਂਗਰਸ ਦੇ, ਚਰਚਾ ਹੀ ਨਹੀਂ ਕਹਿੰਦੇ ਵੀ ਇੱਦਾਂ ਪਤਾ ਨਹੀਂ ਹੁਣ ਕਿਹਨੇ ਚਲਾਈ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਇਹਦਾ ਗੱਠਜੋੜ ਇਹਦੇ ਨਾਲ ਹੋ ਜਾਣਾ। ਭਾਜਪਾ ਵਾਲਿਆਂ ਨੇ ਕਹਿਤਾ ਕਿ ਅਕਾਲੀਆਂ ਨਾਲ ਗੱਠਜੋੜ ਦੇ ਕੋਈ ਅਸਾਰ ਨਹੀਂ। ਠੀਕ ਹੈ ਜੀ। ਹੁਣ ਲੋਕਾਂ ਨੇ ਕਿਉਂਕਿ ਪੱਤਰਕਾਰ ਭਾਈਚਾਰੇ ਨੇ ਵੀ 10 ਤਰੀਕ ਤੱਕ ਗੱਲ ਕਰਨੀ ਆ, ਫਿਰ ਕੋਈ ਨਾ ਕੋਈ ਗੱਲ ਕਰਨਗੇ ਤਾਂ ਲੋਕ ਸੁਣਨਗੇ। ਇੱਥੇ ਤਾਂ ਬੜੇ ਲੋਕਾਂ ਨੇ ਇੱਦਾਂ ਦੀਆਂ ਵੀ ਗੱਲਾਂ ਕੀਤੀਆਂ ਸੀ ਜੀ, ਗੱਠਜੋੜ ਪਹਿਲਾਂ ਹੀ ਹੋ ਚੱਲਿਆ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਜਿਹੜੀ ਪੰਜਾਬ ਲੋਕ ਕਾਂਗਰਸ ਆ, ਉਹਦੇ ਬਾਲਿਆਂ ਵਾਲੀ ਸਾਹਿਬ ਇੱਕ ਸਪੋਕਸਪਰਸਨ ਨੇ, ਵੱਡੇ ਬੰਦੇ ਨੇ, ਉਹ ਕਹਿੰਦੇ ਜੀ ਹੁਣ ਤਾਂ ਜੋਧਪੁਰ ਦੇ ਵਿੱਚ ਹੀ ਕਾਂਗਰਸੀ ਪੰਜਾਬ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀਆਂ ਫੋਟੋ ਲੱਗਿਆ ਕਰਨੀਆਂ, ਪੋਸਟਰ ਬੈਨਰ ਉੱਥੇ ਲੱਗਣੇ ਆ। ਕਿਸੇ ਨੇ ਪੁੱਛ ਪੱਤਰਕਾਰਾਂ ਕਹਿੰਦੇ ਇਦਾਂ ਕਾ ਤੋਂ, ਉਹ ਕਹਿੰਦੇ ਸਾਰੇ ਹੀ ਤਾਂ ਪਰਿਵਾਰ ਸਮੇਤ ਉੱਥੇ ਲੈ ਗਏ ਆ, ਸਾਰੇ ਹੀ ਬੰਦੇ ਉੱਥੇ ਆ। ਦਾਰਜੀਲਿੰਗ ਕਹਿੰਦੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੈਸਟ ਬੰਗਾਲ 'ਚ ਚਲੇ ਜਾਣਾ, ਬੀਬੀ ਮਮਤਾ ਬੈਨਰਜੀ ਦੀ ਸਰਕਾਰ ਹੈ। ਸਵਾਲ ਉਹਨਾਂ ਨੇ ਇਹ ਪੁੱਛਿਆ ਸੀ, ਉਹ ਕਹਿੰਦੇ ਜੀ ਐਵੇਂ ਰੈਸਕਿਊ ਆਪਰੇਸ਼ਨ ਤੁਸੀਂ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਕਾਹਤੋਂ ਚਲਾਤਾ, ਇਹ ਦੱਸੋ ਤੁਸੀਂ, ਤੁਹਾਨੂੰ ਡਰ ਕਾਹਦਾ। ਕਈ ਕਾਂਗਰਸੀ ਕਹਿੰਦੇ ਯਾਰ ਰਿਜ਼ੋਰਟ ਦਾ ਨਾਂ ਵੀ ਦੱਸ ਦਿਓ, ਅਸੀਂ ਵੀ ਉੱਥੇ ਚਲ ਜਾਈਏ, ਅਸੀਂ ਤੇ ਤੁਹਾਡੇ ਪਿੰਡਾਂ 'ਚ ਤੁਰੇ ਫਿਰਦੇ ਆ। ਇਦਾਂ ਹੀ ਅੰਦਾਜ਼ੇ ਆਪੋ ਆਪਣੇ ਤੌਰ ਤੇ ਲੱਗਦੇ ਆ। ਇਹ ਗੱਲ ਠੀਕ ਹੈ ਕਿ ਸਿੱਧੂ ਸਾਹਿਬ ਹੁਣ ਬਹੁਤੇ ਟਵੀਟ ਨਹੀਂ ਕਰ ਰਹੇ। ਇਹ ਗੱਲ ਠੀਕ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਾਂਗਰਸ ਪਾਰਟੀ ਦੀ ਕੋਈ ਖਾਸ ਮੀਟਿੰਗ ਨਹੀਂ ਕੀਤੀ, ਪਰ ਆਪਾਂ 2 ਦਿਨ ਪਹਿਲਾਂ ਕਿਹਾ ਸੀ ਕਿ ਉਹਨਾਂ ਨੇ ਕਾਂਗਰਸ ਪਾਰਟੀ 'ਚ ਕੁਝ ਨਿਯੁਕਤੀਆਂ ਕੀਤੀਆਂ, BBMP ਦੇ ਮੁੱਦੇ ਦੇ ਉੱਤੇ ਵੀ ਬੋਲੇ ਆ। ਹੋਰ ਕਿਹੜੀ ਪਾਰਟੀ ਹੈ ਜਿਹੜੀ ਪਾਰਟੀ ਦੇ ਵਿੱਚ ਲੀਡਰ ਕਿਤੇ ਬਹੁਤ ਜ਼ਿਆਦਾ ਸਰਗਰਮ ਨੇ? ਹਾਂ, ਕਿਉਂਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਸੀ ਬਣ ਸਕੇ, ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੀ ਇੱਕ ਮੀਟਿੰਗ 'ਚ ਨਹੀਂ ਸੀ ਗਏ, ਪਰ ਬਿਲਕੁਲ ਕਿਸੇ ਤਰ੍ਹਾਂ ਦੇ ਕੋਈ ਅਸਾਰ ਨਹੀਂ ਕਿ ਉਹ ਕਾਂਗਰਸ ਪਾਰਟੀ ਤੋਂ ਅੱਗੇ ਪਿੱਛੇ ਹੋਣਗੇ, ਕਿਉਂਕਿ ਅੱਗੇ ਪਿੱਛੇ ਹੋ ਕੇ ਜਾਣਾ ਕਿੱਥੇ ਆ। ਹਾਂ ਨਹੀਂ, ਇਹ ਗੱਲ ਹੈਗੀ ਆ। ਦੂਜੀ ਗੱਲ ਇਹ ਵੀ ਆ ਨਾਲ ਦੀ ਨਾਲ ਕਿ ਵੀ ਇਸ ਚਰਚਾ ਦਾ ਹੁਣ ਕਿਸੇ ਪਾਸੇ ਵੀ ਕੋਈ ਬਹੁਤਾ ਫਰਕ ਨਹੀਂ ਪੈਣਾ, ਕਿਉਂਕਿ ਪਹਿਲਾਂ ਤਾਂ ਇਹ ਚਰਚਾ ਚਲਾ ਕੇ ਜੇ ਮੰਨ ਲਓ ਵਿਰੋਧੀਆਂ ਦੀ ਗੱਲ ਕਰੀ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਇਹ ਬੈਨੀਫਿਟ ਹੋ ਸਕਦਾ ਵੀ ਕਾਂਗਰਸ ਨੂੰ ਨੁਕਸਾਨ ਹੋ ਜੂ ਜੀ। ਕਾਂਗਰਸ ਦੇ ਅੰਦਰੂਨੀ ਧੜਿਆਂ ਦੇ ਵਿੱਚ ਇਹ ਚਰਚਾ ਚਲਾ ਕੇ ਬੈਨੀਫਿਟ ਹੋ ਸਕਦਾ ਵੀ ਜਿਹੜੇ ਬੰਦੇ ਉਸ ਧੜੇ ਨਾਲ ਜੁੜਦੇ ਹੌਲੀ ਹੌਲੀ ਖਿਸਕ ਕੇ
ਆਪਣੇ ਬਾਕੀ ਜਿਹੜੇ ਰਾਹ ਨੇ ਉਹ ਲੱਭਣ ਵੀ ਨਹੀਂ ਯਾਰ ਇੱਧਰ ਗੱਲ ਨਹੀਂ ਪਤਾ ਵੀ ਇਹ ਬੰਦਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਆਪਾਂ ਇੱਧਰ ਚੱਲ ਜਾਈਏ, ਹੁਣ ਉਹ ਵੀ ਕੋਈ ਫਾਇਦਾ ਨਹੀਂ। ਤੀਸਰੀ ਗੱਲ ਇਹਦੇ 'ਚ ਇਹ ਚਰਚਾ ਜਾ ਕਿ ਵੀ ਜੇ ਮੰਨ ਲਓ 10 ਤਰੀਕ ਤੋਂ ਬਾਅਦ ਨੌਬਤ ਆ ਜਾਂਦੀ ਦਿੱਲੀ ਵਾਲੀ, ਅਤੇ ਦਿੱਲੀ ਵਾਲੀ ਨੌਬਤ ਦੇ ਵਿੱਚ ਹੁਣ ਤੱਕ ਤਾਂ ਇਹੀ ਇੱਕ ਐਂਗਲ ਜੁੜਦਾ ਸੀ ਨਾ ਵੀ ਹਾਂਜੀ ਉਹ ਭਾਈ ਸਾਹਿਬ ਬੀਜੇਪੀ ਆਊਗੀ, ਬੀਜੇਪੀ ਦੇ ਨਾਲ ਕੈਪਟਨ ਸਾਹਿਬ, ਢੀਂਡਸਾ ਸਾਹਿਬ, ਅਕਾਲੀ ਦਲ ਜੁੜ ਜੂ, ਬਸਪਾ ਤੇ ਹੈਗੀ ਆ, ਨਾ ਕਾਂਗਰਸ ਦੀ ਅਤੇ ਨਾ ਆਪ ਦੀ ਸਰਕਾਰ ਬਣਨੀ। ਪਰ ਇੱਕ ਐਂਗਲ ਇਹ ਵੀ ਤਾਂ ਹੈ ਨਾ ਵੀ ਜੇ ਕਾਂਗਰਸ ਕੋਲ ਵੀ ਥੋੜ੍ਹੇ ਬਹੁਤੇ ਹੋਏ ਅਤੇ ਆਮ ਆਦਮੀ ਪਾਰਟੀ ਵਾਲਿਆਂ ਕੋਲ ਵੀ ਥੋੜ੍ਹੇ ਬਹੁਤੇ ਹੋਏ, ਅਤੇ ਦਿੱਲੀ ਵਾਲੀ ਗੱਲ ਮੈਂ ਤਾਂ ਜੋੜਨ ਡਿਆ ਵੀ ਜਿਹੜੀ ਪਹਿਲੀ ਵਾਰਾਂ AK-49 ਸਰਕਾਰ ਬਣੀ ਸੀ ਉਹ ਤਾਂ ਫਿਰ ਕਾਂਗਰਸ ਨਾਲ ਗੱਠਜੋੜ ਕਰਕੇ ਹੀ ਬਣੀ ਸੀ ਆਮ ਆਦਮੀ ਪਾਰਟੀ ਦੀ। ਦੇਖੋ ਪਰਹੇਜ਼ ਐਤਕੀ ਕਿਸੇ ਨੇ ਹੋਣਾ, ਕਿਉਂਕਿ ਦਵਾਈ ਬਦਲ ਕੇ ਲੈ ਦੀ ਨਾ, ਡਾਕਟਰ ਸਾਹਿਬ ਪਹਿਲਾਂ ਇੱਕ ਦਵਾਈ ਦਿੰਦੇ ਆ, ਕੋਈ ਵੀ ਸਿਆਸੀ ਪਾਰਟੀ ਹੋਵੇ, ਉਹ ਕਹਿੰਦੇ ਜੀ 3 ਦਿਨ ਖਾਣੀ ਆ ਅਤੇ ਚੌਥੇ ਦਿਨ ਆ ਕੇ ਦਿਖਾਉਣਾ ਹੀ, ਅਤੇ ਰੋਟੀ ਪਾਣੀ ਨਹੀਂ ਛੱਕ ਕੇ ਆਉਣਾ। ਜੇ ਤਾਂ ਫਰਕ ਹੋਵੇ ਠੀਕ ਹੈ, ਜੇ ਨਾ ਫਰਕ ਹੋਵੇ ਉਹ ਕਹਿੰਦੇ ਕੋਈ ਗੱਲ ਨਹੀਂ ਦਵਾਈ ਬਦਲ ਦਿੰਦੇ ਆ, ਗਲੂਕੋਜ਼ ਲਾ ਦਿੰਦੇ ਆ, ਕੋਈ ਨਾ ਕੋਈ ਉਹਨਾਂ ਨੇ ਜੁਗਾੜ ਐਸਾ ਕਰ ਦੇਣਾ ਕਿ ਬੰਦੇ ਨੂੰ ਐਨ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਕਰਕੇ ਭੇਜਣਾ। ਇਸ ਕਰਕੇ ਪਹਿਲਾ ਰੋਗ ਦਾ ਹੱਲ ਹੈ ਕਿ ਬਹੁਮਤ ਮਿਲ ਜਾ, ਕਿਸੇ ਨੂੰ ਨਾ ਮਿਲਿਆ ਤੇ ਆਪਾਂ ਗੱਠਜੋੜ ਵਾਲੀ ਦਵਾਈ ਬਦਲ ਕੇ ਦੇ ਦੇਣੀ ਆ। ਤੇ ਜੇ ਉਹਦੇ ਵਿੱਚ ਵੀ ਕਿਸੇ ਨੂੰ ਲੱਗੇ ਨਹੀਂ ਜੀ ਮੇਰੇ ਗੈਸ ਬਣਦੀ ਆ, ਉਹ ਕਹਿੰਦੇ ਕੋਈ ਗੱਲ ਨਹੀਂ ਆਪਣੇ ਕੋਲੇ ਗੋਲੀ ਹੈਗੀ ਆ ਜਿਹਨੂੰ ਘੱਟੋ ਘੱਟ ਸਾਂਝਾ ਪ੍ਰੋਗਰਾਮ ਕਹਿੰਦੇ ਆ। ਜੇ ਉਹਦੇ ਨਾਲ ਵੀ ਗੱਲ ਨਹੀਂ ਬਣਦੀ ਕਿ ਨਹੀਂ ਜੀ ਨੀਂਦ ਨਹੀਂ ਆਉਂਦੀ, ਫਿਰ ਆਪਾਂ ਇੱਕ ਗੋਲੀ ਉਹਦੇ ਵਿੱਚ ਹੋਰ ਪਾ ਦਈਦੀ ਆ। ਪੰਜਾਬ ਦੇ ਵਡੇਰੇ ਹਿੱਤਾਂ ਦੀ ਖਾਤਰ, ਪੰਜਾਬ ਦੀ ਸਮਾਜਿਕ ਏਕਤਾ ਨੂੰ ਬਚਾਉਣ ਦੀ ਖਾਤਰ ਆਹ ਗੋਲੀ ਆਪਾਂ ਲੋਕਾਂ ਨੂੰ ਦੇ ਦੇਣੀ ਆ। ਹਾਂ, ਦੇ ਨਾਲ ਹੀ ਗੋਲੀ ਖਾਣ ਤੋਂ ਬਾਅਦ 5 ਸਾਲ ਲਈ ਬੰਦੇ ਸੈੱਟ। ਅੱਛਾ, ਇਹ ਅਜੇ ਸਾਰੇ ਕਿਆਫੇ ਨੇ ਜੀ, ਇਸ ਕਰਕੇ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਵੀ ਸਿੱਧੂ ਸਾਹਿਬ ਨੇ ਪਾਰਟੀ 'ਚ ਰਹਿਣਾ ਨਹੀਂ ਰਹਿਣਾ ਇਹ ਚਰਚਾ, ਗੱਠਜੋੜ ਕਿਹਦਾ ਕਿਹਦੇ ਨਾਲ ਹੋਣਾ ਇਹ ਚਰਚਾ, ਕਿਉਂਕਿ ਜਿਹੜੀ ਪੋਲੀਟੀਕਲ ਪਾਰਟੀ ਨੂੰ ਪੁੱਛੀ ਤਾਂ ਅਗਲਾ ਕਹਿੰਦਾ ਨਹੀਂ ਜੀ ਨਹੀਂ ਸਾਡੀਆਂ ਦੇ 80 ਸੀਟਾਂ। ਹੁਣ ਮੈਨੂੰ ਨਹੀਂ ਸਮਝ ਆਈ ਵੀ ਪਹਿਲਾਂ ਜਿਹੜਾ ਕਹਿਣਾ ਜਦੋਂ ਗੱਲ ਚੱਲਦੀ ਸੀ ਉਦੋਂ ਕਹਿੰਦੇ 117 ਦੀ 117 ਸਾਡੀਆਂ, ਹੁਣ ਜਦੋਂ ਵੋਟਾਂ ਪੈ ਗਈਆਂ ਹਰੇਕ ਹੀ 80 ਦੇ ਲਾਗੇ ਬਣੇ ਆ ਕੇ ਬਿਆਨ ਦੇ ਦਿੰਦਾ। ਹੁਣ ਜੇ ਸਾਰਿਆਂ ਦੇ 80 ਜਿੱਤ ਜਾਣੇ ਆ ਤੇ ਫਿਰ ਵਿਧਾਨ ਸਭਾ ਵੱਡੀ ਬਣਾ ਲਈਏ। ਨਹੀਂ ਮੈਨੂੰ ਲੱਗਦਾ ਹੈ ਵੀ ਥੋੜਾ ਜਾਂ ਵੱਡੀ ਬਣਾ ਲਈਏ ਜਾਂ ਫਿਰ ਉਹ ਕੁਰਸੀਆਂ ਦੇ ਵਿਚਾਲੇ ਥਾਂ ਹੁੰਦੀ ਹੈ, ਦੋ ਬਹਿ ਜਾਣ, ਜਾਂ ਵੈਸੇ ਵੀ ਬਹੁਤੇ ਨਹੀਂ ਆਉਂਦੇ, ਜਾਣੀ ਵੀ ਮੈਨੂੰ ਲੱਗਦਾ ਵੀ 117 ਦੀ ਜਗ੍ਹਾ ਦੇ ਉੱਤੇ ਆਪਾਂ 234 ਕਰਾ ਦਈਏ, ਕਿਉਂਕਿ ਅੱਧੀਆਂ ਸੀਟਾਂ ਤਾਂ ਖਾਲੀ ਹੁੰਦੀਆਂ, ਜਦੋਂ ਛੁੱਟੀ ਤੋਂ ਦੂਜੇ ਬਹਿ ਜਾ ਕਰਨਾ ਨਾਲੇ ਕੋਰਮ ਪੂਰਾ ਹੋ ਜਾ ਕਰੂ। ਆਹੋ, ਨਾਲੇ ਬਾਹਰ ਮੌਕਾ ਮਿਲ ਜੂਗਾ ਮੁਰਦਾਬਾਦ ਕਰਨ ਵਾਲਿਆਂ ਨੂੰ। ਬਲਵੀਰ ਸਿੰਘ ਰਾਜੇਵਾਲ ਸਾਹਿਬ ਦਾ ਜ਼ਿਕਰ ਕਰ ਲਈਏ। ਬਲਵੀਰ ਸਿੰਘ ਰਾਜੇਵਾਲ ਹੋਰੀ ਕਹਿੰਦੇ ਕਿ ਅਸੀਂ ਇਸ ਵੇਲੇ ਜੰਗੀ ਪੱਧਰ ਤੇ ਲੱਗੇ ਹਾਂ। ਇੱਕ ਤਾਂ ਜੇ ਕਿਸਾਨਾਂ ਦਾ ਕੋਈ ਵੀ ਮੁੱਦਾ ਤਾਂ ਅਸੀਂ ਬਰੋਬਰ ਖੜਨਾ, ਦੂਸਰਾ ਉਹਨਾਂ ਨੇ ਹੁਣ ਪ੍ਰੋਗਰਾਮ ਰੱਖ ਲਿਆ, ਉਹ ਕਹਿੰਦੇ ਜੀ ਅਸੀਂ ਜਿੰਨੇ ਵੀ ਸੰਯੁਕਤ ਸਮਾਜ ਮੋਰਚਾ ਦੇ ਕੈਂਡੀਡੇਟ ਖੜੇ ਸੀ ਉਹਨਾਂ ਦੇ ਨਾਲ ਮੁਲਾਕਾਤਾਂ ਕਰ ਰਹੇ ਹਾਂ, ਤੇ ਇੱਕ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪੋ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਦਫ਼ਤਰ ਖੋਲ੍ਹ ਲਓ ਪੱਕੇ, ਕਿਉਂਕਿ ਆਪਣਾ ਕੰਮ ਇਕੱਲਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੱਕ ਨਹੀਂ ਸੀ, ਨਤੀਜਾ ਭਾਵੇਂ ਕੋਈ ਵੀ ਆਪੇ, ਆਪਾਂ ਪੰਜਾਬ ਦੇ ਲੋਕਾਂ ਲਈ ਲੜਨਾ ਹੈ, ਉਹਨਾਂ ਦੀ ਸੇਵਾ ਦੇ ਵਿੱਚ ਰਹਿਣਾ। ਦੂਸਰਾ ਮਾਲਵੇ ਦੇ ਵਿੱਚ ਉਹ ਕਹਿੰਦੇ ਜੀ ਅਸੀਂ 2 ਮੀਟਿੰਗਾਂ ਸੱਦ ਲਈਆਂ, ਅੱਧੇ ਮਾਲਵੇ ਦੇ ਉਮੀਦਵਾਰ ਇੱਕ ਮੀਟਿੰਗ 'ਚ ਆਉਣੇ ਆ, ਅੱਧੇ ਮਾਲਵੇ ਦੇ ਉਮੀਦਵਾਰ ਦੂਸਰੇ 'ਚ, ਮਾਝੇ ਤੇ ਦੁਆਬੇ ਦੇ ਉਮੀਦਵਾਰ ਜਿਹੜੇ ਹੈ, ਮਾਝੇ ਦੀ ਵੱਖਰੀ ਮੀਟਿੰਗ, ਦੁਆਬੇ ਦੀ ਵੱਖਰੀ। ਉਮੀਦਵਾਰਾਂ ਤੋਂ ਪੁੱਛਿਆ ਜਾ ਰਿਹਾ ਜੀ ਤੁਹਾਡਾ ਪ੍ਰਚਾਰ ਕਿੱਦਾਂ ਰਿਹਾ ਸੀ, ਵੋਟਾਂ ਕਿੱਦਾਂ ਪਈਆਂ, ਆਸ ਕੀ ਹੈ, ਹੋਰ ਸਾਰੀਆਂ ਚੀਜ਼ਾਂ, ਕਿਸੇ ਨੂੰ ਕੋਈ ਦਿੱਕਤ ਆਈ ਹੈ, ਕਿਸੇ ਦਾ ਕੋਈ ਹੋਰ ਉਰਲਮ ਪਰਲਮ ਕੋਈ ਗੱਲ ਹੈ। ਜਾਣੀ ਕਿ ਰਾਜੇਵਾਲ ਸਾਹਿਬ ਨੇ ਜਿਸ ਤਰੀਕੇ ਮੀਟਿੰਗਾਂ ਲੈਣੀਆਂ ਸ਼ੁਰੂ ਕੀਤੀਆਂ, ਇਹਦਾ ਮਤਲਬ ਹੈ ਕਿ ਨਤੀਜਾ ਭਾਵੇਂ ਕੋਈ ਵੀ ਹੋਵੇ ਪਰ ਉਹ ਲੰਬੇ ਸਮੇਂ ਤੱਕ ਹੁਣ ਰਾਜਨੀਤਿਕ ਤੌਰ ਦੇ ਉੱਤੇ ਸਰਗਰਮ ਜਿਹੜਾ ਉਹ ਰਹਿਣਾ ਚਾਹੁੰਦੇ ਆ, ਤੇ ਉਸ ਸੰਯੁਕਤ ਸਮਾਜ ਮੋਰਚਾ ਨੂੰ ਇਕਜੁੱਟ ਰੱਖਣ ਦਾ ਯਤਨ ਹੈ। ਕਿੱਦਾਂ ਦਾ ਨਤੀਜਾ ਆਉਂਦਾ ਹੈ, ਕਿੰਨੀ ਕੁ ਇਕਜੁੱਟਤਾ ਰਹਿੰਦੀ ਹੈ, ਤੇ ਉਹਦਾ ਪੰਜਾਬ ਦੀ ਸਿਆਸਤ ਦੇ ਉੱਤੇ ਕੀ ਅਸਰ ਪੈਂਦਾ, ਇਹ ਦੇਖਣ ਵਾਲੀ ਗੱਲ ਹੋਣੀ ਹੈ। ਨਾਲ ਉਹਨਾਂ ਦਾਅਵਾ ਇਹ ਵੀ ਕੀਤਾ ਨਾ ਵੀ ਉਹ ਕਹਿੰਦੇ ਵੀ ਦੇਖੋ ਐਤਕੀ ਜਿਹੜੀਆਂ ਵੋਟਾਂ ਪਈਆਂ ਇਹ ਹੁਣ ਤੱਕ ਦੀਆਂ, ਕਹਿੰਦੇ ਵੀ ਜਦੋਂ ਦਾ ਮੈਂ ਇਹ ਸਾਰੇ ਕੁਛ ਨੂੰ ਦੇਖਦਾ ਉਹਨਾਂ ਸਾਈਡ ਤੇ ਹੋ ਕੇ ਸਿਆਸਤ ਨੂੰ, ਉਹ ਬੜਾ ਡਿਫਰੈਂਟ ਤਰ੍ਹਾਂ ਦਾ ਪੰਜਾਬ ਦੇ ਵਿੱਚ ਇਲੈਕਸ਼ਨ ਵਾਲਾ ਕੰਮ ਹੁੰਦਾ ਸੀ। ਪਤਾ ਐਤਕੀ ਲੋਕਾਂ ਨੇ ਕਿਸੇ ਹੋਰ ਢੰਗ ਨਾਲ ਵੋਟਾਂ ਪਾਈਆਂ, ਐਂਡ ਉਹਦੇ ਵਿੱਚ ਸਾਡਾ ਯਾਨੀ ਕਿ SSM ਦਾ ਉਹ ਗੱਲ ਕਰਦੇ ਆ ਵੀ ਇੱਕ ਵੱਡਾ ਯੋਗਦਾਨ ਰਿਹਾ, ਤੇ ਇਸ ਯੋਗਦਾਨ ਨੂੰ ਵੇਖਦਿਆਂ ਸਾਨੂੰ ਇਹ ਲੱਗਦਾ ਵੀ ਸ਼ਾਇਦ ਅੱਜ ਨਹੀਂ ਤਾਂ ਨਾ ਸਹੀ, ਪਹਿਲੀ ਵਾਰ ਨਹੀਂ, ਅਗਲੀ ਵਾਰ ਦੇ ਵਿੱਚ ਤੁਸੀਂ ਆਪ ਨੋਟਿਸ ਕਰੋਗੇ ਕਿ ਅਸੀਂ ਖੁਦ ਜਿਹੜੀ ਆ ਕਹਿ ਲਓ ਕਿ ਵੀ ਸੱਤਾ ਉਹਦੇ ਵਿੱਚ ਭਾਗੀਦਾਰ ਹੋਵਾਂਗੇ। ਵੈਸੇ ਇੱਕ ਗੱਲ ਤਾਂ ਹੈਗੀ ਆ ਵੀ ਜੇ ਮੰਨ ਲਓ ਕਿ ਵੀ ਆਮ ਲੋਕ ਉਹਦੇ ਵਿੱਚ ਭਾਗੀਦਾਰ ਬਣਦੇ ਆ, ਉਹ ਸੋਚਦੇ ਲੋਕ ਭਾਗੀਦਾਰ ਬਣਦੇ ਜਿਹੜੇ ਕਹਿੰਦੇ ਵੀ ਨਾ ਖਾਣਾ ਨਾ ਖਾਣ ਦੇਣਾ, ਤੇ ਸ਼ਾਇਦ ਕੰਮ ਰੁਕ ਜਾਵੇ। ਨਹੀਂ ਤੇ ਪਹਿਲਾਂ ਤਾਂ ਆਪਣੀ ਇਹੀ ਚਰਚਾ ਆਪਾਂ ਸੁਣਦੇ ਨੇ, ਅਗਲਾ ਕਹਿੰਦਾ ਵੀ ਹਾਂਜੀ ਹੁਣ ਮੈਂ ਜਿੱਤ ਗਿਆ ਹੁਣ ਵੇ ਕੀ ਕਰਨਾ, ਹੁਣ ਵੇ ਟੇਪਰ ਵੇ ਨੇ ਕਿਹੜਾ ਆਪਣਾ। ਸੰਧਾਲੀਆ ਸਾਹਿਬ ਚਲੋ ਨਤੀਜਾ ਕੁਛ ਵੀ ਆਵੇ, ਮੈਨੂੰ ਨਹੀਂ ਲੱਗਦਾ ਕਿ ਸੰਯੁਕਤ ਸਮਾਜ ਮੋਰਚੇ ਦੇ ਕਿਸੇ ਉਮੀਦਵਾਰ ਦੇ ਉੱਤੇ ਕਿਸੇ ਨੇ ਇਹ ਦੋਸ਼ ਲਾਇਆ ਹੋਵੇ ਕਿ ਇਹਨਾਂ ਨੇ ਵੱਧ ਖਰਚ ਕੀਤਾ, ਇਹਨਾਂ ਨੇ ਸ਼ਰਾਬ ਵੰਡੀ ਹੈ, ਇਹਨਾਂ ਨੇ ਵੋਟਾਂ ਖਰੀਦੀਆਂ, ਇਹਨਾਂ ਨੇ ਕੁਛ ਜ਼ਿਆਦਾ ਮੁਫਤ ਦੇਣ ਦਾ ਦਾਅਵਾ ਕੀਤਾ, ਜਾਂ ਇਹਨਾਂ ਨੇ ਲੋਕਾਂ ਨੂੰ ਭੜਕਾਇਆ, ਜੇ ਇਹਨਾਂ ਨੇ ਕਿਸੇ ਨੂੰ ਵੰਡ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਆ। ਹਰਦੇ ਆ ਜਿੱਤਦੇ ਆ ਉਹ ਵੱਖਰੀ ਗੱਲ ਹੈ, ਪਰ ਘੱਟੋ ਘੱਟ ਜੇ ਉਹਨਾਂ ਨੇ ਕਿਹਾ ਸੀ ਜੀ ਅਸੀਂ ਵੱਖਰੇ ਤਰ੍ਹਾਂ ਦੀ ਰਾਜਨੀਤੀ ਕਰਨੀ ਹੈ, ਅਸੀਂ ਉਹ ਕੰਮ ਨਹੀਂ ਕਰਨਾ, ਉਹਦੇ ਤੇ ਤਕਰੀਬਨ ਪੂਰੇ ਹੀ ਉਤਰਿਆ।
ਤੇ ਉਹ ਨਤੀਜਾ ਕੀ ਹੈ ਉਹ ਤਾਂ ਇੱਕ ਵੱਖਰੀ ਗੱਲ ਹੈ ਨਾ। ਨਹੀਂ ਬਿਲਕੁਲ ਠੀਕ ਆ, ਉਹ ਤਾਂ ਪਤਾ ਲੱਗ ਹੀ ਜਾਣਾ 10 ਤਰੀਕ ਨੂੰ। ਤੇ ਜੇ ਮੰਨ ਲਓ ਵੀ 1 2 3 4 5 ਸੀਟਾਂ ਤੋਂ ਖਾਤਾ ਖੁੱਲਦਾ ਤੇ ਫਿਰ ਹੋ ਸਕਦਾ ਕਿ ਸ਼ੁਰੂਆਤ ਜਿਹੜੀ ਹੁਣ ਹੋਈ ਆ ਉਹ 24 'ਚ ਪ੍ਰਭਾਵ ਪਾਵੇ ਤੇ ਫਿਰ 27 'ਚ ਵੱਡਾ ਪ੍ਰਭਾਵ ਪਾਵੇ। ਬੜੀਆਂ ਪਾਰਟੀਆਂ ਨੇ ਜਿਹੜੀਆਂ ਐਤਕੀ ਪਰਸੈਂਟੇਜ ਉਡੀਕਦੀਆਂ ਕਿ ਸਾਨੂੰ ਕਿੰਨੇ ਫੀਸਦੀ ਵੋਟਾਂ ਪੈਣਗੀਆਂ, ਕਿੰਨੀਆਂ ਹੀ ਪਾਰਟੀਆਂ ਨੇ ਜਿਨ੍ਹਾਂ ਨੇ ਫਿਰ ਮੁੜ ਕੇ ਦੱਸਣਾ ਤੇ ਪਰਸੈਂਟੇਜ ਦੇ ਵਿੱਚ ਵੋਟਾਂ ਤਾਂ ਪੈਣਗੀਆਂ ਹੀ ਨਾ। ਹਾਂਜੀ ਉਹ ਪੈਣੀਆਂ, ਚਲੋ ਉਹਦਾ ਫਰਕ ਤੇ ਪਊਗਾ। ਇਹ ਸਾਰੇ ਕੁਛ 'ਚ ਹੁਣ ਜਿਹੜੀ ਅਗਲੀ ਗੱਲ ਕਰਨੀ ਆ ਉਹ ਕਿਹੜੀ ਕਰਨੀ ਆ? ਮੈਂ ਦੇਖੋ ਨਹੀਂ ਅਜੇ ਨਹੀਂ, ਆਪਾਂ ਹੁਣੇ ਹੀ ਮੈਂ ਜੇ ਵੋਟਾਂ ਦੀ ਗੱਲ ਕਰਦੇ ਤੇ ਉਹਨਾਂ ਦਾ 6ਵਾਂ ਦੌਰ ਲੰਘ ਗਿਆ। ਆਪਾਂ ਉਧਰ ਨੂੰ ਜਾਣਾ ਹੀ ਬਾਅਦ ਚ ਫਿਰ ਮੋੜ ਨਹੀਂ ਨਾ ਹੋਣਾ, ਕਿਉਂਕਿ ਯੂਪੀਓਂ ਫਿਰ ਦਿੱਲੀੋਂ ਫਿਰ ਆਪਾਂ ਉਡਾਰੀ ਮਾਰਨੀ ਉੱਗੇ। ਓਕੇ, ਆਪਾਂ ਗੱਲ ਕਰਨੀ ਆ ਜੀ ਬਲਦੇਵ ਸਿੰਘ ਸਿਰਸਾ ਹੋਰਾਂ ਦੀ, ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ, ਕਿਉਂਕਿ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ SKM, ਉਹ ਮੋਰਚਾ ਜਿਹੜਾ ਕਿ ਸਾਲ ਤੋਂ ਲੰਬਾ ਸਮਾਂ ਦਿੱਲੀ ਬੈਠਾ ਰਿਹਾ ਜਾ ਕੇ, ਜਿਹੜੇ BBMB ਦੇ ਮੁੱਦੇ ਦੇ ਉੱਤੇ ਚੰਦੂ ਮਾਜਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਸਿੱਧੂ ਸਾਹਿਬ ਬੋਲੇ ਨੇ, ਜਿਹੜੇ ਜਾਖੜ ਸਾਹਿਬ ਨੇ ਗੱਲ ਕੀਤੀ ਹੈ, ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਨੋਟ ਜਾਰੀ ਕੀਤਾ। ਹੁਣ ਸਰੀਰਕ ਤੌਰ ਦੇ ਉੱਤੇ ਸਰਗਰਮੀ ਹੋਰ ਕੋਈ ਕਰੇ ਨਾ ਕਰੇ, ਕਿਉਂਕਿ ਲੀਡਰ ਨੇ, ਕਿਸਾਨ ਮਜ਼ਦੂਰ ਨੇ। ਅੱਜ ਹੁਣ ਸੰਯੁਕਤ ਕਿਸਾਨ ਮੋਰਚਾ ਵਾਲੇ ਪੰਜਾਬ ਦੇ ਹਰ ਇੱਕ DC ਦਫ਼ਤਰ ਦੇ ਮੂਹਰੇ ਧਰਨਾ ਪ੍ਰਦਰਸ਼ਨ ਕਰਨਗੇ, ਰਾਸ਼ਟਰਪਤੀ ਸਾਹਿਬ ਦੇ ਨਾਮ ਮੰਗ ਪੱਤਰ ਦੇਣਗੇ ਤੇ ਉਹਨਾਂ ਨੇ ਇਹ ਗੱਲ ਆਖ ਦਿੱਤੀ ਹੈ ਕਿ ਭਾਈ ਪੰਜਾਬ ਨਾਲ ਧੱਕਾ ਹੋ ਰਿਹਾ ਤੇ ਜੇ ਸਾਨੂੰ ਦਿੱਲੀ ਤੱਕ ਵੀ ਜਾ ਕੇ ਮੋਰਚਾ ਲਾਉਣਾ ਪਿਆ ਤੇ ਅਸੀਂ ਲਾਵਾਂਗੇ, ਕਿਉਂਕਿ ਅਸੀਂ BBMB ਦੇ ਮੁੱਦੇ ਤੇ, ਚੰਡੀਗੜ੍ਹ ਦੇ ਮੁੱਦੇ ਤੇ, ਕਿਉਂਕਿ ਭਗਵੰਤ ਮਾਨ ਹੋਰਾਂ ਨੇ ਤਾਂ ਨਵੀਂ ਗੱਲ ਵੀ ਕਹਿ ਦਿੱਤੀ ਸੀ ਨਾ ਕਿ 100 ਤੋਂ ਵੱਧ ਸਰਕਾਰੀ ਡਾਕਟਰ ਜਿਹੜੇ ਆ ਚੰਡੀਗੜ੍ਹ ਦੇ ਵਿੱਚ ਪੰਜਾਬ ਵਾਲੇ ਕੰਮ ਕਰਦੇ ਸੀ, ਕਹਿੰਦੇ ਉਹਨਾਂ ਨੂੰ ਛੁੱਟੀ ਦੇ ਕੇ ਤੋਰਤਾ ਪੰਜਾਬ ਵਾਲੇ ਪਾਸੇ ਨੂੰ ਕਿ ਤੁਸੀਂ ਚਲੋ ਹੁਣ ਘਰ ਨੂੰ, ਕਿ ਤੁਸੀਂ ਪੰਜਾਬ ਦੇ ਵਿੱਚ ਹੀ ਜਾ ਕੇ ਕੰਮ ਕਰੋ। ਕਿ ਹੁਣ ਤਾਂ ਸਿਹਤ ਮਹਿਕਮੇ ਦੇ ਵਿੱਚੋਂ ਵੀ 60-40 ਵਾਲੀ ਜਿਹੜੀ ਪੰਜਾਬ ਦੀ ਰੇਸ਼ੋ ਸੀ ਉਹ ਖਤਮ ਕਰਤੀ ਗਈ ਹੈ। ਪਰ ਉਸ ਮੁੱਦੇ ਤੇ ਜੇ ਕੋਈ ਧਿਰ ਸਹੀ ਅਰਥਾਂ ਦੇ ਵਿੱਚ ਸੜਕ ਦੇ ਉੱਤੇ ਆ ਕੇ ਪੰਜਾਬ ਦੇ ਹਿੱਤ ਦੇ ਲਈ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤਾਂ ਉਹ ਸੰਯੁਕਤ ਕਿਸਾਨ ਮੋਰਚਾ ਹੀ ਆ। ਤੇ ਅੱਜ ਪੰਜਾਬ ਦੇ ਸਾਰੇ DC ਦਫ਼ਤਰਾਂ ਦੇ ਮੂਹਰੇ ਉਹਨਾਂ ਨੇ ਧਰਨੇ ਦੇਣੇ ਆ। ਹਾਂ, ਜੇ ਆਹੀ ਕੰਮ 15 ਦਿਨ ਪਹਿਲਾਂ ਹੋਇਆ ਹੁੰਦਾ, DC ਦਫ਼ਤਰ ਉਹੀ ਹੋਣੇ ਸੀ, ਧਰਨੇ ਇਦਾਂ ਹੀ ਲੱਗਣੇ ਸੀ, ਟੈਂਟ ਵਾਲਾ ਉਹੀ ਹੋਣਾ ਸੀ, ਸਪੀਕਰ ਵਾਲਾ ਉਹੀ ਹੋਣਾ ਸੀ, ਪਰ ਇੱਥੇ ਪੰਜਾਬ ਦੇ ਸਿਆਸੀ ਲੀਡਰ ਹੋਣੇ ਜਿਹੜੇ ਅੱਜ ਘਰੀ ਬੈਠੇ ਆ। ਹਾਂ, ਮਤਲਬ ਹੁਣ ਤੇ DC ਸਾਹਿਬ ਨੂੰ, ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਨੇ, DC ਸਾਹਿਬ ਨੂੰ ਪਤਾ ਹੋਣਾ ਵੀ ਫਲਾਨਿਆਂ ਨੇ ਆਉਣਾ। ਜਦੋਂ ਪਹਿਲਾਂ ਗੱਲ ਹੁੰਦੀ ਤੇ ਹੋ ਸਕਦਾ ਵੀ DC ਸਾਹਿਬ ਵਿਚਾਰੇ ਕੁਰਸੀ ਤੋਂ ਸਾਰਾ ਦਿਨ ਬਾਹਰ ਉੱਠ ਕੇ ਜਾਂਦੇ, ਮੰਗ ਪੱਤਰ ਲੈਂਦੇ ਥੱਕ ਜਾਂਦੇ ਵੀ ਯਾਰ ਕਰੀਏ ਕੀ। ਉਹ ਕਹਿੰਦੇ ਵੀ DC ਸਾਹਿਬ ਹੁਣ ਤਾਂ, ਉਹ ਕਹਿੰਦੇ ਯਾਰ 5 ਵੱਜ ਗਏ, ਸਵੇਰ ਦੀ ਰੋਟੀ ਵੀ ਨਹੀਂ ਖਾਧੀ, ਕਿੱਦਾਂ ਕਰੀਏ। ਕਹਿੰਦੇ ਸਰ ਇੱਕ ਪਾਰਟੀ ਹੋਰ ਆਈ, ਹੁਣੇ ਆਣ ਕੇ ਟੈਂਪੂ ਡੱਕਿਆ ਉਹਨਾਂ ਕੋਲੋਂ ਮੰਗ ਪੱਤਰ ਲੈ ਲਓ, ਬਾਕੀ ਗੱਲਾਂ ਠੀਕ, ਬਾਕੀ ਬਾਤ ਦੀਆਂ ਨੇ। ਇਹ ਤਾਂ ਜਿਹੜਾ ਕੰਮ ਹੈ ਨਾ, ਮੇਰਾ ਖਿਆਲ ਇੱਕ ਚੀਜ਼ ਤਾਂ ਹੋਊਗੀ ਵਧੀਆ ਵੀ ਹੁਣ ਲੋਕਾਂ ਨੂੰ ਘੱਟੋ ਘੱਟ ਚਾਨਣ ਹੋ ਗਿਆ ਵੀ ਪਹਿਲਾਂ ਕੀ ਹੁੰਦਾ ਸੀ, ਹੁਣ ਕੀ ਹੋ ਰਿਹਾ ਜੀ। ਇਹਦੇ 'ਚ ਕੋਈ ਸੋਸ਼ਲ ਮੀਡੀਆ ਦਾ ਯੋਗਦਾਨ ਪਾ ਲਓ, ਕੋਈ ਕਿਸਾਨ ਮੋਰਚਾ ਜਿਹੜਾ ਚੱਲਿਆ 1 ਸਾਲ ਉਹਦਾ ਯੋਗਦਾਨ ਪਾ ਲਓ, ਜਾਂ ਕਹਿ ਲਓ ਕਿ ਵੀ ਹੌਲੀ ਹੌਲੀ ਜਿਹੜੀ ਲੋਕਾਂ ਨੂੰ ਹੁਣ ਸਵਾਲ ਪੁੱਛਣ ਦੀ ਆਦਤ ਪੈ ਗਈ, ਉਹਦਾ ਯੋਗਦਾਨ ਪਾ ਲਈਏ। ਕੁਛ ਤਾਂ ਹੈ ਜਿਹਦਾ ਕਰਕੇ ਹੁਣ ਕਿਤੇ ਨਾ ਕਿਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਅੱਛਾ ਹੁਣ ਇਹਨੇ ਆਹ ਕੀਤਾ ਹੀ, ਜੇ ਅੱਜ ਨਹੀਂ ਕੀਤਾ ਤੇ ਕੱਲ੍ਹ ਨੂੰ ਇਹਨੇ ਕਰ ਦੇਣਾ ਹੀ। ਪਹਿਲਾਂ ਲੀਡਰ ਪਤਾ ਨਹੀਂ ਲੱਗਣ ਦਿੰਦੇ ਵੀ ਉਹ ਨਹੀਂ, ਮੈਨੂੰ ਨਹੀਂ ਪਤਾ ਲੱਗਾ, ਮੈਨੂੰ ਤਾਂ ਪਤਾ ਨਹੀਂ ਲੱਗਾ ਫਿਰ ਕੀ ਹੋਇਆ ਹੈ ਕਾਕਾ ਜੀ। ਹਾਂ, ਇਹ ਗੱਲ ਕੀ ਹੋਈ ਜੇ। ਹਾਂ, ਚਲੋ ਹੁਣ ਆਪਾਂ ਅਮਰੀਕ ਸਿੰਘ ਢਿੱਲੋਂ ਹੋਰਾਂ ਦਾ ਜ਼ਿਕਰ ਕਰਕੇ ਸਿੱਧਾ UP ਜਾਣਾ ਹੈ। ਸਮਰਾਲੇ ਤੋਂ 4 ਵਾਰੀ ਦੇ MLA ਐਤਕੀ ਕਾਂਗਰਸ ਨੇ ਟਿਕਟ ਨਹੀਂ ਸੀ ਦਿੱਤੀ, ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਚੋਣ ਲੜੇ ਸੀ ਅਮਰੀਕ ਸਿੰਘ ਢਿੱਲੋਂ। ਦੇਖੋ ਨਤੀਜਾ ਜੇ ਆਉਣਾ ਹੈ ਤੇ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ, ਹਾਲਤ ਗੰਭੀਰ ਹੈ, ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਾਏ ਗਏ ਆ। ਤੇ ਇੱਕ ਤਾਂ ਇਹਨਾਂ ਦਾ ਮਸਲਾ ਸੀ, ਦੂਜੇ ਚੰਨੀ ਸਾਹਿਬ ਦੇ ਜਿਹੜੇ ਭਾਣਜਾ ਸਾਹਿਬ ਨੇ ਹਨੀ, ਭੁਪਿੰਦਰ ਹਨੀ ਜੀ, ਉਹ ਵੀ ਕਹਿੰਦੇ ਸੀ, ਕਹਿੰਦੇ ਜੀ ਥੋੜਾ ਜਿਹਾ ਢਿੱਲਾ ਹੈ ਨਾ, ਜਾਨੀ 10 ਤਰੀਕ ਤੱਕ ਉਹ ਅੰਦਰ ਨੇ, ਕਹਿੰਦੇ ਜੀ ਚਿੱਤ ਨਹੀਂ ਤਕੜਾ, ਠੀਕ ਨਹੀਂ। ਕਹਿੰਦੇ ਉਹਨਾਂ ਦੀ ਛਾਤੀ 'ਚ ਪੀੜ ਹੋਈ ਅਚਾਨਕ, ਫਿਰ ਕਿਉਂਕਿ ਅੰਮ੍ਰਿਤਸਰ ਪ੍ਰਸ਼ਾਸਨ ਨੇ ਖੜਿਆ ਉੱਥੇ ਹਸਪਤਾਲ, ਕਹਿੰਦੇ ਜੀ ਡਾਕਟਰ ਸਾਹਿਬ ਦੇਖੋ, ਉਹ ਵੀ ਅਦਾਰਾ ਕਿਉਂਕਿ ਸਰਕਾਰੀ, ਫਿਰ ਡਾਕਟਰ ਸਾਹਿਬ ਨੇ ਸਰਕਾਰੀ ਦੇ ਹਿਸਾਬ ਨਾਲ ਚੈੱਕ ਚੁੱਕ ਕਰਕੇ ਆਇਆ, ਕੁਛ ਨਹੀਂ, ਗੈਸ ਹੀ ਆ ਬਸ। ਕਹਿੰਦੇ ਠੀਕ, ਕੋਈ ਗੱਲ ਨਹੀਂ, ਕਹਿੰਦੇ ਸੌਂ ਗਲਤ ਢੰਗ ਨਾਲ ਹੋ ਗਿਆ ਹੁਣ, 2 ਗੋਲੀਆਂ ਲਓ ਤੇ ਦੁਬਾਰਾ ਚਲੋ ਜੀ ਹੈ ਨਾ। ਹੁਣ ਇਹ ਦੇਖੋ ਕਾਰਨ ਇਹ ਆ ਵੀ ਇੱਕ ਨਾ ਇਹ ਸਾਰੇ ਕੁਛ 'ਚ ਬੜੀ ਵਾਰ ਜ਼ਿਕਰ ਆਉਂਦਾ ਹੁੰਦਾ ਜਦੋਂ ਥੋੜ੍ਹੇ ਜਿਹੇ ਲੋਕ ਉੱਠਦੇ ਆ ਵੀ ਯਾਰ ਸਾਡੇ ਪੈਸੇ ਜਿਹੜੇ ਯਾਰ ਮੁੜੇ ਨਹੀਂ। ਉਹ ਕੋ ਮੋਗੇ ਦੇ ਲਾਗੇ ਗਰਾਊਂਡ ਜੀ ਹੈ, ਕਹਿੰਦੇ ਵੀ ਉੱਥੇ ਵਾਹਵਾ ਪਹਿਲਾਂ ਕਬੱਡੀਆਂ ਹੁੰਦੀਆਂ ਸੀ, ਉੱਧਰੋਂ ਕੋਈ ਸਕੂਮ ਜੀ ਚੱਲੀ ਤੇ ਉਹਨਾਂ ਨੂੰ ਵੈਸੇ ਤੇ ਉਹ ਜੇਲ੍ਹ 'ਚ ਹੀ ਨੇ, ਪਰ ਉਹ ਕਹਿੰਦੇ ਕੋਈ ਹਸਪਤਾਲ ਹੈ ਜੀ। ਫਿਰ ਹੋ ਸਕਦਾ ਕਿ ਭੁਪਿੰਦਰ ਹਨੀ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਯਾਰ ਉਹ ਇੱਦਾਂ ਵੀ ਹੋ ਜਾਂਦੀ ਹੁੰਦੀ, ਤੂੰ ਇੱਥੇ ਜੇਲ੍ਹ 'ਚ ਬੈਠਾ। ਹਾਂ ਵੀ ਕਿੱਥੇ, ਉਹਦਾ ਕੁਛ ਵੀ ਨਹੀਂ, ਤੂੰ ਬਹੁਤ ਕੁਛ ਆ। ਆਹੋ, ਹੈ ਨਾ, ਉਹਨਾਂ ਦੇ ਕੋਲ ਤਾਂ ਸਟਿੱਕਰ ਵਾਲੀ ਕਾਰ ਵੀ ਨਹੀਂ ਤੇਰੇ ਕੋਲ ਸੀਗੀ। ਆਹੋ, ਤੇ ਤੂੰ ਇੱਥੇ ਹੀ ਦੱਸ ਹੈ। ਉਹ ਪਰ ਜੁਗਤ 'ਚ ਕੰਮ ਨਹੀਂ ਆਈ। ਚਲੋ ਕੋਈ ਗੱਲ ਨਹੀਂ, 10 ਤੱਕ ਉਡੀਕ ਕਰ ਲੈ, 10 ਦੇ ਵਿੱਚ ਕਿਹੜਾ ਗੋਡੇ ਆ। ਬਾਕੀ ਸੰਧਾਲੀਆ ਸਾਹਿਬ, ਉੱਤਰ ਪ੍ਰਦੇਸ਼ ਦੇ ਵਿੱਚ ਐਨ ਫਸਮਾ ਮੁਕਾਬਲਾ, ਕਬੱਡੀ ਵਾਲੇ ਮੁਕਾਬਲੇ ਵਰਗਾ। 7 ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਸੀ, 5 ਗੇੜਾਂ ਦੀਆਂ ਵੋਟਾਂ ਪੈ ਗਈਆਂ, 6ਵੇਂ ਦੀਆਂ ਵੀ ਪੈ ਗਈਆਂ, 7ਵੇਂ ਦੀਆਂ ਰਹਿ ਗਈਆਂ। ਇੰਪੋਰਟੈਂਟ ਕਿਉਂ ਆ?
110 ਤੋਂ ਵੱਧ ਸੀਟਾਂ ਬਾਕੀ ਨੇ 403 ਦੇ ਵਿੱਚੋਂ। ਜਿੱਤ ਹਾਰ ਇਹਨਾਂ ਨੇ ਤੈਅ ਕਰਨੀ ਆ, ਬਹੁਮਤ ਕਿਹਨੂੰ ਮਿਲਦਾ। ਪਰ ਇਹ ਦੋ ਪੜਾਅ ਦੇ ਵਿੱਚ ਉਹ ਬਹੁਤ ਸਾਰੇ ਹਲਕੇ ਆਉਂਦੇ ਆ ਜਿੱਥੇ ਭਾਰਤੀ ਜਨਤਾ ਪਾਰਟੀ ਬਹੁਤ ਲੰਬੇ ਸਮੇਂ ਤੋਂ ਮਜ਼ਬੂਤ ਰਹਿੰਦੀ ਹੈ। ਮੰਨਿਆ ਇਹ ਜਾਂਦਾ ਕਿ ਜੇ ਤਾਂ ਅਖਿਲੇਸ਼ ਯਾਦਵ ਇਹਨਾਂ ਦੋ ਗੇੜਾਂ ਦੇ ਵਿੱਚ 111 ਤੋਂ ਵੱਧ ਸੀਟਾਂ ਨੇ, ਜੇ ਉੱਥੇ ਟੱਕਰ ਦੇ ਗਏ ਫਿਰ ਤਾਂ ਸਭ ਕੁਝ ਠੀਕ ਹੈ। ਪ੍ਰਧਾਨ ਮੰਤਰੀ ਸਾਹਿਬ ਵੀ ਐਨ ਡਟੇ ਆ ਪ੍ਰਚਾਰ 'ਚ, ਬੀਬੀ ਪ੍ਰਿਯੰਕਾ ਗਾਂਧੀ ਵੀ ਡਟੇ ਆ, ਮਮਤਾ ਬੈਨਰਜੀ ਵੀ ਡਟੇ ਆ, ਬੀਬੀ ਮਾਇਆਵਤੀ ਵੀ ਡਟੇ ਆ, ਅਖਿਲੇਸ਼ ਜਯੰਤ ਨੇ ਤਾਂ ਡਟਣਾ ਹੀ ਡਟਣਾ। ਹੁਣ 57 ਸੀਟਾਂ ਦੇ ਲਈ 6ਵੇਂ ਗੇੜ ਦੇ ਵਿੱਚ ਵੋਟਾਂ ਪਈਆਂ, ਪਰ ਜੋ ਪਹਿਲੇ 5 ਪੜਾਵਾਂ ਦੇ ਵਿੱਚ ਹੋਇਆ ਸੀ ਕੰਮ ਉਹੀ ਰਿਹਾ। ਕਹਿੰਦੇ ਆ 43 44 45% ਵੋਟਰ ਕਹਿੰਦੇ ਛੱਡੋ ਪਰਾਂ ਯਾਰ, ਕੀ ਕਰਨਾ ਉੱਥੇ ਵੋਟ ਪਾ ਕੇ ਬੰਦੇ ਤਾਂ ਆਹ ਮਤਲਬ ਅੰਕੜਾ ਜੇ ਹੋ ਸਕਦਾ ਵੀ ਮਤਲਬ 43 ਨਹੀਂ ਤੇ 42 ਹੋ ਜਵੇ। ਪਰ ਗੱਲ ਇਹ ਆ ਵੀ ਤੁਸੀਂ ਇਹ ਮੰਨ ਕੇ ਚਲੋ ਵੀ ਜੇ ਹੁਣ 100 ਦੇ ਵਿੱਚੋਂ 42 43 ਬੰਦੇ ਕਹਿੰਦੇ ਆ ਵੀ ਵੋਟ ਹੀ ਨਹੀਂ ਪਾਉਣੀ, ਇਹ ਲੋਕਤੰਤਰ ਫਿਰ ਆਪਣਾ ਕਿੱਥੇ ਖੜਾ ਜਿਸ ਲੋਕਤੰਤਰ ਦੀ ਆਪਾਂ ਦਵਾਈ ਦਿੰਦੇ ਆ। ਜਿਹੜੀ ਆਪਾਂ ਇਹ ਗੱਲ ਕਰਦੇ ਆ ਵੀ ਲੋਕਤੰਤਰਿਕ ਤਰੀਕੇ ਨਾਲ ਲੋਕਾਂ ਤੇ ਲੋਕ ਭਲਾਈ ਦੇ ਕੰਮ ਕਰਨ ਦੇ ਲਈ ਆਪਣੇ ਲੀਡਰਾਂ ਨੂੰ ਚੁਣ ਕੇ ਉੱਥੇ ਭੇਜਦੇ ਆ। ਹੁਣ ਸਵਾਲ ਇਹ ਆ ਵੀ ਇਹਦਾ ਜਵਾਬ ਇਸ ਤੋਂ ਪਹਿਲਾਂ ਵੀ ਕਦੀ ਕਿਸੇ ਨੇ ਨਹੀਂ ਦਿੱਤਾ, ਤੇ ਆਸ ਮੁਤਾਬਕ ਮੈਨੂੰ 10 ਤੋਂ ਬਾਅਦ ਵੀ ਮਿਲਣ ਦੀ ਕੋਈ ਆਸ ਨਹੀਂ ਹੈਗੀ। ਨਹੀਂ, ਸੰਭਾਵਨਾ ਘੱਟ ਹੈ। ਮੈਨੂੰ ਤਾਂ ਲੀਡਰਾਂ ਦੇ ਭਾਸ਼ਣਾਂ ਦੇ ਉੱਤੇ ਹਾਸਾ ਆਉਂਦਾ। ਰੈਲੀ ਦੇ ਵਿੱਚ 20,000 ਬੰਦਾ ਬੈਠਾ ਹੁੰਦਾ, 20,000 ਬਹੁਤ ਹੁੰਦਾ, ਦੂਰ ਤੱਕ ਲੱਗਦਾ। ਐਸਾ ਲੱਗ ਰਿਹਾ ਸਾਰਾ ਸ਼ਹਿਰ ਆ ਗਿਆ, ਸਾਰਾ ਵਿਧਾਨ ਸਭਾ ਹਲਕਾ ਆ ਗਿਆ। ਭਾਈ ਜੇ ਸਾਰੇ ਉੱਥੇ ਆ ਗਏ ਤਾਂ ਵੋਟ ਪਾਉਣ ਕਦੋਂ ਨਹੀਂ ਆਏ? ਵੈਸੇ ਗੱਲ ਹੀ ਆ ਵੀ ਉਹ 43% ਬੰਦੇ ਕਿੱਥੇ ਗਏ। ਤੇ ਹੁਣ ਆਪਾਂ ਚੱਲੀਏ ਸਿੱਧੇ ਲੜਾਈ ਵਾਲੇ ਪਾਸੇ। ਨਹੀਂ, ਦਿੱਲੀ ਵਾਲਾ ਕੰਮ ਰਹਿ ਗਿਆ ਵਿੱਚ। ਤੁਸੀਂ ਕਰਦੇ ਹੋ ਪੂਰਾ? ਨਹੀਂ, ਸਿਰਸਾ ਸਾਹਿਬ ਚੇਚਾ ਕਾਗਜ਼ ਉਹਨਾਂ ਦੇ ਹੱਥ ਸੀਗਾ, ਉਹ ਪੂਰਾ ਉਹਨਾਂ ਨੇ ਵੱਟ ਕੱਢਿਓ। ਕਹਿੰਦੇ ਆਹ ਦੇਖੋ, ਕਿਉਂਕਿ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭਲੋਰਾਂ ਦੀ ਜਿਹੜਾ ਸਜ਼ਾ ਵਾਲੀ ਗੱਲ ਸੀਗੀ, ਉਹ ਕਹਿੰਦੇ ਵੀ ਜਿਹੜਾ ਬੋਰਡ ਬਣਿਆ, ਜਿਸ ਬੋਰਡ ਨੇ ਰਿਵਿਊ ਕਰਕੇ ਦੱਸਣਾ ਸੀ ਵੀ ਹਾਂਜੀ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ, ਉਹ ਕਹਿੰਦੇ ਵੀ ਉਸ ਰਿਵਿਊ ਦੇ ਵਿੱਚ ਆਹ ਦੇਖੋ ਜੀ, ਜੇ ਉਹ ਚੇਅਰ ਨੂੰ ਕੋਈ ਹੈੱਡ ਕਰਦੇ ਆ ਤੇ ਸਤਿੰਦਰ ਜੈਨ ਉਹਨਾਂ ਦਾ ਨਾਂ ਲਿਆ, ਉਹ ਮੰਤਰੀ ਨੇ ਇਹ ਦਿੱਲੀ ਸਰਕਾਰ ਦੇ। ਫਿਰ 3-4 ਅਫਸਰਾਂ ਦਾ ਨਾਂ ਲਿਆ, ਉਹ ਕਹਿੰਦੇ ਉਹ ਵੀ ਦਿੱਲੀ ਸਰਕਾਰ ਦੇ ਅਫਸਰ ਨੇ। ਤੇ ਫਿਰ ਇਹ ਅਫਸਰ ਤੇ ਦਿੱਲੀ ਸਰਕਾਰ ਦੇ ਬੰਦੇ ਸਾਰੇ ਆਮ ਆਦਮੀ ਪਾਰਟੀ ਦੇ, ਤੇ ਨਾਂ ਇਹ ਲਾਈ ਜਾਂਦੇ ਵੀ ਕੇਂਦਰ ਸਰਕਾਰ ਨੇ ਰੋਕ ਲਿਆ ਸਾਰਾ ਕੁਝ। ਅਸੀਂ ਕਿੱਦਾਂ ਰੋਕ ਲਿਆ ਭਾਈ ਸਾਹਿਬ? ਆਹ ਜਿਹੜੀ ਚੀਜ਼ ਹੈ, ਇਸ ਗੱਲ ਦਾ ਜਵਾਬ ਦੇਣ ਕੇਜਰੀਵਾਲ ਸਾਹਿਬ ਕਿ ਇਹਨਾਂ ਨੇ ਸ਼ਬਦ ਉਹਨਾਂ ਨੇ ਉਹੀ ਵਰਤੇ ਵੀ ਉਹ ਸਿੱਖ ਵਿਰੋਧੀ ਨੇ, ਪੰਜਾਬ ਵਿਰੋਧੀ ਨੇ। ਵਾਰ-ਵਾਰ ਕਹਿੰਦੇ ਵੀ ਆਹ ਸਾਰਾ ਕੁਝ ਰੋਕਿਆ ਜਾ ਰਿਹਾ। ਉਹਦੇ ਵਿੱਚ ਇਹ ਵੀ ਗੱਲ ਪਾ ਲਈ, ਕਹਿੰਦੇ ਵੀ ਹੁਣ 6 ਮਹੀਨੇ ਬਾਅਦ ਆਪਾਂ ਜਾ ਕੇ ਰਿਵਿਊ ਕਰਾਂਗੇ, ਵੀ ਪਹਿਲਾਂ ਨਹੀਂ। ਦੇਖੋ ਸੰਧਾਲੀਆ ਸਾਹਿਬ, ਗੱਲ ਇਹ ਹੈ ਕਿ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਲਾਏ ਕਿ ਉਹ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਹੋਣ ਦਿੰਦੀਆਂ। ਇੱਕ ਸੱਜਣ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜੇ ਰਿਹਾਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਅਦਾਲਤ ਜਾਊਂ। ਹੁਣ ਰੌਲਾ ਇਹ ਹੈ ਕਿ ਠੀਕ ਹੈ, ਮਨਜਿੰਦਰ ਸਿੰਘ ਸਿਰਸਾ ਸਾਹਿਬ ਨੇ ਕਹਿਤਾ ਸੀ ਅੱਜ ਛੁੱਟ ਜਾਣਾ ਉਹਨਾਂ ਨੇ, ਅੱਜ ਉਹ ਬਾਹਰ ਹੋਣਗੇ। ਲੀਡਰ ਕਾਹਲੀ ਬਹੁਤ ਕਰਦੇ ਆ। ਅਜੇ ਵੀ ਦੇਖੋ ਕੇਂਦਰ ਸਰਕਾਰ ਹੈ, ਕੇਂਦਰ ਸਰਕਾਰ, ਉਹ ਕਹਿੰਦੇ ਸੀ ਕੇਂਦਰ ਸਰਕਾਰ ਛੱਡ ਰਹੀ ਹੈ। ਦਿੱਲੀ 'ਚ ਨਾ ਕੇਂਦਰ ਸਰਕਾਰ ਦੇ ਇੱਕ ਨੁਮਾਇੰਦਾ ਬੈਠੇ, ਉਹਨਾਂ ਨੂੰ ਉਪ ਰਾਜਪਾਲ ਕਹਿੰਦੇ ਆ। ਉਪ ਰਾਜਪਾਲ ਸਾਹਿਬ ਦੇ ਕੋਲ ਦਿੱਲੀ 'ਚ ਇੰਨੀ ਤਾਕਤ ਹੈ ਜਿਹੜੀ ਮਰਜ਼ੀ ਫਾਈਲ ਮੰਗਾ ਲੈਂਦੇ ਆ। ਮੈਂ ਕਹਿੰਦਾ ਕਿ ਉਪ ਰਾਜਪਾਲ ਸਾਹਿਬ ਤੋਂ ਸਿਰਸਾ ਸਾਹਿਬ ਕਹਿਣ ਗ੍ਰਹਿ ਮੰਤਰੀ ਸਾਹਿਬ ਨੂੰ, ਉਹ ਰਾਜਪਾਲ ਸਾਹਿਬ ਨੂੰ ਕਹਿ ਕੇ ਇੱਕ ਵਾਰੀ ਉਹ ਨੋਟਿੰਗ ਵੀ ਮੰਗਵਾ ਲੈਣ ਸਾਰੀ, ਕਿਉਂਕਿ ਮੀਟਿੰਗ ਹੋਈ ਹੈ। ਕਿਹੜੇ ਬੰਦੇ ਨੇ ਕਿਹਾ ਛੱਡ ਦਿਓ, ਕਿਹੜੇ ਬੰਦੇ ਨੇ ਉਹਦੇ ਤੇ ਵੀਟੋ ਪਾਵਰ ਵਰਤੀ ਆ ਕਿ ਭਾਈ ਅਜੇ ਨਹੀਂ ਛੱਡਣਾ ਚਾਹੀਦਾ। ਇੱਦਾਂ ਦੋਸ਼ ਲਾਉਣੇ ਚਲੋ ਠੀਕ ਹੈ, ਹਰ ਇੱਕ ਦਾ ਹੱਕ ਬਣਦਾ, ਲਾਈ ਜਾਓ, ਪਰ ਘੱਟੋ ਘੱਟ ਉਹ ਮੀਟਿੰਗ ਦੀ ਨੋਟਿੰਗ ਬਾਹਰ ਆਉਣੀ ਚਾਹੀਦੀ ਹੈ ਕਿ ਕਿਹੜਾ ਬੰਦਾ ਕਹਿੰਦਾ ਸੀ ਕਿ ਭਾਈ ਅਸੀਂ ਛੱਡਣ ਨੂੰ ਤਿਆਰ ਹਾਂ, ਕਿਹੜੇ ਬੰਦੇ ਨੇ ਉੱਥੇ ਕਿਹਾ ਕਿ ਭਾਈ ਅਜੇ ਨਹੀਂ ਛੱਡਣਾ ਚਾਹੀਦਾ। ਕਿਉਂਕਿ ਹਾਲ ਦੀ ਘੜੀ ਜਿੰਨੇ ਮੂੰਹ ਨੇ ਨਾ ਉਨੀਆਂ ਗੱਲਾਂ ਨੇ, ਪਰ ਨਾ ਤਾਂ ਦਿੱਲੀ ਸਰਕਾਰ, ਨਾ ਕੇਂਦਰ ਸਰਕਾਰ, ਨਾ ਕੋਈ ਹੋਰ ਨੁਮਾਇੰਦਾ ਅਜੇ ਅੰਦਰਲੀ ਗੱਲ ਖੁੱਲ੍ਹ ਕੇ ਨਹੀਂ ਦੱਸ ਰਿਹਾ। ਜੇ ਚੰਗੇ ਤਰੀਕੇ ਕਾਗਜ਼ ਪੱਤਰ ਬਾਹਰ ਆ ਜਾਣ, ਪੱਤਰਕਾਰਾਂ ਨੂੰ ਜਾਰੀ ਹੋ ਜਾਣ, ਤਾਂ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਭਾਈ ਕੌਣ ਚਾਹੁੰਦਾ ਭੁੱਲਰ ਸਾਹਿਬ ਬਾਹਰ ਆਉਣ ਤੇ ਕੌਣ ਚਾਹੁੰਦਾ ਅੰਦਰ ਰਹਿਣ। ਇਹ ਤਾਂ ਹੈ। ਆਮ ਆਦਮੀ ਪਾਰਟੀ ਵਾਲੇ ਪਾਸੋਂ ਸਤਿੰਦਰ ਜੈਨ ਹੋਰਾਂ ਤੇ ਕਿਹਾ, ਉਹ ਕਹਿੰਦੇ ਵੀ ਅਫਸਰਾਂ ਦਾ ਤੁਹਾਨੂੰ ਆਪੇ ਪਤਾ ਵੀ ਉਹ ਕਿਹਦੇ ਆਖੇ ਲੱਗਦੇ, ਕਿਹਦੇ ਨਹੀਂ ਆਖੇ ਲੱਗਦੇ। ਤੇ ਜੇ ਉਹਨਾਂ ਅਫਸਰਾਂ ਨੂੰ ਤੁਸੀਂ ਆਖੀ ਜਾਓ ਵੀ ਉਹ ਦਿੱਲੀ ਸਰਕਾਰ ਦੇ ਅਫਸਰ ਨੇ, ਤੇ ਇਹ ਤੇ ਮੰਨਣ ਵਾਲੀ ਗੱਲ ਹੀ ਹੈ ਨਹੀਂ। ਵਿੱਚੋਂ ਜੇ ਉਹਨਾਂ ਨੇ ਇਸ਼ਾਰਾ ਕੀਤਾ ਉਹ ਉਪ ਰਾਜਪਾਲ ਵਾਲਾ ਵੀ ਮਹਾਰਾਜ ਉਹਨਾਂ ਕੋਲ ਵੀ ਤਾਕਤ ਹੈਗੀ ਹੈ, ਤੁਸੀਂ ਚੈੱਕ ਕਰਾ ਲਓ, ਜੇ ਗੱਲਬਾਤ ਬਣਦੀ ਹੈ ਤੁਸੀਂ ਦੇਖ ਲਓ। ਹੁਣ ਮੇਰੇ ਖਿਆਲ ਨਾਲ 1-2 ਦਿਨਾਂ ਤੱਕ ਹੋ ਸਕਦਾ ਵੀ ਆਮ ਆਦਮੀ ਪਾਰਟੀ ਵਾਲੇ ਪਾਸੋਂ ਕਨਵੀਨਰ ਕੇਜਰੀਵਾਲ ਸਾਹਿਬ ਕੋਈ ਇਹਦੇ ਤੇ ਸਟੇਟਮੈਂਟ ਦੇ ਦੇਣ, ਤੇ ਜੇ ਉਹ ਸਟੇਟਮੈਂਟ ਦੇ ਕੇ ਕਲੀਅਰ ਕਰਦੇ ਤੇ ਮੇਰੇ ਖਿਆਲ ਨਾਲ ਉਹਨਾਂ ਦਾ ਖਹਿੜਾ ਵੀ ਛੁੱਟ ਜੂ। ਜੇ ਨਹੀਂ ਦਿੰਦੇ ਤੇ ਫਿਰ ਜਿਸ ਹਿਸਾਬ ਨਾਲ ਇਸ ਵਕਤ ਸ਼ੱਕ ਦੀ ਸੂਈ ਜਾਂਦੀ ਹੈ, ਵਿਰੋਧੀ ਕਹਿੰਦੇ ਵੀ ਉਹਨਾਂ ਨੇ ਨਹੀਂ ਰਿਹਾੜ ਨੂੰ ਦਿੱਤਾ, ਫਿਰ ਅਗਲੇ ਭਾਈ ਵੇਖਣਗੇ। ਨਹੀਂ, ਜ਼ਰੂਰੀ ਹੈ ਸੰਧਾਲੀਆ ਸਾਹਿਬ ਜੇ ਇਹ ਸਾਰਾ ਕੰਮ ਨਿਬੜ ਜਾਏ। ਹੁਣ ਆਪਾਂ ਥੋੜ੍ਹਾ ਜਿਹਾ ਯੂਕਰੇਨ ਵਾਲੇ ਪਾਸੇ ਚੱਲਦੇ ਹਾਂ। ਕੁਝ ਘੰਟੇ ਪਹਿਲਾਂ ਚਰਚਾ ਇਹ ਚੱਲੀ ਸੀ ਕਿ ਯੂਕਰੇਨ ਤੇ ਰੂਸ ਵਾਲੇ ਬੰਦੇ ਜਿਹੜੇ ਨੇ ਉਹ ਆਪਸ ਦੇ ਵਿੱਚ ਰਲ ਕੇ ਪੋਲੈਂਡ ਦੇ ਬਾਰਡਰ ਤੇ ਬੈਠੇ ਆ। ਉਮੀਦ ਕੀਤੀ ਜਾਂਦੀ ਸੀ ਕਿ ਭਾਈ ਲੜਾਈ ਬੰਦ ਹੋ ਜੂ। ਰੂਸ ਵਾਲੇ ਕਹਿੰਦੇ ਜੀ ਉਧਰਲੇ ਪਾਸੇ ਗੱਲਬਾਤ ਚੱਲੀ ਜੂ, ਪਰ ਜਿੰਨੀ ਦੇਰ ਗੱਲਬਾਤ ਕਿਸੇ ਸਿਰੇ ਨਹੀਂ ਲੱਗਦੇ ਹਮਲੇ ਜਾਰੀ ਰਹਿਣਗੇ। 10 ਲੱਖ ਤੋਂ ਵੱਧ ਸ਼ਰਨਾਰਥੀ ਹੋ ਗਿਆ। ਆਪਾਂ ਕੱਲ 8 ਤੋਂ ਵੱਧ ਕਿਹਾ ਸੀ,
ਕੁੱਲ 10 ਲੱਖ ਤੋਂ ਵੱਧ ਲੋਕਾਂ ਦੀ ਗਿਣਤੀ ਟੱਪ ਗਈ ਹੈ। ਰੋਜ਼ 2000 ਤੋਂ ਲੈ ਕੇ 3000 ਭਾਰਤੀ ਵਿਦਿਆਰਥੀ ਜਿਹੜੇ ਨੇ ਉਹ ਭਾਰਤ ਵਾਪਸ ਪਰਤ ਰਹੇ ਆ। ਜੋ ਅਧਿਕਾਰੀਆਂ ਨੇ ਦੱਸਿਆ ਸੀ ਕਿ 18000 ਤੋਂ ਵੱਧ ਭਾਰਤੀ ਯੂਕਰੇਨ ਚੋਂ ਬਾਹਰ ਆ ਚੁੱਕੇ ਆ ਤੇ ਹੁਣ 2000 ਤੋਂ ਵੀ ਘੱਟ ਗਿਣਤੀ ਅੰਦਰ ਰਹਿ ਗਈ। ਪਰ ਇੱਕ ਪੈਸੋਚਿਨ ਸ਼ਹਿਰ ਹੈ ਬਹੁਤ ਛੋਟਾ ਜਿਹਾ, ਉਹ ਆ ਜਿਹੜਾ ਖਾਰਕੀਵ ਦੇ ਨੇੜੇ ਸੀ, ਜਿੱਥੇ ਕਿਹਾ ਗਿਆ ਸੀ ਭਾਰਤੀ ਅੰਬੈਸੀ ਨੇ ਕਿ ਭਾਈ ਖਾਰਕੀਵ ਛੱਡ ਦਿਓ ਤੇ ਛੇਤੀ ਉੱਥੇ ਚਲੇ ਜਾਓ। ਉੱਥੇ ਸੈਂਕੜੇ ਭਾਰਤੀ ਵਿਦਿਆਰਥੀ ਬੈਠੇ ਆ ਤੇ ਕਈਆਂ ਨੇ ਆਪਣੀਆਂ ਫੋਟੋ ਭੇਜੀਆਂ ਕਿ ਆ ਦੇਖੋ ਜੀ ਤੁਰ ਤੁਰ ਕੇ ਪੈਰਾਂ 'ਚ ਛਾਲੇ ਪੈ ਗਏ, ਹੁਣ ਹੋਰ ਤੁਰਿਆ ਨਹੀਂ ਜਾਂਦਾ। ਉੱਥੋਂ ਰੂਸ ਦਾ ਬਾਰਡਰ ਹੈ ਸੰਧਾਲੀਆ ਸਾਹਿਬ 50 ਕਿਲੋਮੀਟਰ, ਯਾਨੀ ਰੂਸ ਵਾਲੀ ਸਰਹੱਦ ਜਿਹੜੀ ਹੈ ਉਹ 50 ਕਿਲੋਮੀਟਰ ਹੈ। ਤਾਂ ਜੇ ਇਧਰਲੇ ਪਾਸੇ ਰੋਮਾਨੀਆ, ਹੰਗਰੀ, ਪੋਲੈਂਡ ਨੂੰ ਆਉਣਾ ਤਾਂ 1000 ਤੋਂ ਲੈ ਕੇ 1300 ਕਿਲੋਮੀਟਰ ਬਣਦੇ ਆ। ਬੱਚਿਆਂ ਨੇ ਆਪਣੇ ਖਰਚੇ ਤੇ ਆਉਣਾ ਹੈ, ਕੌਣ ਕਾਰ 'ਚ ਲੈ ਕੇ ਆਉਂਦਾ ਹੈ, ਕੌਣ ਬੱਸ 'ਚ ਆਉਂਦਾ ਹੈ, ਟ੍ਰੇਨਾਂ ਦੇ ਵਿੱਚ ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ ਜਾਂਦਾ। ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ, ਇੱਕ ਸੂਮੀ ਵੀ ਇਲਾਕਾ ਉੱਥੋਂ ਵੀ 50 ਕਿਲੋਮੀਟਰ ਹੀ ਹੈ ਰੂਸ ਜਿਹੜਾ, ਉੱਥੇ ਵੀ ਆਪਣੇ 1000 ਕੁ ਬੱਚੇ ਜਿਹੜੇ ਫਸੇ ਹੋ ਆ। ਇਹ ਦੋ ਥਾਵਾਂ ਨੇ, ਜੇ ਪੈਸੋਚਿਨ ਤੇ ਉਹ ਸੂਮੇ ਵਾਲੇ ਪਾਸੇ ਤੋਂ ਜਿਹੜੇ ਕਿ ਦੋਨੇ ਹੀ ਰੂਸ ਦੇ ਬਾਰਡਰ ਤੋਂ 40 ਤੋਂ ਲੈ ਕੇ 50 ਕਿਲੋਮੀਟਰ ਹੀ ਦੂਰ ਹੈ, ਜੇ ਇਹਨਾਂ ਦੋਵਾਂ ਇਲਾਕਿਆਂ ਦੇ ਵਿੱਚੋਂ ਭਾਰਤੀ ਵਿਦਿਆਰਥੀ ਕੱਢ ਲੈ ਜਾਣ ਫਿਰ ਸ਼ਾਇਦ 200-250 ਬੱਚਾ ਹੀ ਹੋਰ ਬਚੂਗਾ ਵੱਖ-ਵੱਖ ਥਾਵਾਂ ਦੇ ਉੱਤੇ, ਜਿਹੜਾ ਛੋਟੀ-ਛੋਟੀ ਗਿਣਤੀ 'ਚ ਫਸਿਆ ਹੋਊਗਾ। ਪਰ ਸਮੱਸਿਆ ਉਹੀ ਆ ਰਹੀ ਹੈ, ਇਹ ਬੇਨਤੀਆਂ ਕਰ ਰਿਹਾ ਕਿ ਭਾਈ ਸਾਡੇ ਕੋਲ ਹੁਣ ਸਾਧਨ ਨਹੀਂ, ਸਾਨੂੰ ਕੋਈ ਬੰਦਾ ਇੱਥੇ ਲੜ ਨਹੀਂ, ਪੱਲਾ ਨਹੀਂ ਫੜਾ ਰਿਹਾ ਵੀ ਜਾਂ ਤਾਂ ਤੁਸੀਂ ਯੂਕਰੇਨ ਦੀ, ਕਿਉਂਕਿ ਉੱਥੋਂ ਪਰਲੇ ਪਾਸੇ ਨੂੰ ਯੂਕਰੇਨ ਦੀ ਫੌਜ ਦਾ ਕਬਜ਼ਾ, ਕਿ ਤੁਸੀਂ ਯੂਕਰੇਨ ਦੀ ਸਰਕਾਰ ਨਾਲ ਗੱਲ ਕਰਕੇ ਸਾਨੂੰ ਸੁਰੱਖਿਅਤ ਲਾਂਘਾ ਦਵਾ ਦਿਓ, ਜਾਂ ਤੁਸੀਂ ਰੂਸ ਦੀ ਸਰਕਾਰ ਦੇ ਨਾਲ ਗੱਲ ਕਰ ਲਓ। ਹੁਣ ਰੂਸ ਵਾਲਿਆਂ ਨੇ ਇੱਕ ਇਲਜ਼ਾਮ ਲਾਤਾ ਜੀ ਭਾਰਤੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਤਾਂ ਯੂਕਰੇਨ ਵਾਲਿਆਂ ਨੇ ਬੰਧਕ ਬਣਾਇਆ, ਬੜਾ ਰੌਲਾ ਪੈ ਗਿਆ ਕਿਉਂਕਿ ਕੂਟਨੀਤਿਕ ਪੱਧਰ ਤੇ ਵੀ ਚਰਚਾ ਚੱਲਣੀ ਸੀ। ਇਹ ਚੰਗਾ ਕੀਤਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਉਸ ਵੇਲੇ ਕਹਿੰਦੇ ਨਹੀਂ ਜੀ, ਸਾਡਾ ਸਾਰੇ ਵਿਦਿਆਰਥੀਆਂ ਨਾਲ ਸੰਪਰਕ ਹੈ, ਸਾਡਾ ਇੱਕ ਵੀ ਬੱਚਾ ਯੂਕਰੇਨ ਦੀ ਸਰਕਾਰ ਨੇ ਬੰਧਕ ਨਹੀਂ ਬਣਾਇਆ। ਪਰ ਇੰਨਾ ਨਹੀਂ ਅਜੇ ਤਿੰਨੋਂ ਸਰਕਾਰਾਂ ਭਾਰਤ, ਰੂਸ ਤੇ ਯੂਕਰੇਨ ਦੀਆਂ ਕਰ ਸਕੀਆਂ ਕਿ ਮੰਨ ਲਓ ਇੱਥੇ ਬੱਚੇ ਬੈਠੇ ਆ, ਇੱਧਰ ਯੂਕਰੇਨ ਦੀ ਫੌਜ ਹੈ, ਇੱਥੇ ਰੂਸ ਦੀ ਹੈ, ਕਿ ਭਾਈ ਇੱਕ ਸੁਰੱਖਿਅਤ ਲਾਂਘਾ ਦੇ ਦਿਓ। ਮਾਸਕੋ ਵਾਲੇ ਭਾਰਤੀ ਅੰਬੈਸੀ ਵਾਲੇ ਕਹਿੰਦੇ ਜੀ 132 ਬੱਸਾਂ ਤਿਆਰ ਨੇ। ਇਹ ਜਿਹੜੇ ਬੱਚੇ ਦੋਨੇ ਹੀ ਜਗ੍ਹਾ ਦੇ ਉੱਤੇ 1500-1600 ਦੀ ਗਿਣਤੀ ਹੈ, ਜੇ ਕਿਤੇ ਉਹ ਰੂਸ ਦੇ ਬਾਰਡਰ ਤੱਕ 50 ਕਿਲੋਮੀਟਰ ਆ ਜਾਣ ਅਸੀਂ ਬੱਸਾਂ 'ਚ ਲੈ ਜਾਵਾਂਗੇ। ਪਰ ਰੌਲਾ ਤਾਂ ਉੱਥੇ ਤੱਕ ਜਾਣਦਾ ਹੀ ਹੈ। ਇਹ ਰੌਲਾ ਬਿਲਕੁਲ ਜਾਣਦਾ, ਪਰ ਕਾਰਨ ਇਹ ਹੈ ਨਾ ਵੀ ਉਹ ਜਿਸ ਪਾਸੇ ਨੂੰ ਹੁਣ ਨਿਕਲਣ ਦੀ ਗੱਲ ਚੱਲਦੀ ਹੈ, ਇਹ ਗੱਲ ਠੀਕ ਆ, ਥੌਟ ਠੀਕ ਆ। ਜਦੋਂ ਮੋਦੀ ਸਾਹਿਬ ਨੇ ਗੱਲ ਕੀਤੀ ਹੈ ਪੁਤਿਨ ਸਾਹਿਬ ਨਾਲ, ਉਦੋਂ ਵੀ ਚਰਚਾ ਬਾਹਰ ਆਈ ਸੀ ਵੀ ਹਾਂਜੀ ਉਹ ਵੀ ਇਹ ਕਹਿੰਦੇ ਨੇ ਵੀ ਜੇ ਉਹ ਦੂਸਰੇ ਪਾਸੇ ਨਹੀਂ ਜਾ ਸਕਦੇ ਤੇ ਇੱਧਰ ਦੀ ਕੱਢ ਦਿਓ। ਹੁਣ ਉਹਦੇ ਵਿੱਚ ਜਿਹੜੀ ਇੱਕ ਚਰਚਾ ਇੱਕ ਭਾਰਤੀ ਅਧਿਕਾਰੀ ਵਾਲੇ ਪਾਸਿਓਂ ਸੀਗੀ ਗੱਲ, ਉਹ ਕਹਿੰਦੇ ਵੀ ਉਹਦੇ ਵਿੱਚ ਸਾਨੂੰ ਪ੍ਰੋਬਲਮ ਇਹ ਲੱਗਦੀ ਹੈ ਵੀ ਹੋ ਸਕਦਾ ਵੀ ਉਸ ਵਾਲੇ ਪਾਸਿਓਂ ਹਮਲਾ ਹੋ ਰਿਹਾ, ਉਸ ਵਾਲੇ ਪਾਸਿਓਂ ਟੈਂਕ ਤੋਪਾਂ ਆ ਰਹੇ, ਉਸ ਵਾਲੇ ਪਾਸਿਓਂ ਜਿਹੜਾ ਉਹ ਗੋਲਾ ਬਰੂਦ ਆ ਰਿਹਾ। ਜੇ ਉਸੇ ਰਾਹ ਅਸੀਂ ਆਪਣੀਆਂ ਬੱਸਾਂ ਜਾਂ ਕਿਸੇ ਤਰ੍ਹਾਂ ਵੀ ਕਹਿ ਲਓ ਕਿ ਵੀ ਕਿਸੇ ਨੂੰ ਵੀ ਰੈਸਕਿਊ ਕਰਨ ਦੇ ਲਈ ਪਾ ਲੈਂਦੇ ਹਾਂ, ਤੇ ਇਹ ਨਾ ਹੋਵੇ ਕਿ ਵੀ ਉਸ ਕਲੈਸ਼ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਨੁਕਸਾਨ ਹੋ ਜਾਵੇ। ਉਹ ਵੀ ਇੱਕ ਕਾਰਨ ਆ ਜਿਹਦਾ ਕਰਕੇ ਉਹ ਚਾਹੁੰਦੇ ਵੀ ਪਾਸੇ ਚਲੇ ਜਾਵੇ। ਪਰ ਮੁਸ਼ਕਿਲ ਇਹ ਹੈ ਨਾ ਵੀ ਜਿਹੜੀ ਇਸ ਵਕਤ ਸਥਿਤੀ ਬਣ ਗਈ ਆ, ਇਹਦੇ ਵਿੱਚ ਜਿਹੜੀ ਉਹ ਚਰਚਾ ਚੱਲੀ ਜਾਂਦੀ ਆ ਵੀ ਕਿਤੇ ਕੋਈ ਚਿੱਠੀ ਸੀਗੀ ਜਾਂ ਇਸ ਤੋਂ ਪਹਿਲਾਂ ਕਿਤੇ ਕੋਈ ਸੁਨੇਹਾ ਸੀਗਾ ਕਿ ਵੀ ਜਿਹੜੇ ਵਿਦਿਆਰਥੀ ਜਿੱਥੇ ਜਿੱਥੇ ਹੈਗੇ ਨੇ ਉਹ ਉੱਥੇ ਉੱਥੇ ਟਿਕੇ ਰਹਿਣ, ਕੋਈ ਗੱਲ ਨਹੀਂ ਜੀ, ਅਜੇ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਕੋਈ ਮੁਸ਼ਕਿਲ ਨਹੀਂ ਆਉਂਦੀ। ਉਹਦਾ ਵੀ ਮੇਰੇ ਖਿਆਲ ਅਧਿਕਾਰਤ ਤੌਰ 'ਤੇ ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ, ਕਿਉਂਕਿ ਉਹਦਾ ਅਸਰ ਤੇ ਪਿਆ ਨਾ। ਕਿਉਂਕਿ ਜੇ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਹਾਂ ਯਾਰ ਇੱਥੇ ਪ੍ਰੋਬਲਮ ਲੱਗਦੀ, ਤੁਸੀਂ ਨਿਕਲ ਆਓ, ਜਿਹੜੇ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਜਦੋਂ ਇੱਕ ਵਾਰ ਪਹਿਲਾਂ ਪ੍ਰੋਬਲਮ ਆਈ ਸੀ ਉਦੋਂ ਨਿਆਣੇ ਨਿਕਲ ਆਏ ਸੀ, ਜੇ ਹੁਣ ਉਹ ਮੈਸੇਜ ਨਾ ਗਿਆ ਹੁੰਦਾ ਵੀ ਤੁਸੀਂ ਟਿਕੇ ਰਹੋ ਤੇ ਸ਼ਾਇਦ ਲੋਕ ਨਿਕਲ ਆਉਂਦੇ। ਸੰਧਾਲੀਆ ਸਾਹਿਬ ਸਮੱਸਿਆਵਾਂ ਨੇ। ਹੁਣ ਦੇਖੋ ਤੁਸੀਂ ਇਹਨਾਂ ਸ਼ਹਿਰਾਂ ਦੇ ਵਿੱਚ ਇੱਕ ਸੁਨੇਹਾ ਗਿਆ ਕਿ ਤੁਸੀਂ ਚਿੱਟਾ ਕੱਪੜਾ ਆਪਣੇ ਕੋਲ ਰੱਖਣਾ, ਚਿੱਟਾ ਕੱਪੜਾ ਕਿ ਤੁਸੀਂ ਉਹਨੂੰ ਲਹਿਰਾ ਦੇਣਾ ਹੀ ਜੇ ਤੁਹਾਨੂੰ ਕਿਤੇ ਖਤਰਾ ਲੱਗਦਾ, ਜਿਹਦੇ ਨਾਲ ਪਤਾ ਲੱਗ ਜਾਊਗਾ ਕਿ ਤੁਸੀਂ ਭਾਰਤੀ ਵਿਦਿਆਰਥੀ ਹੋ। ਹੁਣ ਉਹ ਇਦਾਂ ਦੇ ਸੁਨੇਹੇ ਜਾ ਰਹੇ ਨੇ, ਠੀਕ ਹੈ ਵਿਦਿਆਰਥੀਆਂ ਤੱਕ ਪਹੁੰਚਦੇ। ਅਜੇ ਤਾਂ ਸੰਧਾਲੀਆ ਸਾਹਿਬ ਇੱਕ ਗੱਲ ਸੁੱਖ ਦਾ ਸਾਹ ਦੇਣ ਵਾਲੀ ਹੈ ਕਿ ਇੰਟਰਨੈਟ ਚੱਲ ਰਿਹਾ, ਇੰਟਰਨੈਟ ਚੱਲ ਰਿਹਾ ਤੋਂ ਭਾਵ ਇਹ ਹੈ ਕਿ ਭਾਈ ਉੱਥੋਂ ਦੇ ਬੱਚਿਆਂ ਦਾ ਸੁਨੇਹਾ ਸਾਡੇ ਕੋਲ ਪੜ ਰਿਹਾ, ਇਧਰ ਭਾਰਤੀ ਅੰਬੈਸੀ ਜਾਂ ਭਾਰਤ ਦਾ ਕੋਈ ਮਿਨਿਸਟਰੀ ਵਾਲੇ ਪਾਸਿਓਂ ਕੋਈ ਦੱਸਣਾ ਚਾਹ ਰਿਹਾ ਤੇ ਉਹ ਸੁਨੇਹਾ ਜੇ ਬੱਚਿਆਂ ਕੋਲ ਪੜ ਰਿਹਾ। ਹਾਲਾਂਕਿ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੇ ਪਰਿਵਾਰ ਬੈਠੇ ਆ, ਮਿੰਨਤਾਂ ਕਰਦੇ, ਕਦੇ ਡੀਸੀ ਦਫ਼ਤਰ, ਕਦੇ ਪੰਜਾਬ ਦੇ ਮੰਤਰੀਆਂ ਕੋ, ਕਦੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਕੋਲੇ, ਕਦੇ ਹੈਲਪਲਾਈਨ ਦੇ ਉੱਤੇ ਟੈਲੀਫੋਨ ਕਰਦੇ ਆ। ਜਾਣੀ ਦੇਖੋ ਮਾਂ-ਬਾਪ ਨੇ ਤਾਂ ਕੰਧ 'ਚ ਟੱਕਰਾਂ ਮਾਰਨੀਆਂ ਹੁੰਦੀਆਂ, ਹੁਣ ਉਹ ਬਾਰ-ਬਾਰ ਕਹੀ ਜਾਂਦੇ ਆ, ਪਰ ਜਦੋਂ ਤੱਕ ਉਹ ਬੱਚੇ ਜਿਹੜੇ ਨੇ ਉਹ ਬਾਹਰ ਨਹੀਂ ਆਉਂਦੇ, ਸੁਰੱਖਿਅਤ ਉਹਨਾਂ ਤੱਕ ਨਹੀਂ ਪਹੁੰਚਦੇ, ਉਨੀ ਦੇਰ ਤਾਂ ਸਮੱਸਿਆ ਖੜੀ ਦੀ ਖੜੀ ਰਹਿਣੀ ਹੈ। ਉਹ ਇਲਾਕਾ ਜਿਹੜਾ ਪੂਰਬੀ ਇਲਾਕਾ, ਜਿਹੜੇ ਇਹ ਦੋ ਸ਼ਹਿਰ ਨੇ, ਇਹਨਾਂ 'ਚੋਂ ਜੇ ਕਿਤੇ ਭਾਰਤ ਦੇ ਬੱਚੇ ਬਾਹਰ ਨਿਕਲੇ ਹੋਣ ਤਾਂ ਫਿਰ ਸੁਰੱਖਿਆ ਬਹੁਤ ਵੱਡੀ ਹੋ ਜਾਣੀ ਹੈ। ਜੀ ਬਿਲਕੁਲ ਠੀਕ ਆ, ਕਿਉਂਕਿ ਇਸ ਵਕਤ ਲੜਾਈ ਜਿਹੜੀ ਆ ਉਹ ਮੇਰੇ ਖਿਆਲ ਨਾਲ ਕਿਸੇ ਪਾਸੋਂ ਵੀ ਠੰਡੀ ਨਹੀਂ ਪੈ ਰਹੀ। ਉਹ ਸੈਕੰਡ ਫੇਜ਼ ਦੀ ਗੱਲਬਾਤ ਹੋਈ ਆ, ਉਹਦੇ 'ਚੋਂ ਜੋ ਬਾਹਰ ਆਇਆ ਉਹ ਤਾਂ ਇੰਨੀ ਕੀ ਗੱਲਬਾਤ ਹੈ ਵੀ ਅਜੇ ਕਿਸੇ ਤਣ ਪੱਤਣ ਗੱਲ ਲੱਗੀ ਨਹੀਂ, ਕਿਉਂਕਿ ਮੰਗਾਂ ਦੋਵਾਂ ਪਾਸਿਆਂ ਤੋਂ ਬੜੀਆਂ ਅਜੀਬੋ ਗਰੀਬ ਨੇ ਜੀ।
ਰੂਸ ਕਹਿੰਦਾ ਕਿ ਵੀ ਹਾਂਜੀ ਇਹ ਨਾਟੋ ਦੇ ਨਾਲ ਸਾਰੇ ਸਬੰਧ ਤੋੜ ਕੇ ਤੇ ਸਾਨੂੰ ਬਿਲਕੁਲ ਕਲੀਅਰ ਚਾਹੀਦਾ ਕੰਮ, ਈਵਨ ਯੂਕਰੇਨ ਨੂੰ ਫੌਜ ਰੱਖਣ ਦੀ ਵੀ ਲੋੜ ਨਹੀਂ ਹੈਗੀ, ਇਹਦਾ ਕਿਹੜਾ ਕੋਈ ਫੌਜ ਦਾ ਕੰਮ ਆ। ਤੇ ਰਹੀ ਗੱਲ ਇਹ ਕਿ ਵੀ ਜੇ ਇਹਨੇ ਕਿਤੇ ਵੀ ਇਹ ਸਾਰਾ ਕੁਝ ਕਰਨਾ ਤੇ ਫਿਰ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਐਟਮੀ ਜਿਹੜੀ ਧਮਕੀ ਵਾਲਾ ਕੰਮ ਉਹ ਘੁੰਮਦਾ ਘੁਮਾਉਂਦਾ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਕਹਿੰਦੇ ਫੋਨ ਤੇ ਪੁਤਿਨ ਸਾਹਿਬ ਵੱਲੋਂ ਕਿਤੇ ਗੱਲ ਕਹੀ ਗਈ ਆ ਵੀ ਸਾਨੂੰ ਪਤਾ ਹੈ ਕੀ ਕਰਦਾ ਤੇ ਅਸੀਂ ਇਹਨੂੰ ਬੰਦੇ ਦਾ ਪੁੱਤ ਬਣਾਉਣਾ ਪੰਜਾਬੀ ਭਾਸ਼ਾ 'ਚ। ਦੂਜੇ ਪਾਸੇ ਯੂਕਰੇਨ ਇਹ ਕਹਿੰਦਾ ਵੀ ਜੇ ਇਹੋ ਕੁਛ ਹੀ ਕੀਤਾ ਜਾਣਾ ਸਾਡੇ ਨਾਲ ਤੇ ਜਿਹੜਾ ਸਾਡਾ ਬਾਕੀ ਇੰਟਰਨੈਸ਼ਨਲ ਭਾਈਚਾਰਾ ਉਹ ਹੁਣ ਕੀ ਕਰ ਰਿਹਾ ਭਾਈ, ਸਾਡੇ ਘਰ 'ਚ ਦੇਖੋ ਕੀ ਕੁਛ ਹੋ ਰਿਹਾ। ਨਾਲ ਉਹਨਾਂ ਨੇ ਇਹ ਡਿਮਾਂਡ ਕੀਤੀ ਆ ਵੀ ਇਹ ਜੋ ਕੁਛ ਵੀ ਹੈਗਾ ਇਹਨੂੰ ਥੋੜ੍ਹੇ ਚਿਰ ਲਈ ਰੋਕ ਦਿਓ, ਜਿਹੜੇ ਸਾਡੇ ਨਾਗਰਿਕ ਫਸੇ ਨੇ ਜਾਂ ਹੋਰਨਾਂ ਦੇਸ਼ਾਂ ਦੇ ਨਾਗਰਿਕ ਫਸੇ ਨੇ ਉਹਨਾਂ ਨੂੰ ਆਪਾਂ ਇੱਕ ਰੈਸਕਿਊ ਕਰ ਲਈਏ, ਬਾਹਰ ਕੱਢ ਲਈਏ, ਫਿਰ ਤੁਸੀਂ ਬਹਿ ਕੇ ਗੱਲ ਨਿਬੇੜ ਲਓ ਵੀ ਕਿਹੜੀ ਚੀਜ਼ ਤੇ ਤੁਹਾਨੂੰ ਇਤਰਾਜ਼ ਆ ਤੇ ਕਿਹੜੀ ਚੀਜ਼ ਤੇ ਸਾਡਾ ਇਤਰਾਜ਼ ਆ। ਸੰਧਾਲੀਆ ਸਾਹਿਬ, ਜਿੱਥੇ ਇੱਕ ਮੈਨੂੰ ਲੱਗਦਾ ਕਿ 2 ਦਿਨ ਤਾਂ ਰੂਸ ਨੇ ਅਜੇ ਰੁਕਣਾ ਨਹੀਂ, ਕਿਉਂਕਿ ਜਿਸ ਤਰੀਕੇ ਇੱਕ ਉਹ ਜਿਹੜਾ ਕਾਲੇ ਸਾਗਰ ਵਾਲੇ ਨੇੜੇ ਬੰਦਰਗਾਹ ਵਾਲੇ ਸ਼ਹਿਰ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ, ਕਿਉਂਕਿ ਕਈ ਚੀਜ਼ਾਂ ਉਹਨਾਂ ਦੇ ਲਈ ਇੰਪੋਰਟੈਂਟ ਨੇ, ਉਹ ਯੁੱਧ ਨੀਤੀ ਦੇ ਪੱਖ ਤੋਂ ਕਹਿ ਲਓ, ਉਹ ਅੱਗੇ ਨੂੰ ਵਧੀ ਜਾਂਦੇ ਆ, ਰੋਜ਼ 1-2 ਸ਼ਹਿਰਾਂ ਦੇ ਉੱਤੇ ਕਬਜ਼ਾ ਕਰੀ ਜਾਂਦੇ ਆ। ਤਕਰੀਬਨ 35% ਯੂਕਰੇਨ ਦੇ ਉੱਤੇ ਉਹਨਾਂ ਦਾ ਕਬਜ਼ਾ ਹਲੇ ਹੈਗਾ, ਅੱਧਾ ਬਚੱਧਾ ਜਿਹਾ 35% ਦੇ ਉੱਤੇ। ਤਾਂ ਜੇ ਉਹ ਧੱਕ ਕੇ ਉਹਨੂੰ 40-45 ਦੇ ਉੱਤੇ ਲੈ ਗਏ, ਫਿਰ ਤਾਂ ਐਨ ਉਹ ਜਿਹੜੀ ਨਦੀ ਲੰਘਦੀ ਹੈ, ਨਹਿਰ ਹੈ ਜਾਂ ਦਰਿਆ ਕਹਿ ਲਓ, ਫਿਰ ਤਾਂ ਐਨ ਉਹਦੇ ਕਿਨਾਰਿਆਂ ਤੱਕ ਉਹਨਾਂ ਨੇ ਚਲੇ ਜਾਣਾ, ਫਿਰ ਕੀਵ ਕੀ ਤਾਂ ਬਾਕੀ ਸ਼ਹਿਰ ਕੀ ਉਹਨਾਂ ਦੇ ਹਿੱਸੇ 'ਚ ਆ ਜਾਣੇ ਆ। ਉਸ ਸਥਿਤੀ ਦੇ ਵਿੱਚ ਇਹ ਤੁਸੀਂ ਠੀਕ ਕਿਹਾ ਕਿ ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਕਿਹਾ, ਮੈਨੂੰ ਲੱਗਦਾ ਕਿ ਉਹ ਚੰਗਾ ਬੰਦਾ ਟੈਲੀਫੋਨ ਕਰੀ ਜਾਂਦਾ, ਕਹਿੰਦਾ ਫਰਾਂਸ ਵੀ ਤਾਂ ਉਧਰਲੇ ਪਾਸੇ ਹੀ ਆ ਨਾ ਜਿੱਧਰਲੇ ਪਾਸੇ ਬਾਕੀ ਆ, ਵੀ ਘੱਟੋ ਘੱਟ ਉਹ ਟੈਲੀਫੋਨ ਕਰਦੇ ਆ, ਇੱਕ ਕਮਿਊਨੀਕੇਸ਼ਨ ਦਾ ਰਾਹ ਬਣਿਆ ਹੋਇਆ। ਹੁਣ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਭਾਈ ਗੱਲਬਾਤ ਤੋਂ ਬਾਅਦ ਲੋਕ ਤਾਂ ਇਸ ਗੱਲ ਦੀ ਆਸ ਰੱਖਦੇ ਸੀ ਕਿ ਉਹ ਕਹਿੰਦੇ ਜੀ ਨਿਬੜ ਗਈ ਆ ਗੱਲ, ਇੱਥੇ ਕਿ ਨਿਬੜਦੀ ਆ, ਇੰਨਾ ਕੁ ਤੁਸੀਂ ਮੜ ਜਾ ਚੁੱਕੋ, ਇੰਨਾ ਕੁ ਉਹਨੂੰ ਝੁਕਾਉਣੇ ਆ, ਬੰਦ ਕਰਾਉਣੇ ਆ। ਪਰ ਉਹ ਕਹਿੰਦੇ ਜੀ ਅਗਲਾ ਸਮਾਂ ਬਹੁਤ ਜ਼ਿਆਦਾ ਭਿਆਨਕ ਹੋ ਸਕਦਾ। ਜਦੋਂ ਉਹਨਾਂ ਨੇ ਭਿਆਨਕ ਸ਼ਬਦ ਵਰਤ ਲਿਆ, ਇਹਦੇ ਨਾਲ ਲੋਕਾਂ ਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਪਿਆ ਸੀ ਕਿ ਕਹਾਣੀ ਕੀ ਹੋਈ ਹੈ। ਹੁਣ ਸੰਧਾਲੀਆ ਸਾਹਿਬ, ਕਿੰਨੀਆਂ ਹੀ ਤਸਵੀਰਾਂ ਆਈਆਂ, ਇੱਕ ਤਸਵੀਰ ਆ ਰਹੀ, ਕਿਉਂਕਿ ਲੜਾਈ ਆ, ਲੜਾਈ ਦਾ ਮਤਲਬ ਤਬਾਹੀ ਹੈ। ਇੱਕ ਵਿਅਕਤੀ ਆਪਣੇ ਪੁੱਤ ਦੀ ਲਾਸ਼ ਦੇ ਕੋਲੇ ਬੈਠਾ, ਉਹਦੇ ਤੇ ਧੌਣ ਰੱਖ ਕੇ, ਸਿਰ ਰੱਖ ਕੇ ਐਂ ਬੈਠਾ ਹੈ। ਇਸੇ ਤਰੀਕੇ ਇੱਕ ਹੋਰ ਬੱਚੇ ਦੀ ਤਸਵੀਰ ਹੈ ਕਿ ਦੋਨੋਂ ਹੀ ਲੱਤਾਂ ਹੀ ਉਹਦੀਆਂ ਉੜ ਗਈਆਂ ਤੇ ਪਰਿਵਾਰ ਵਿਲਕੀ ਜਾਂਦਾ ਹੈ। ਇੱਕ ਔਰਤ ਹੈ, ਥੋੜ੍ਹਾ ਜਿਹਾ ਭਾਰੇ ਸਰੀਰ ਦੀ ਹੈ, ਉਹ ਕਈ ਘੰਟੇ ਜ਼ਖਮੀ ਆਪਣੇ ਘਰ ਦੇ ਵਿੱਚ ਹੀ ਪਈ ਰਹੀ, ਉਹਦੇ ਤੋਂ ਬਾਅਦ ਹੀ ਡਾਕਟਰੀ ਸਹਾਇਤਾ ਉਹਦੇ ਕੋਲੇ ਪੁੱਜੀ ਹੈ। ਜਾਣੀ ਤੁਸੀਂ ਇਹ ਦੇਖੋ ਕਿ ਬੱਚੇ ਤੇ ਔਰਤਾਂ ਉਹ ਸ਼ਰਨਾਰਥੀ ਬਣੀ ਜਾਂਦੇ ਆ, ਇਧਰਲੇ ਪਾਸੇ ਮਰਦ ਜਿਹੜੇ ਨੇ ਉਹਨਾਂ ਪਰਿਵਾਰਾਂ ਦੇ ਉਹ ਜੰਗ ਦੇ ਵਿੱਚ ਚਾਹ ਕੇ ਲੜ ਰਹੇ ਆ ਜਾਂ ਅਣਚਾਹੇ ਮਨ ਦੇ ਨਾਲ ਲੜਨਾ ਪੈ ਰਿਹਾ, ਪਰ ਸਾਹਮਣੇ ਤਾਂ ਮੌਤ ਹੀ ਨੱਚਦੀ ਆ ਨਾ। ਨਹੀਂ, ਬਿਲਕੁਲ ਨੱਚਦੀ ਆ। ਫੋਟੋਗ੍ਰਾਫਸ ਤਾਂ ਇਹ ਵੀ ਨੇ ਨਾ ਕਿ ਵੀ ਉੱਥੋਂ ਦੇ ਜਿਹੜੇ ਆਮ ਸਿਵੀਲੀਅਨ ਨੇ, ਕਿਉਂਕਿ ਪਿੱਛੇ ਆਪਾਂ ਇਹ ਵੀ ਦੇਖਿਆ ਸੀ ਵੀ ਲਾਈਨਾਂ 'ਚ ਲੱਗ ਕੇ ਉਹਨਾਂ ਨੇ ਅਸਲਾ ਲਿਆ ਜੀ। ਹੁਣ ਅਸਲਾ ਜਿਹੜਾ ਲਿਆ ਉਹ ਕੀ ਇੱਕ ਸਧਾਰਨ ਰਫਲਾਂ ਨੇ। ਹੁਣ ਸਧਾਰਨ ਰਫਲਾਂ ਤੇ ਇੱਕ ਜੀਨ ਪਾਈ ਆ, ਜੈਕਟ ਪਾਈ ਆ, ਜਾਂ ਸਿਰ ਤੇ ਠੰਡ ਤੋਂ ਬਚਣ ਲਈ ਟੋਪੀ ਪਾਈ, ਇੱਕ ਆਮ ਸਿਵੀਲੀਅਨ ਜਿਹੜਾ ਉਹ ਜੇ ਬੰਦੂਕ ਦੀ ਗੋਲੀ ਜਾਂ ਸੜਕ ਦੇ ਉੱਪਰ ਆ ਕੇ ਬੰਦੂਕ ਤਾਣੇ ਉਧਰ ਵੱਡੇ ਵੱਡੇ ਟੈਂਕਾਂ ਤੋਪਾਂ ਜਾਂ ਬਖਤਰਬੰਦ ਗੱਡੀਆਂ ਵਾਲੇ ਪਾਸੇ ਨੂੰ, ਉਹਨਾਂ ਨੇ ਕਿਤੇ ਡਰ ਥੋੜਾ ਜਾਣਾ ਉਹਨਾਂ ਦੇ ਅੱਗੇ। ਹੁਣ ਇਹ ਤੇ ਗੱਲ ਕਲੀਅਰ ਹੈ ਕਿ ਵੀ ਜਿਸ ਹਿਸਾਬ ਦਾ ਦਬਕਾ ਉਹ ਫਰਾਂਸ ਦੇ ਰਾਸ਼ਟਰਪਤੀ ਦੇ ਥਰੂ ਵੀ ਪੁੱਤ ਨੂੰ ਰਾ ਮਾਰਿਆ, ਜਾਂ ਇਹ ਜਿਹੜੀ ਗੱਲਬਾਤ ਕਹਿੰਦੇ ਦੂਜੇ ਦੌਰ ਦੀ ਹੋਈ, ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਪਹਿਲਾਂ ਯੂਕਰੇਨ ਸਾਰਾ ਕੁਝ ਇਹ ਕਲੀਅਰ ਕਰੇ ਵੀ ਆਪਾਂ ਫੌਜ ਛੱਡੀ, ਆਪਾਂ ਸਾਰਾ ਕੁਝ ਨਾਟੋ ਤੋਂ ਸੰਬੰਧ ਤੋੜੇ, ਫਿਰ ਅਸੀਂ ਗੱਲ ਕਰਾਂਗੇ ਜਾਂ ਫਿਰ ਅੱਗੇ ਗੱਲ ਤੁਰੂਗੀ। ਇਹ ਜੰਗਬੰਦੀ ਵਾਲੀ ਗੱਲ ਪਹਿਲਾਂ ਨਹੀਂ ਹੋਣੀ। ਉਹਦੇ ਤੋਂ ਤੇ ਲਗਭਗ ਇਹ ਜਾਪਦੀ ਹੈ ਗੱਲ ਵੀ ਇੱਧਰੋਂ ਬਲੈਕ ਸੀ ਵਾਲੇ ਪਾਸੋਂ ਵੀ ਅਗਲੇ ਨੇ ਕੰਮ ਦਬਾ ਲਿਆ, ਉਧਰੋਂ ਕੀ ਵਾਲੀ ਰਾਜਧਾਨੀ ਵਾਲੇ ਪਾਸੋਂ ਵੀ ਕੰਮ ਦੱਬ ਲਿਆ, ਤੇ ਜਿਹੜੇ ਪਹਿਲੇ ਇੱਧਰਲੇ ਰੂਸ ਦੇ ਨਾਲ ਲੱਗਦੇ ਏਰੀਏ ਸੀਗੇ ਉਹ ਤੇ ਪਹਿਲਾਂ ਹੀ ਬਾਗੀਆਂ ਦੇ ਕੋਲ ਸੀਗੇ। ਸੋ ਯੂਕਰੇਨ ਦੇ ਲਈ ਸਥਿਤੀ ਤੇ ਆ ਔਖੀ ਜੀ। ਬਾਕੀ ਹੁਣ ਜੇ ਗਲੋਬਲ ਭਾਈਚਾਰਾ ਥੋੜਾ ਬਹੁਤ ਕਿਤੇ ਨਾ ਕਿਤੇ, ਕਿਉਂਕਿ ਪਿਛਲੇ ਦਿਨੀ ਉਹ UN ਵਾਲੀਆਂ ਵੋਟਾਂ ਵੀ ਪਈਆਂ, ਪਰ ਵੋਟਾਂ ਦਾ ਅਸਰ ਕਿੱਥੇ ਮੰਨਦਾ? ਨਹੀਂ, ਕੋਈ ਕਿੱਥੇ ਮੰਨਿਆ ਜਾਂਦਾ, ਕਿਉਂਕਿ ਬਹੁਤ ਸਾਰੇ ਦੇਸ਼ ਪਹਿਲਾਂ ਵੀ ਨਹੀਂ ਮੰਨਦੇ ਰਹੇ। ਇਹ ਕਹਿੰਦੇ ਹੁਣੇ ਜੇ ਅਸੀਂ ਨਾ ਮੰਨੇ ਤਾਂ ਫਿਰ ਤੁਸੀਂ ਕੀ ਕਰ ਲਓਗੇ ਨਾ, ਸਾਡੀ ਕਿਹੜੀ ਲੱਤ ਤੋੜ ਲਓਗੇ। ਪਰ ਇੰਨੀ ਗੱਲ ਹੈਗੀ ਆ, ਯੂਰਪੀਅਨ ਦੇਸ਼ਾਂ ਦੇ ਉੱਤੇ ਬਹੁਤ ਅਸਰ ਪੈਣਾ। ਜੇ ਅੱਜ ਰੂਸ ਦੀ ਆਰਥਿਕਤਾ ਲੜਖੜਾਈ ਹੈ ਤਾਂ ਯੂਰਪੀਅਨ ਦੇਸ਼ਾਂ ਨੂੰ ਪੈਸੇ ਖਰਚਣੇ ਪੈਣੇ ਹਥਿਆਰਾਂ 'ਤੇ ਵੀ ਆਉਣ ਵਾਲੇ ਸਮੇਂ 'ਚ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ। ਕਿੱਥੇ ਸਿਹਤ ਸੇਵਾਵਾਂ ਅਤੇ ਸਿੱਖਿਆ ਵਾਲੇ ਪਾਸੇ ਦੇਖਣਾ ਪੈਣਾ ਸੀ। ਹੁਣ ਸੰਧਾਲੀਆ ਸਾਹਿਬ, ਤੁਸੀਂ ਦੇਖੋ ਕਿ ਜਿਹੜੇ ਬੱਚੇ ਵਾਪਸ ਪਹੁੰਚ ਗਏ, ਜਾਣੀ 18,000 ਲੋਕਾਂ ਨੇ ਤਾਂ ਵਾਪਸ ਪਹੁੰਚ ਜਾਣਾ ਨਾ, ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਆ ਗਈ। ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਇੱਕ ਗੱਲ ਆਖੀ, ਇਹਦੇ ਨਾਲ ਸੰਬੰਧ ਰੱਖਦੀ। ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਰਹੇ ਆ, ਡਾਕਟਰ ਨੇ। ਇੱਕ ਬੜੀ ਵੱਡੀ ਗੱਲ ਚੱਲਦੀ ਸੀ ਜੀ, ਉੱਥੇ ਕੌਣ ਬੱਚੇ ਪੜ੍ਹਨ ਜਾਂਦੇ ਆ ਜੀ, ਇੱਦਾਂ ਹੀ ਬੱਚੇ ਉਹ ਵਿਦੇਸ਼ੀ ਭਾਸ਼ਾ ਦੇ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਜੀ, ਇਹਨਾਂ ਨੂੰ ਤਾਂ ਟੈਸਟ ਪਾਸ ਨਹੀਂ ਹੁੰਦਾ। ਜਾਣੀ ਜਿਹਦੇ ਮੂੰਹ ਦੇ ਵਿੱਚੋਂ ਜੋ ਆਉਂਦਾ ਨਾ ਉਹੀ ਬੋਲੀ ਜਾਂਦਾ ਹੈ। ਮੈਨੂੰ ਐਂ ਲੱਗਦਾ ਕਿ ਜਿਹੜਾ ਬੱਚਾ ਉੱਥੇ ਜਾ ਕੇ ਪੜ੍ਹਦਾ ਹੈ, 6-6 ਸਾਲ ਡਾਕਟਰੀ ਦੀ ਪੜ੍ਹਾਈ ਕਰਦਾ, ਇੱਕ ਗੱਲ ਤਾਂ ਬੜੀ ਕਲੀਅਰ ਹੈ ਨਾ ਕਿ ਜੇ ਉਹਨਾਂ ਨੂੰ ਭਾਰਤ ਦੇ ਵਿੱਚ ਦਾਖਲਾ ਨਹੀਂ ਮਿਲਿਆ ਜਾਂ ਵੱਧ ਫੀਸ ਕਰਕੇ ਉਹ ਭਾਰਤ 'ਚ ਦਾਖਲਾ ਨਹੀਂ ਲੈ ਸਕੇ, ਯੂਕਰੇਨ ਤੋਂ, ਜਾਰਜੀਆ ਤੋਂ, ਰਸ਼ੀਆ ਤੋਂ, ਚਾਈਨਾ ਤੋਂ ਪੜ੍ਹ ਕੇ ਆਉਂਦੇ ਆ,
ਤੇ ਭਾਰਤ ਦੇ ਵਿੱਚ ਆਉਂਦੇ ਡਾਕਟਰੀ ਥੋੜੀ ਕਰਨ ਲੱਗ ਪੈਂਦੇ ਆ। ਤੁਸੀਂ ਜਿਹੜਾ ਸਿਰੇ ਦਾ ਟੈਸਟ ਰੱਖਿਆ ਭਾਰਤ 'ਚ ਉਹ ਪਹਿਲਾਂ ਪਾਸ ਕਰਦੇ ਆ, ਫਿਰ ਤੁਸੀਂ ਉਹਨਾਂ ਨੂੰ ਲਾਇਸੈਂਸ ਦਿੰਦੇ ਹੋ, ਚਾਹੇ ਉਹ ਜਿਹੜੇ ਮਰਜ਼ੀ ਦੇਸ਼ ਤੋਂ ਪੜ੍ਹੇ ਆ। ਤੁਸੀਂ ਕਿਵੇਂ ਕਹਿ ਸਕਦੇ ਹੋ ਜਦ ਉਹਨਾਂ ਨੇ ਤੁਹਾਡਾ ਟੈਸਟ ਹੀ ਪਾਸ ਕਰ ਲੈਣਾ ਆ ਕੇ, ਲਾਇਸੈਂਸ ਪੇ ਲੈਣਾ, ਫਿਰ ਬਰਾਬਰ ਦੇ ਨੇ ਉਹ। ਡਾਕਟਰ ਧਰਮਵੀਰ ਗਾਂਧੀ ਨੇ ਕਮਾਲ ਦੀ ਗੱਲ ਕੀਤੀ। ਉਹ ਕਹਿੰਦੇ ਜੀ 2018 'ਚ 4 ਸਾਲ ਪਹਿਲਾਂ ਇੱਕ ਚਿੱਠੀ ਜਾਰੀ ਕੀਤੀ ਹੈ। ਸਿਆਣਾ ਬੰਦਾ ਸਿਆਣਾ ਹੀ ਹੁੰਦਾ, ਕਿਸੇ ਦੇ ਨਾਲ ਵਿਚਾਰਧਾਰਕ ਤੌਰ ਦੇ ਉੱਤੇ ਉਹਦੀ ਬਣੇ ਨਾ ਬਣੇ। ਉਹਨਾਂ ਨੇ 2018 ਦੀ 4 ਸਾਲ ਪਹਿਲਾਂ ਦੀ ਇੱਕ ਚਿੱਠੀ ਜਾਰੀ ਕੀਤੀ। ਕਹਿੰਦੇ ਆਹ ਦੇਖੋ ਚਿੱਠੀ, ਮੈਂ ਪੰਜਾਬ ਸਰਕਾਰ ਦੇ ਮੂਹਰੇ ਹਾੜੇ ਕੱਢੇ, ਉਦੋਂ ਇਹਨਾਂ ਦੇ ਤਰਲੇ ਕੀਤੇ, ਇਹਨਾਂ ਤੇ ਦਬਾਅ ਪਾਇਆ ਕਿ ਤੁਸੀਂ ਪੰਜਾਬ ਦੇ ਵਿੱਚ ਡਾਕਟਰੀ ਦੀਆਂ ਅੱਧੀਆਂ ਸੀਟਾਂ ਸਰਕਾਰੀ ਕੋਟੇ ਚੋਂ ਕੱਢ ਕੇ ਪ੍ਰਾਈਵੇਟ ਹੱਥਾਂ 'ਚ ਦੇ ਦੇਣ ਲੱਗੇ ਹੋ, ਜਿੱਥੇ ਉਹਨਾਂ ਨੇ ਲੋੜੇ ਦੀਆਂ ਫੀਸਾਂ ਲੈਣੀਆਂ ਤੇ ਉਹ ਆਮ ਲੋਕਾਂ ਦੇ ਬੱਚੇ ਫਿਰ ਉਨੀ ਜ਼ਿਆਦਾ ਕਰੋੜ ਰੁਪਈਆ ਫੀਸ ਦੇ ਕੇ ਡਾਕਟਰੀ ਨਹੀਂ ਕਰ ਸਕਣਗੇ। ਇਹਨਾਂ ਨੇ ਕਹਿੰਦੇ ਮੰਨਿਆ ਨਹੀਂ। ਉਹ ਅੱਧੀਆਂ ਸੀਟਾਂ ਪੰਜਾਬ ਦੀਆਂ ਸਰਕਾਰੀ ਕੋਟੇ 'ਚੋਂ, ਜਿੱਥੇ ਘੱਟ ਫੀਸ ਤੇ MBBS ਬੱਚਿਆਂ ਨੇ ਕਰ ਲੈਣੀ ਸੀ, ਉਹਦੇ 'ਚੋਂ ਕੱਢ ਕੇ ਇਹਨਾਂ ਨੇ ਪ੍ਰਾਈਵੇਟ ਕੋਟੇ 'ਚ ਕਰਤੀਆਂ। ਬੱਚਿਆਂ ਦੇ ਕੋਲੇ ਕਰੋੜ ਰੁਪਈਆ ਨਹੀਂ ਹੁੰਦਾ ਤੇ ਉੱਥੇ 25 ਲੱਖ ਰੁਪਈਏ ਦੇ ਵਿੱਚ MBBS ਹੁੰਦੀ ਹੈ। ਉਹ ਕਹਿੰਦੇ ਸਾਡੇ ਬੱਚੇ ਮਜਬੂਰੀ 'ਚ ਉੱਥੇ ਜਾਣ ਲੱਗੇ ਤੇ ਜਦੋਂ ਗਏ ਨੇ ਤਾਂ ਫਸ ਗਏ ਨੇ। ਮਾਪੇ ਇੱਥੇ ਵਿਲਕਦੇ ਫਿਰਦੇ ਆ। ਕਹਿੰਦੇ ਜਵਾਬ ਦਿਓ ਕਿ ਪੰਜਾਬ ਦੇ ਲੀਡਰ ਮੇਰੇ ਤੋਂ ਬਿਨਾ ਉਦੋਂ ਬੋਲੇ ਕਿਉਂ ਨਹੀਂ। ਸਵਾਲ ਤਾਂ ਬੰਦੇ ਦਾ ਜਾਇਜ਼ ਹੈ। ਨਹੀਂ, ਬਿਲਕੁਲ ਜਾਇਜ਼ ਹੈ ਇਹ ਗੱਲ। ਤੇ ਦੇਖੋ ਇੰਨੇ ਦਿਨਾਂ ਦੀ ਆਪਾਂ ਵੀ ਚਰਚਾ 'ਚ ਇਹੀ ਕਰਦੇ ਸੀ ਵੀ ਹੋ ਸਕਦਾ ਕਿਸੇ ਨੂੰ ਲੱਗਦਾ ਹੋਵੇ ਵੀ ਉੱਥੇ ਜਿਹੜੇ ਬੰਦੇ ਨੇ ਜਦੋਂ ਆਮ ਵਿਦੇਸ਼ਾਂ 'ਚ ਜਾਂਦੇ ਇੱਦਾਂ ਹੀ ਨਿਆਣੇ ਗਏ ਆ, ਪਰ ਉੱਥੇ ਦੂਜਿਆਂ ਵਿਦੇਸ਼ਾਂ ਵਾਲਾ ਕੰਮ ਹੈ ਨਹੀਂ। ਉੱਥੇ ਪੜ੍ਹਨ ਲਿਖਣ ਲਈ ਗਏ ਆ, ਕਿਉਂਕਿ ਉਹ ਪੜ੍ਹਾਈ ਵੈਸੇ ਕਹਿੰਦਾ ਵੀ ਡਾਕਟਰ ਰੱਬ ਦਾ ਦੂਜਾ ਰੂਪ ਹੈ ਜੀ। ਉਹ ਪੜ੍ਹਾਈ ਜਿਹੜੀ ਕਿ ਉਹ ਜਵਾਕਾਂ ਨੂੰ ਲੱਗਦਾ ਵੀ ਅਸੀਂ ਕਰ ਸਕਦੇ ਹਾਂ, ਜਾਂ ਉਹਨਾਂ ਦੇ ਪੇਰੈਂਟਸ ਦਾ ਚਾਹ ਹੈ ਵੀ ਯਾਰ ਸਾਡਾ ਜਵਾਕ ਲਾਇਕ ਆ ਤੇ ਇਹਨੂੰ ਆਪਾਂ ਡਾਕਟਰ ਬਣਾਉਣਾ, ਤੇ ਉੱਥੇ ਉਹ ਪੈਸੇ ਖੁਣੋਂ ਨਹੀਂ ਬਣਾ ਪਾ ਰਹੇ, ਦੈਟਸ ਵਾਈ ਵੀ ਕੰਮ ਕਰਦੇ ਆ। ਹੁਣ ਦੂਜੀ ਗੱਲ ਇੱਥੇ ਆਪਾਂ ਇੱਕ ਹੋਰ ਐਡ ਕਰੀਏ, ਹੋ ਸਕਦਾ ਵੀ ਕਿਸੇ ਨੂੰ ਯਾਦ ਹੋਵੇ ਨਾ ਹੋਵੇ, ਅਕਾਲੀ ਭਾਜਪਾ ਸਰਕਾਰ ਵੇਲੇ ਵੀ ਤੇ ਈਵਨ ਕਾਂਗਰਸ ਪਾਰਟੀ ਦੇ ਵਿੱਚ ਵੀ, ਰਾਜ 'ਚ ਵੀ ਬੜੀ ਵਾਰ ਚਰਚਾ ਚੱਲੀ ਜੀ ਡਾਕਟਰ ਨਹੀਂ ਲੱਭਦੇ ਸਰਕਾਰੀ। ਅਸੀਂ ਬੜੀ ਵਾਰ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ, ਆਓ ਤੁਹਾਨੂੰ ਸਰਕਾਰੀ ਡਾਕਟਰ ਬਣਾਈਏ। ਉਹ ਕਹਿੰਦੇ ਨਹੀਂ ਅਸੀਂ ਨਹੀਂ ਬਣਨਾ ਸਰਕਾਰੀ ਡਾਕਟਰ। ਫਿਰ ਚਰਚਾ ਨਿਕਲਦੀ ਹੈ ਜੀ ਕਾਰਨ ਕੀ? ਉਹ ਕਹਿੰਦੇ ਤਨਖਾਹਾਂ ਹੀ ਕੁਛ ਨਹੀਂ ਦਿੰਦੇ ਤੁਸੀਂ। ਫਿਰ ਹੌਲੀ ਹੌਲੀ ਤਨਖਾਹਾਂ ਵਧਾਈਆਂ, ਨਹੀਂ ਅਸੀਂ ਤੁਹਾਨੂੰ 50,000 ਦੇ ਦਾਂਗੇ, ਚਲੋ ਫਿਰ 60 ਲੈ ਲਿਓ। ਈਵਨ ਵਿੱਚੋਂ ਜੋ ਲੱਖ ਰੁਪਈਏ ਤੱਕ ਦੀ ਵੀ ਗੱਲ ਚੱਲੀ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਜੇ ਇੰਨੀਆਂ ਤਨਖਾਹਾਂ ਦੇ ਬਾਵਜੂਦ ਵੀ ਉਹ ਸੀਟਾਂ ਭਰੀਆਂ ਨਹੀਂ ਸੀ ਗਈਆਂ ਬਾਅਦ ਦੇ ਵਿੱਚ, ਵੀ ਨਿਆਣਾ ਆ ਕੇ ਰਾਜ਼ੀ ਨਹੀਂ ਵੀ ਯਾਰ ਮੈਂ ਸਰਕਾਰੀ ਡਾਕਟਰ ਨਹੀਂ ਬਣਨਾ ਜੀ। ਉਹਦੇ ਪਿੱਛੇ ਇਹ ਕਾਰਨ ਤੇ ਕਲੀਅਰ ਕੱਟ ਨਜ਼ਰ ਆਉਂਦਾ ਵੀ ਅਗਲਾ ਕਹਿੰਦਾ ਵੀ ਮੈਂ ਆ ਜਿਹੜਾ ਖੋਖੇ ਵਰਗਾ ਤੁਹਾਡਾ ਹਸਪਤਾਲ ਆ ਇੱਥੇ ਬਹਿਣ ਨਾਲੋਂ ਚੰਗਾ ਨਹੀਂ ਵੀ ਮੈਂ ਕਿਸੇ ਪ੍ਰਾਈਵੇਟ ਹਸਪਤਾਲ 'ਚ ਲੱਗ ਜਾਵਾਂ ਜਾਂ ਮੈਂ ਆਪਣਾ ਖੋਲ੍ਹ ਲਵਾਂ। ਪਰ ਉਸ ਤੋਂ ਵੀ ਵੱਡਾ ਕਾਰਨ ਇਹ ਆ ਵੀ ਅਗਲਾ ਜਿਹੜਾ ਆਪਾਂ ਉਦੋਂ ਹਿਸਾਬ ਲਾਉਂਦੇ ਸੀ ਵੀ ਜਿਹਨੇ ਕਰੋੜ 1.5 ਕਰੋੜ ਦੇ ਕੇ ਕੀਤੀ ਹੈ ਨਾ MBBS, ਉਹ ਉੱਥੇ ਹੀਰੋ ਹਾਂਡਾ ਮੋਟਰਸਾਈਕਲ ਲੈ ਕੇ ਤੇ ਪਹਿਲਾਂ ਨਹਿਰ ਜਾ ਕੇ ਤੇ ਉੱਥੋਂ ਕੱਚਾ ਪਿਆ ਮੁੜ ਕੇ ਤੇ ਜਿਹੜਾ ਹਸਪਤਾਲ ਪਿੰਡ ਦੇ ਬਾਹਰ ਉੱਥੇ 35,000 ਦੀ ਨੌਕਰੀ ਕਰਨ ਲਈ ਨਹੀਂ ਆਇਆ, ਨਾ ਉਹਨੇ ਆਉਣਾ ਹੀ ਆ। ਇਹ ਸਵਾਲ ਉਦੋਂ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਲੀਡਰਾਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਸੀ ਵੀ ਯਾਰ ਕਾਰਨ ਕੀ ਆ ਵੀ ਜਿਹੜੇ ਲੋਕ ਆਉਂਦੇ ਨੇ। ਇੱਕ ਪਾਸੇ ਲੋਕ ਰੋਂਦੇ ਫਿਰਦੇ ਵੀ ਹਾਂ ਯਾਰ ਸਾਨੂੰ ਸਰਕਾਰੀ ਨੌਕਰੀ ਮਿਲ ਜੇ, ਦੂਜੇ ਪਾਸੇ ਉਹ ਡਾਕਟਰਾਂ ਦੀ ਨੌਕਰੀ ਪਈ ਕਹਿੰਦੇ ਆਦ ਨੂੰ ਸਰਕਾਰੀ ਲਈ, ਅਗਲਾ ਕਹਿੰਦਾ ਮੈਂ ਨਹੀਂ ਬਣਨਾ। ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਆਹ ਜਿਹੜਾ ਸਮਾਂ ਆਪਾਂ ਬਾਰ-ਬਾਰ ਕਹਿੰਦੇ ਸੀ ਕਿ ਸਿੱਧੀ ਅਜੇ ਸਰਕਾਰ ਦੀ ਬਦਖੋਈ ਦਾ ਨਹੀਂ ਕਿ ਆਪਾਂ ਕਹੀ ਤੁਸੀਂ ਆਹ ਨਹੀਂ ਕੀਤਾ, ਕਿਉਂਕਿ ਅਜੇ ਸਾਡੇ ਬੱਚੇ ਉੱਥੇ ਫਸੇ ਆ। ਇਸੇ ਤਰੀਕੇ ਜੇ ਕਿਉਂਕਿ ਲੋਕਾਂ ਦੇ ਚੁਣੇ ਹੋਏ ਲੀਡਰਾਂ ਨੇ ਇੱਕ ਦੋ ਨੇ ਇਦਾਂ ਦੇ ਬਿਆਨ ਦਿੱਤੇ, ਬਹੁਤਿਆਂ ਨੇ ਬੱਚਿਆਂ ਦੇ ਹੱਕ 'ਚ ਹੀ ਦਿੱਤੇ। ਆਖੇ ਜੀ ਇਹ ਬਹੁਤੇ ਇੰਟੈਲੀਜੈਂਟ ਨਹੀਂ, ਤੁਹਾਨੂੰ ਬਹੁਤ ਪਤਾ, ਡਾਕਟਰ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਨਾ। ਆਖੇ ਜੀ ਪੜ੍ਹੇ ਲਿਖੇ ਸਿਆਣੇ ਬੰਦੇ ਚਾਹੀਦੇ, 100% ਸਿਆਣੇ ਬੰਦੇ ਚਾਹੀਦੇ ਡਾਕਟਰ, ਜਿਹੜੇ ਕਿ ਪੂਰਾ ਇਮਤਿਹਾਨ ਪਾਸ ਕਰਕੇ ਜਾਏ। ਹੁਣ ਉਹਨਾਂ ਦੇ ਹੱਥ 'ਚ ਲੋਕਾਂ ਦੀ ਜ਼ਿੰਦਗੀ ਹੁੰਦੀ ਆ। ਤੁਸੀਂ ਪਾਰਲੀਮੈਂਟ 'ਚ ਬੈਠੇ ਹੋ, ਤੁਸੀਂ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤਦੇ ਹੋ, ਤੁਹਾਡੇ ਹੱਥ 'ਚ ਲੋਕਾਂ ਦੀ ਜ਼ਿੰਦਗੀ ਨਹੀਂ ਹੁੰਦੀ। ਤੁਸੀਂ ਜੇ ਗ੍ਰਾਂਟ ਦਿਓ ਕਿ ਭਾਈ ਆ ਬੰਨ ਪੱਕਾ ਕਰਨਾ, ਇੱਥੋਂ ਹੜ੍ਹ ਆਉਂਦਾ, ਜੇ ਤੁਸੀਂ ਸਿਆਣੇ ਹੋਵੋ ਤਾਂ ਬੰਨ ਟਾਈਮ ਨਾਲ ਪੱਕੇ ਕਰੋ ਤੇ ਫਿਰ ਹੜ੍ਹ ਨਾ ਆਵੇ ਤੇ ਲੋਕਾਂ ਦੀ ਜਾਨ ਬਚੇ। ਤੁਸੀਂ ਸਿਆਣੇ ਹੋਵੋ ਤਾਂ ਤੁਸੀਂ ਬੇਲੇ ਸਿਰ ਕਹੋ ਕਿ ਭਾਈ ਆ ਸਿਹਤ ਵਿਭਾਗ ਦੇ ਵਿੱਚ ਡਾਕਟਰਾਂ ਦੀਆਂ ਭਰਤੀਆਂ ਕਰਨੀਆਂ, ਇੰਨੇ ਦਵਾਈ ਚਾਹੀਦੇ ਆ, ਇੰਨੇ ਜਿਹੜੇ ਨਾਲ ਹੁੰਦੇ ਸਹਾਇਕ ਚਾਹੀਦੇ ਆ, ਇੱਥੇ ਹਸਪਤਾਲ ਚਾਹੀਦਾ, ਇੰਨੀਆਂ ਐਂਬੂਲੈਂਸ ਚਾਹੀਦੀਆਂ, ਲੋਕਾਂ ਦੀ ਜ਼ਿੰਦਗੀ ਬਚੇ। ਤੁਸੀਂ ਕਿਹੜਾ ਟੈਸਟ ਪਾਸ ਕਰਦੇ ਹੋ? ਤੁਹਾਡੇ ਤੇ ਕਿਹੜੀ ਕੁਆਲੀਫਿਕੇਸ਼ਨ ਹੈ? ਤੁਸੀਂ ਉਹਨਾਂ ਦੇ ਉੱਤੇ ਉਂਗਲੀਆਂ ਚੁੱਕਣ ਵਾਲੇ ਹੁੰਨੇ ਕੌਣ ਹੋ? ਨਹੀਂ, ਜ਼ਿਆਦਾ ਵਧੀਆ ਤੇ ਇਹ ਹੋਵੇ ਮੈਂ ਨਾ ਵੀ ਜੇ ਕਿ ਆਂਦਾ ਵੀ ਭਾਈ ਸਾਹਿਬ ਵੀ ਮੈਂ ਲੀਡਰ ਬਣਨਾ ਤੇ ਹੁਣ ਹੈ ਤੇ ਉਹ ਮਹਿਕਮੇ ਦੇ ਸਿਰੇ ਤੋਂ ਸਿਰੇ ਵਾਲੇ ਡਾਕਟਰ ਅਫਸਰਾਂ ਨੂੰ ਹੈਂਡਲ ਕਰਨਾ ਹੀ ਆ ਨਾ, ਉਹਨਾਂ ਸਾਰਿਆਂ ਵਾਲੇ ਟੈਸਟ ਵੀ ਇੱਕ ਵਾਰ ਕਰਾ ਕੇ ਨਹੀਂ ਵੇਖ ਲੈਣੇ ਚਾਹੀਦੇ। ਹਾਂ ਜੀ ਠੀਕ ਆ ਜੀ, ਫਲਾਨਾ ਬੰਦਾ ਅਸੀਂ ਹੁਣ ਮੰਤਰੀ ਬਣਾ ਰਹੇ ਹਾਂ, ਇਸ ਤਰੀਕ ਨੂੰ ਆਪਾਂ ਦਿਨ ਮਿਸ ਦਿੱਤਾ, ਇਹਨਾਂ ਕੋਲੇ ਜਿਹੜਾ ਡਿਪਾਰਟਮੈਂਟ ਹੈ ਉਸ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਿਰੇ ਦੇ ਅਫਸਰ ਨੇ, ਚਾਹੇ ਕੋਈ PCS IAS ਜਿਹਨੇ ਜੋ ਵੀ ਕੀਤਾ, ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਜੀ ਜਿਵੇਂ ਦੇ ਵੀ ਨੇ, ਜਿਵੇਂ ਡਾਕਟਰੀ ਜਾਂ ਸਿਹਤ ਸਹੂਲਤਾਂ ਨਾਲ ਸੰਬੰਧਿਤ ਨੇ, ਹਰੇਕ ਕੈਟਾਗਰੀ ਦੇ ਸਿਰੇ ਦੇ ਟੈਸਟ ਹੈਗੇ ਆ ਨਾ, ਜਿਹਦੇ ਕੋਲੇ ਜਿਹੜਾ ਮੰਤਰਾਲਾ ਆਉਣਾ ਉਹਦਾ ਸਿਰੇ ਦਾ ਟੈਸਟ ਇੱਕ ਮੰਤਰੀ ਸਾਹਿਬ ਕੋ ਦਵਾ ਲੈਣ। ਸਿਰੇ ਦਾ ਟੈਸਟ ਲੈਣ ਦੀ ਲੋੜ ਨਹੀਂ। ਹਾਂ, ਥੱਲੇ ਵਾਲਾ ਹੀ ਨਾ 1947 ਤੋਂ ਲੈ ਕੇ ਤੇ ਹੁਣ ਤੱਕ ਜਿੰਨੇ ਉਸ ਮਹਿਕਮੇ ਦੇ ਮੰਤਰੀ ਰਹੇ, ਕਰੀ ਲਿਸਟ ਹੀ ਕ੍ਰਮਵਾਰ ਲਿਖਾ ਕੇ ਦਿਖਾ ਲਓ। ਵੈਸੇ ਗੱਲ ਹੀ ਕਰਦਾ ਮੈਂ। ਜਾਂ ਉਹਨਾਂ ਨੂੰ ਕੋਈ ਇੱਕ ਟਰੀ ਬਣਾ ਦਿਓ, ਫੈਮਿਲੀ ਟਰੀ ਬਣਦਾ ਹੁੰਦਾ ਨਾ, ਦਾਦਾ ਜੀ, ਪਿਤਾ ਜੀ, ਬੱਚੇ, ਗਾਂ ਬੱਚੇ,
ਉਹਨਾਂ ਨੂੰ ਕੋਈ ਇੱਕ ਵਾਰੀ ਟਰੀ ਬਣਾ ਕੇ ਦਿਖਾ ਦਿਓ ਕਿ ਆਹ ਮੰਨ ਲਓ ਕਿ ਸਿਹਤ ਵਿਭਾਗ ਹੈ, ਉਹਦੇ ਥੱਲੇ ਕੀ UGC ਆਉਂਦੀ ਹੈ, ਥੱਲੇ ਕਾਲਜ ਆਉਂਦੇ ਆ, ਉਹਦੇ ਥੱਲੇ ਕੀ ਆਉਂਦਾ ਹੈ, ਐਜੂਕੇਸ਼ਨ ਸੈਕਟਰੀ ਕਿੱਥੇ ਆਉਂਦਾ, ਇੱਕ ਵਾਰੀ ਉਹਦਾ ਟਰੀ ਜਿਹਾ ਬਣਾ ਕੇ ਦਿਖਾ ਦੇਣ ਕਿ ਸ਼ਿਖਾਵਾਂ ਕਿੱਥੇ ਤੱਕ ਜਾਂਦੀਆਂ। ਆਪਣਾ ਮਾਰੋ ਆਵਾਜ਼ ਉਧਰੋਂ ਬਾਹਰੋਂ ਸਟੈਨੋ ਨੂੰ ਟਾਈਪ ਕਰਕੇ ਲਿਸਟ 4 ਵਜੇ ਤੱਕ ਮੈਨੂੰ ਫੜਾਤੀ ਅਤੇ ਨਾਲ ਹੀ ਦੱਸੀ ਇਹਦੇ ਵਿੱਚ ਲਿਖਿਆ ਕਿ ਆ ਫਿਰ ਮੈਂ ਪੜ੍ਹ ਕੇ ਪ੍ਰੈਸ ਨੂੰ ਦੱਸ ਦੇਣਾ 4 ਵਜੇ ਲਿਸਟ ਹੈ, 5 ਵਜੇ ਪ੍ਰੈਸ ਸੱਦ ਲਓ, ਆਪਾਂ ਪ੍ਰੈਸ ਨੂੰ ਮਤਲਬ ਇਹ ਜਿਹੜੀਆਂ ਗੱਲਾਂ ਨੇ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਜੀ ਭੰਡਣ ਦਾ। ਬੜੇ ਸਤਿਕਾਰਤ ਨੇ ਜੋ ਵੀ ਲੋਕ ਨੇ, ਬੜੇ ਸਤਿਕਾਰਯੋਗ ਨੇ। ਆਪਾਂ ਤਾਂ ਸਿਰਫ ਇਹ ਬੇਨਤੀ ਕਰਦੇ ਹਾਂ ਵੀ ਯਾਰ ਐਜ਼ ਏ ਮੁਲਕ ਦੇਖੀਏ, ਆਪਾਂ ਐਜ਼ ਏ ਕੰਟਰੀ ਦੇਖੀਏ ਵੀ ਆਪਾਂ ਕਿੱਥੇ ਖੜੇ ਹਾਂ ਜੀ। ਇਹੀ ਟੈਲੈਂਟ ਜਿਹੜਾ ਅੱਜ ਦੀ ਡੇਟ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਵੀ ਯਾਰ ਉਹ ਜਹਾਜ਼ਾਂ ਦੇ ਚੜ੍ਹ ਕੇ ਬਾਹਰਲੇ ਮੁਲਕਾਂ ਨੂੰ ਤੁਰਿਆ ਜਾਂਦਾ, ਤੇ ਬਾਹਰਲੇ ਮੁਲਕ ਜਿਹੜੇ ਨੇ ਉਹ ਹੱਥੀਂ ਛਾਵਾਂ ਕਰਦੇ ਵੀ ਯਾਰ ਆਓ। ਐਸੀ ਕੀ ਕਹਾਣੀ ਆ ਵੀ ਉਹੀ ਬੰਦਾ ਉੱਥੇ ਤਰਲੇ ਕੱਢਦਾ ਹੁੰਦਾ ਤੇ ਉਹ ਕਿਤੇ ਕਾਮਯਾਬ ਨਹੀਂ ਹੁੰਦਾ, ਬਾਹਰਲੇ ਮੁਲਕਾਂ ਜਾ ਕੇ ਕਾਮਯਾਬ ਹੋ ਜਾਂਦਾ। ਉਹ ਦਿਮਾਗ, ਉਹ ਟੈਲੈਂਟ ਜੀ ਉੱਥੇ ਵਰਤ ਲਿਆ ਜਾਵੇ ਜੀ। ਤੇ ਜਿਹੜਾ ਆਪਾਂ ਡੀਕਦੇ ਆ ਵੀ ਹੁਣ ਨਾ ਡਾਲਰ ਦੇ ਸ਼ਾਮ ਵਾਲੀਆਂ ਖਬਰਾਂ ਜਾਂਦੀਆਂ ਨਾ ਵੀ ਡਾਲਰ ਦੇ ਮੁਕਾਬਲੇ ਰੁਪਈਆ ਹੋਰ ਡਿੱਗਿਆ, ਉਹ ਉਲਟੀ ਖਬਰ ਵੀ ਹੋ ਸਕਦੀ ਵੀ ਡਾਲਰ ਹੁਣ ਰੁਪਈਏ ਦੇ ਮੁਕਾਬਲੇ ਹੋਰ ਡਿੱਗ ਪਿਆ। ਯਾਨੀ ਇਦਾਂ ਵੀ ਕਿਹਾ ਕਿ ਮੈਂ ਕਿਹਾ ਚੰਗਾ ਕੰਮ ਇਹਦਾ ਕਿ ਹੁਣ ਡਾਲਰ ਰੁਪਈਏ ਦੇ ਮੁਕਾਬਲੇ ਹੋਰ ਕਿੰਨਾ ਕੁ ਡਿੱਗੇਗਾ, ਹਨਾ, ਬਹੁਤੇ ਡਿੱਗ ਪਏ ਇਦਾਂ ਕਰ ਲੈਣ। ਬਾਕੀ ਸੰਧਾਲੀਆ ਸਾਹਿਬ, ਸੋਨੂ ਸੂਦ ਹੋਰਾਂ ਨੇ ਵੀ ਕੋਸ਼ਿਸ਼ ਸ਼ੁਰੂ ਕੀਤੀ ਆ ਕਿ ਜਿਹੜੇ ਬੱਚੇ ਉੱਥੇ ਫਸੇ ਹੋਏ ਨੇ ਕੱਢ ਕੇ ਬਾਹਰ ਲਿਆਈਏ। ਭਾਰਤੀ ਰੇਲਵੇ ਵਾਲਿਆਂ ਨੇ ਵੀ ਕਿਹਾ ਕਿ ਅਸੀਂ ਵੱਖ-ਵੱਖ ਜਿਹੜੇ ਹਵਾਈ ਅੱਡੇ ਨੇ ਭਾਰਤ ਦੇ, ਉੱਥੇ ਰੇਲਵੇ ਦੇ ਸਪੈਸ਼ਲ ਕਾਊਂਟਰ ਲਾਤੇ ਆ, ਕਿਉਂਕਿ ਬੱਚੇ ਜਦੋਂ ਦਿੱਲੀ ਜਾਂ ਮੁੰਬਈ ਆ ਜਾਂਦੇ ਆ, ਗਾਂ ਘਰੋਂ ਘਰੀ ਜਾਣਾ ਤਾਂ ਟ੍ਰੇਨ ਦੀਆਂ ਟਿਕਟਾਂ ਕਹਿੰਦੇ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਉੱਥੋਂ ਹੀ ਬੁੱਕ ਕਰਾ ਲਓ। ਸਰਕਾਰ ਨੇ ਫੇਰ ਦਾਅਵਾ ਕੀਤਾ ਕਿ ਸਾਡੇ ਪ੍ਰਬੰਧ ਵਧੀਆ ਚੱਲ ਰਹੇ ਆ, ਲਗਾਤਾਰ ਏਅਰ ਫੋਰਸ ਦੀਆਂ ਫਲਾਈਟਾਂ ਵੀ ਜਾ ਰਹੀਆਂ। ਸਾਰਿਆਂ ਦਾ ਧੰਨਵਾਦ ਜਿਹੜੇ ਕਿ ਕੋਸ਼ਿਸ਼ ਕਰ ਰਹੇ ਨੇ, ਪਰ ਹਰ ਉਹ ਭਾਰਤੀ ਬੰਦਾ ਜਿਹੜਾ ਉੱਥੇ ਫਸਿਆ ਪਿਆ ਸੁਰੱਖਿਅਤ ਛੇਤੀ ਤੋਂ ਛੇਤੀ ਬਾਹਰ ਆਵੇ, ਤੇ ਉਹਦੇ ਤੋਂ ਵੀ ਵੱਡੀ ਗੱਲ ਜੰਗ ਹੀ ਬੰਦ ਹੋ ਜਾਏ। ਇਹ ਬੜਾ ਜ਼ਰੂਰੀ ਹੈ। ਹੁਣ ਤੁਸੀਂ ਇਹ ਦੇਖੋ ਵੀ ਜੇ ਕੋਈ ਮੁਲਕੋਂ ਬਾਹਰ ਜਾਂਦਾ ਉੱਥੇ ਜੰਗਾਂ 'ਚ ਫਸ ਜਾਂਦਾ। ਅੱਜ ਬਹੁਤੀ ਗੱਲ ਤਾਂ ਨਹੀਂ ਕਰ ਪਾਏ, ਕੱਲ੍ਹ ਕਰ ਲਾਂਗੇ। ਪੰਜਾਬ ਦੇ ਵਿੱਚ ਫਿਰ ਦੁਬਾਰਾ ਨਸ਼ੇ ਵਾਲਾ ਭੂਤ ਉੱਠ ਖੜਾ ਹੋਇਆ, ਕੱਲ੍ਹ ਕਰਾਂਗੇ। ਬਹੁਤ ਸਾਰੀਆਂ ਥਾਵਾਂ ਦੇ ਉੱਪਰ ਦੁਬਾਰਾ ਉਹੀ ਮੁੱਦਾ, ਪਿੰਡਾਂ ਵਾਲੇ ਰੋ ਰਹੇ ਨੇ, ਪਰਿਵਾਰ ਰੋ ਰਹੇ ਨੇ, ਪਰ ਹੁਣ ਲੀਡਰ ਕੋ ਉੱਥੇ ਪਹੁੰਚ ਨਹੀਂ ਰਿਹਾ, ਕਿਉਂਕਿ ਉਹ 10 ਉਡੀਕਦੇ ਨੇ ਵੀ ਜੇ ਤੇ ਗੱਡੀ ਮਿਲ ਗਈ ਫਿਰ ਠੀਕ ਹੈ, ਜੇ ਗੱਡੀ ਨਾ ਮਿਲੀ ਫਿਰ ਗੱਡੀ ਲੈਣ ਦੇ ਲਈ ਅਗਲੇ 2 ਸਾਲ ਦੁਬਾਰਾ ਧੱਕੇ ਖਾਵਾਂਗੇ। ਉਹਨਾਂ ਕੋਲ ਇੱਕ ਕੰਮ ਹੈਗਾ ਨਾ ਹੋਰ, ਤੁਸੀਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਨਾ ਲਓ, ਤਾਂ ਜੇ ਤੁਸੀਂ ਹੁਣ ਕਾਨੂੰਨ ਦੀ ਵਰਤੋਂ ਹੀ ਨਹੀਂ ਉਹਨਾਂ ਦੀ ਕਰੋਗੇ ਤਾਂ ਫਿਰ ਕਾਨੂੰਨ ਨੂੰ ਹੱਥਾਂ 'ਚ ਹੀ ਲੈਣਗੇ, ਔਰ ਕਰਨਗੇ ਕੀ, ਲੈਣਾ ਨਹੀਂ ਕਾਨੂੰਨ ਹੱਥਾਂ ਦੇ ਵਿੱਚ। ਉੱਦਾਂ ਇਹ ਗੱਲ ਅਸੀਂ ਵੀ ਕਹਿੰਦੇ ਹਾਂ। ਬਹੁਤ ਸ਼ੁਕਰੀਆ, ਚਲਿਏ, ਮਿਹਰਬਾਨੀ ਜੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਲਾਈਕ ਕਰ ਦਿੰਦੇ ਹੋ, ਸ਼ੇਅਰ ਕਰ ਦਿੰਦੇ ਹੋ, ਉਹਦੇ ਲਈ ਬੜੇ ਸ਼ੁਕਰਗੁਜ਼ਾਰ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।